सिक्का एक सिक्के की गल हुंदी है कि सिक्का चलदा किहदे नाम दा सिक्का चलदा हैगा। पुरातन हथ लिखत ग्रंथ जिन्हां बारे आख्या जाता है कि समय ਦੀਆਂ ਹਕੂਮਤਾਂ ਚਾਹੁੰਦੀਆਂ ਨੇ कि ਉਹ ਸਾਰੀਆਂ ਯਾਦਾਂ ਮਿਟਾ ਦਿੱਤੀਆਂ ਜਾਣ ਜਿਹੜੀਆਂ ਖਾਲਸਾ ਰਾਜ ਦੇ ਨਾਲ ਜੁੜੀਆਂ ਹੋਈਆਂ ਹੋਣ। ਪੁਰਾਤਨ ਜੰਗੀ ਹਥਿਆਰ ਤੁਹਾਨੂੰ ਇੱਥੇ ਉਹ ਵੀ देखने ਨੂੰ मिलणगे। इन्हां बारे भी असीं तुहानूं जानकारी देंगे कि ये सारा कुछ कदों दा हैगा, किन्ने वरे पुराना हैगा और किहड़े-किहड़े शस्त्र दा की नाम हैगा। हाँ जी सिंह साहब जी, तकरीबन पिछले 6-7 साल तो इस चीज़ के दौले मैं लगा होया सीगा, क्योंकि हुण गाहां जनरेशन जी इस चीज़ में बहुती अहमियत नहीं दिंदी हैगी। पर मैं सोचिया सीगा जे दुनिया अगे वध रही आ क्यों ना पिछे झाकां मैं एक बार। ये जी योग साधना का ग्रंथ वा ते तकरीबन ये 18वीं सदी का ग्रंथ आ। ਇਹਦਾ ਵਜਨ 15 ਕਿਲੋ ਆ। ਇਹਦੇ ਵਿੱਚ 22 ਫੋਟੋਆਂ ਔਰ 22 ਦੀਆਂ 22 ਫੋਟੋਆਂ ਦੇ ਵਿੱਚ ਹੀ ਸੋਨੇ ਨਾਲ ਮੀਨਾਕਾਰੀ ਕੀਤੀ ਹੋਈ ਆ। ਜੀ ਪਾਣੀ ਵਿੱਚ ਤੈਰ ਰਹੀ ਇੱਟ ਹੈਗੀ ਆ, ਇੱਕ ਵਾਰੀ ਹਿਲਾ ਕੇ ਦਿਖਾ ਦਿਓ ਜੀ। ਪਾਣੀ ਵਿੱਚ ਮੈਂ ਇਹਨੂੰ ਡੁਬੋਣ ਦੀ ਕੋਸ਼ਿਸ਼ ਕਰਦਾ ਪਰ ਇਹ ਉੱਪਰ ਨੂੰ ਧੱਕਾ ਜਾ ਮਾਰਦੀ ਹੈ ਜੀ। ਇਹਨਾਂ ਦੀ ਥੱਲੇ ਪਾਣੀ ਵਿੱਚ ਡੁੱਬ ਨਹੀਂ ਰਹੀ ਹੈਗੀ। ਇਹਦੇ ਬਾਰੇ ਵੀ ਜਾਣਕਾਰੀ ਜੀ। ਤੇ ਇਹ ਜਿਹੜਾ ਨਾਭਾ ਰਿਆਸਤ ਦੇ ਫੌਜੀ ਨੰਬਰ 33 ਦੀ ਕਿਰਪਾਨ ਆ ਜੀ। ਇਹਦੇ ਉੱਪਰ ਇੱਥੇ ਸਾਈਡ ਤੇ ਮੈਂਸ਼ਨ ਕੀਤਾ ਹੋਇਆ ਇਹ ਜਿਹੜਾ ਆ ਇਹ ਹੈਮਰ ਤੀਰ ਆ ਜੀ। ਤੇ ਇਹ ਜਿਹੜਾ ਆ ਸੈਕੰਡ ਵਰਲਡ ਵਾਰ ਵੇਲੇ ਇਹ ਜਿਹੜਾ ਫੌਜੀਆਂ ਨੂੰ ਮਿਲਿਆ ਹੋਇਆ ਚਾਕੂ ਆ ਤੇ ਇਹਦੇ ਵਿੱਚ ਫੌਜੀ ਨੰਬਰ ਵੀ ਮੈਂਸ਼ਨ ਆ ਬਕਾਇਦਾ। ਜਿਹੜੇ ਅਕਬਰ ਦੇ ਤਾਂਬੇ ਦੇ ਸਿੱਕੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਨੇ ਆਪਾਂ ਦਮੜੀ, ਕਿਉਂਕਿ ਉਹਨੇ ਦਾਮ ਚਲਾਏ ਸੀ, ਉਹਨੂੰ ਬੰਨ ਦਾਮ ਕਿਹਾ ਜਾਂਦਾ। ਮੇਰੇ ਕੋਲੇ ਮਹਾਰਾਜਾ ਦਲੀਪ ਸਿੰਘ ਦੇ ਸਿੱਕੇ ਵੀ ਨੇ ਤੇ ਮਹਾਰਾਜਾ ਸ਼ੇਰ ਸਿੰਘ ਦੇ ਸਿੱਕੇ ਵੀ ਨੇ, ਮਹਾਰਾਜਾ ਖੜਕ ਸਿੰਘ ਦੇ ਵੀ ਹੈਗੇ ਆ, ਮਹਾਰਾਣੀ ਚੰਦ ਕੌਰ ਦੇ ਵੀ ਹੈਗੇ ਆ। ਉਸ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ, ਕਿਉਂਕਿ ਦੇਖੋ ਤਰਸ਼ੂਲ ਇੱਕ ਜਿਹੜਾ ਆ ਉਹ ਜਿਹੜਾ ਚਿੰਨ੍ਹ ਆ ਉਹ ਹਿੰਦੂ ਧਰਮ ਦਾ ਚਿੰਨ੍ਹ ਆ ਮੰਨਿਆ ਜਾਂਦਾ। ਜੇ ਇੱਕ ਧਾਤੂ ਦੇ ਟੁਕੜੇ ਦੇ ਉੱਪਰ ਕਿਸੇ ਵੀ ਦੇਵੀ ਦੇਵਤੇ ਦੀ, ਪੀਰ ਪੈਗੰਬਰ ਦੀ, ਕਿਸੇ ਗੁਰੂ ਪੀਰ ਦੀ ਫੋਟੋ ਪ੍ਰਿੰਟ ਕਰ ਦਿੱਤੀ ਜਾਵੇ ਉਹ ਸਿੱਕਾ ਨਹੀਂ ਬਣੂਗਾ, ਉਹ ਟੋਕਨ ਬਣੂਗਾ। ਦੁਨੀਆ ਦੇ ਵਿੱਚ ਇਹਦੇ ਨਾਲ ਛੋਟੀ ਕੁਰਾਨ ਸ਼ਰੀਫ ਕੋਈ ਵੀ ਹੈ ਨਹੀਂ ਗੀ ਤੇ ਇਹਨੂੰ ਲੈਂਸ ਦੇ ਨਾਲ ਪੜਿਆ ਜਾਂਦਾ ਤੇ ਨਾਲ ਚਾਂਦੀ ਦੀ ਡੱਬੀ ਆ ਜਿਹਦੇ ਵਿੱਚ ਇਹਨੂੰ ਪਾ ਕੇ ਰੱਖਿਆ ਜਾਂਦਾ। ਜਰਮਨ ਟੈਕਨੀਕ ਦੇ ਨਾਲ ਉਹਨਾਂ ਨੇ 1 ਇੰਚ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਕੀਤਾ, 1 ਇੰਚ ਦੀ ਗੀਤਾ ਤੇ 1 ਇੰਚ ਦੀ ਉਹਨਾਂ ਨੇ ਕੁਰਾਨ ਸ਼ਰੀਫ ਤਿਆਰ ਕੀਤੀ ਸੀ। ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਸੀਗਾ ਉਹ ਸਿੱਖ ਫੌਜੀ ਆਪਣੇ ਦਸਤਾਰ ਦੇ ਵਿੱਚ ਸਜਾ ਲੈਂਦੇ ਸੀਗੇ ਤੇ ਇਹਨੂੰ ਜਿਹੜੇ ਮੁਸਲਮਾਨ ਫੌਜੀ ਸੀਗੇ ਉਹ ਆਪਣੇ ਗਲ ਵਿੱਚ ਪਾ ਲੈਂਦੇ। ਹਾਲੇ ਵੀ ਲੋਕਟ ਬਣਿਆ ਹੋਇਆ, ਚਾਂਦੀ ਦੀ ਡੱਬੀ ਆ ਜੀ। ਜਦੋਂ ਤੋਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈਗੀ ਆ, ਗੁਰੂ ਕੇ ਨਿਸ਼ਾਨ ਇੱਦਾਂ ਹੀ ਝੂਲਦੇ ਪਏ ਹੈਗੇ ਆ। ਪੁਰਾਤਨ ਗ੍ਰੰਥ ਹੋ ਗਏ, ਪੁਰਾਤਨ ਵਿਰਾਸਤਾਂ, ਪੁਰਾਤਨ ਜੰਗੀ ਹਥਿਆਰ, ਪੁਰਾਤਨ ਸਿੱਕੇ, ਸਾਰਾ ਕੁਝ ਜਿਹੜਾ ਹੈਗਾ ਸਾਡੀ ਨਵੀਂ ਪੀੜ੍ਹੀ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈਗੀ ਆ ਤਾਂ ਕਿ ਨਵੀਂ ਪੀੜ੍ਹੀ ਪੂਰਾ ਲਾਹਾ ਲੈ ਸਕੇ। ਆਪਾਂ ਜਦੋਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਜਾਂਦੇ ਹਾਂ ਤੇ ਰਸਤੇ ਵਿੱਚ ਮਾਲਪੁਰ ਦਾ ਗੁਰਦੁਆਰਾ ਸ਼ਹੀਦਾਂ ਜਿੱਥੇ ਆਪਾਂ ਇਸ ਵੇਲੇ ਹੈਗੇ ਆ। ਅੱਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪ੍ਰਦਰਸ਼ਨੀ ਲੱਗੀ ਹੈਗੀ ਆ, ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ। ਤੁਸੀਂ ਬੋਰਡ ਤੇ ਪੜ੍ਹ ਸਕਦੇ ਹੋ। ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸਮਰਪਿਤ ਪੁਰਾਤਨ ਦੁਰਲਭ ਹੱਥ ਲਿਖਤ ਗ੍ਰੰਥ 2700 ਸਾਲ ਪੁਰਾਣੇ ਰਾਜੇ ਮਹਾਰਾਜੇ ਦੇ ਸਿੱਕੇ ਅਤੇ ਰਵਾਇਤੀ ਜੰਗੀ ਹਥਿਆਰ। ਅੱਜ 9 ਮਾਰਚ ਹੈ। ਸੋ ਅੱਜ ਦੇ ਦਿਨ ਇੱਥੇ ਗੁਰਦੁਆਰਾ ਸ਼ਹੀਦਾਂ ਮਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਇਹ ਜਿਹੜੀ ਪ੍ਰਦਰਸ਼ਨੀ ਹੈਗੀ ਆ ਲਗਾਈ ਗਈ ਆ। ਸਿੱਖ ਰਾਜ ਦੇ ਸਿੱਕੇ ਅੱਜ ਇੱਥੇ ਵਿਸ਼ੇਸ਼ ਤੌਰ ਦੇ ਉੱਪਰ ਖਿੱਚ ਦਾ ਕੇਂਦਰ ਬਣੇ ਹੋਏ ਨੇ। ਦੂਰ ਦਰਾਡੇ ਦੀਆਂ ਸਿੱਖ ਸੰਗਤਾਂ ਤੇ ਹੋਰ ਸੱਜਣਾ ਨੇ ਆ ਕੇ ਇੱਥੇ ਲਾਹਾ ਲਿਆ ਹੈਗਾ ਔਰ ਜਾਣਕਾਰੀ ਹਾਸਲ ਕੀਤੀ ਹੈ ਕਿ ਪੁਰਾਤਨ ਜਿਹੜੀ ਵਿਰਾਸਤ ਹੈਗੀ ਆ ਉਹ ਕੀ ਹੈ। ਪੁਰਾਤਨ ਗ੍ਰੰਥ ਆਪਾਂ ਅੱਜ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਪੰਜਾਬ ਦੇ ਲੋਕ ਵਸਦੇ ਨੇ, ਸਿੱਖ ਵਸਦੇ ਆ ਤਾਂ ਉਹ ਖਾਲਸਾ ਰਾਜ ਨੂੰ ਜ਼ਰੂਰ ਚੇਤੇ ਕਰਦੇ ਆ। ਜਿਹੜਾ ਸਿੱਕਾ ਇੱਕ ਸਿੱਕੇ ਦੀ ਗੱਲ ਹੁੰਦੀ ਹੈ ਕਿ ਸਿੱਕਾ ਚੱਲਦਾ ਕਿਹਦੇ ਨਾਂ ਦਾ ਸਿੱਕਾ ਚੱਲਦਾ ਹੈਗਾ। ਗੁਰੂ ਦੇ ਨਾਂ ਦਾ ਸਿੱਕਾ ਚੱਲਦਾ, ਕੋਈ ਆਪਣੇ ਨਾਂ ਦਾ ਸਿੱਕਾ ਚਲਾਉਂਦਾ ਹੈਗਾ। ਸਿੱਕਿਆਂ ਦੀ ਇੱਕ ਬੜੀ ਮਹੱਤਵਪੂਰਨ ਥਾਂ ਹੁੰਦੀ ਹੈਗੀ ਆ। ਪੁਰਾਤਨ ਹੱਥ ਲਿਖਤ ਗ੍ਰੰਥ ਜਿਨ੍ਹਾਂ ਬਾਰੇ ਆਖਿਆ ਜਾਂਦਾ ਹੈਗਾ ਕਿ ਸਮੇਂ ਦੀਆਂ ਹਕੂਮਤਾਂ ਚਾਹੁੰਦੀਆਂ ਨੇ ਕਿ ਉਹ ਸਾਰੀਆਂ ਯਾਦਾਂ ਮਿਟਾ ਦਿੱਤੀਆਂ ਜਾਣ ਜਿਹੜੀਆਂ ਖਾਲਸਾ ਰਾਜ ਦੇ ਨਾਲ ਜੁੜੀਆਂ ਹੋਈਆਂ ਹੋਣ, ਪਰ ਇਹਨਾਂ ਦੀ ਇੱਕ ਖਾਸ ਅਹਿਮੀਅਤ ਹੁੰਦੀ ਹੈ। ਅੱਜ ਜਿਹੜੀ ਇੱਥੇ ਪ੍ਰਦਰਸ਼ਨੀ ਲੱਗੀ ਹੈਗੀ ਆ, ਜਿਹਨਾਂ ਵੀਰਾਂ ਨੇ ਲਾਈ ਹੈਗੀ ਆ, ਆਪਾਂ ਉਹਨਾਂ ਦੇ ਕੋਲੋਂ ਜਾਣਕਾਰੀ ਹਾਸਲ ਕਰਾਂਗੇ ਕਿ ਕਿਹੜੇ ਗ੍ਰੰਥ, ਕਿਹੜੀਆਂ ਪੋਥੀਆਂ ਹੱਥ ਲਿਖਤ, ਕਿੰਨੇ ਵਰੇ ਪੁਰਾਣੀਆਂ ਨੇ, ਕਿੰਨੇ ਵਰੇ ਪੁਰਾਣੇ ਸਿੱਕੇ ਨੇ। ਇੱਧਰ ਵੀ ਥੋੜ੍ਹਾ ਜਿਹਾ ਦਿਖਾ ਦਿਓ। ਪੁਰਾਤਨ ਜੰਗੀ ਹਥਿਆਰ ਤੁਹਾਨੂੰ ਇੱਥੇ ਉਹ ਵੀ ਦੇਖਣ ਨੂੰ ਮਿਲਣਗੇ। ਇਹਨਾਂ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਹ ਸਾਰਾ ਕੁਝ ਕਦੋਂ ਦਾ ਹੈਗਾ, ਕਿੰਨੇ ਵਰੇ ਪੁਰਾਣਾ ਹੈਗਾ ਔਰ ਕਿਹੜੇ ਸ਼ਸਤਰ ਦਾ ਕੀ ਨਾਮ ਹੈਗਾ। ਇਹਦੇ ਪੁਰਾਤਨ ਸਿੱਕੇ ਜਿਹੜੇ ਹੈਗੇ ਨੇ ਆਪਾਂ ਤੁਹਾਨੂੰ ਉਹ ਵੀ ਵਿਖਾਵਾਂਗੇ। ਮੇਰੇ ਨਾਲ ਰਜਿੰਦਰ ਸਿੰਘ ਜੀ ਹੈਗੇ ਨੇ ਮਾਲਪੁਰ, ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹੈਗੀ ਆ। 2 ਵੀਰਾਂ ਨੇ, ਇੱਕ ਇਹ ਵੀਰ ਹੈਗੇ ਨੇ, ਇੱਕ ਹੋਰ ਵੀਰ, ਆਪਾਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਉਹਨਾਂ ਦੇ ਕੋਲੋਂ ਵੀ ਕਾਫੀ ਜਾਣਕਾਰੀ ਹਾਸਲ ਕਰਾਂਗੇ। ਜਿਹੜੇ ਪੁਰਾਤਨ ਗ੍ਰੰਥ ਹੈਗੇ ਨੇ ਸਾਰੇ
ਪੋਥੀਆਂ ਹੈਗੀਆਂ ਨੇ, ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ। ਰਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਭਈ ਆ ਸਾਰਾ ਜੋ ਵੀ ਹੈਗਾ ਤੁਸੀਂ ਆਪ ਇਕੱਤਰ ਕੀਤਾ, ਕਿੰਨੀ ਮਿਹਨਤ ਤੁਸੀਂ ਕੀਤੀ ਆ, ਕਿਵੇਂ ਕਿਵੇਂ ਸਾਰਾ ਕੁਝ ਤੁਹਾਡੇ ਕੋਲੇ ਆਇਆ? ਹਾਂਜੀ ਸਿੰਘ ਸਾਹਿਬ ਜੀ, ਤਕਰੀਬਨ ਪਿਛਲੇ 6-7 ਸਾਲ ਤੋਂ ਇਸ ਚੀਜ਼ ਦੇ ਦੁਆਲੇ ਮੈਂ ਲੱਗਾ ਹੋਇਆ ਸੀਗਾ ਤੇ ਕਈ ਚਿਰ ਪਹਿਲਾਂ ਆਪਾਂ ਸੋਚੀਦਾ ਸੀਗਾ ਕਿ ਜਿੱਦਾਂ ਹੁਣ ਅਸੀਂ ਕੋਈ 5 ਰੁਪਏ ਦਾ ਪੈਨ ਲੈ ਕੇ ਕੋਈ ਚੀਜ਼ ਆਪਾਂ ਲਿਖ ਲਈਦੀ ਆ, ਪਰ ਅੱਜ ਤੋਂ ਸਦੀਆਂ ਪਹਿਲਾਂ ਸਾਡੇ ਬਜ਼ੁਰਗ ਕਿਹੜੀ ਵਿਧੀ ਨਾਲ ਕਿੱਦਾਂ ਲਿਖਦੇ ਹੋਊਗੇ, ਇਹ ਕੀ ਕਾਰਨ ਸੀਗਾ ਇਹ, ਹੈ ਨਾ, ਕਿੱਦਾਂ ਲਿਖਦੇ ਹੋਊਗੇ। ਜਿਵੇਂ ਕਿ ਅੱਜ ਤਾਂ ਇੱਕ 5 ਰੁਪਏ ਦਾ ਪੈਨ ਮਿਲ ਜਾਂਦਾ, ਪਰ ਉਸ ਟਾਈਮ ਸਿਆਹੀ ਬਣਾਉਣ ਨੂੰ ਵੀ 1 ਮਹੀਨਾ ਲੱਗ ਜਾਂਦਾ ਸੀਗਾ। ਜਿਵੇਂ ਸਿਆਹੀ ਦੇ ਵਿੱਚ ਲਾਜਵਰਦਾ, ਕੱਜਲ, ਕਸਤੂਰੀ, ਕੇਸਰ, ਸੋਇਨਾ ਪਾ ਕੇ ਤਿਆਰ ਕੀਤਾ ਜਾਂਦਾ ਸੀ। ਮਹੀਨਾ ਨੂੰ ਰਗੜਨਾ, ਉਸ ਤੋਂ ਬਾਅਦ ਤਿਆਰ ਹੋਣਾ। ਤੇ ਜਿਹੜਾ ਹੈਂਡਮੇਡ ਪੇਪਰ ਤਿਆਰ ਕਰਦੇ ਸੀ, ਤਕਰੀਬਨ ਉਹਨੂੰ 6 ਮਹੀਨੇ ਲੱਗ ਜਾਂਦੇ ਹੁੰਦੇ ਸੀਗੇ ਜੀ। ਫਿਰ ਉਹਨਾਂ ਬਜ਼ੁਰਗਾਂ ਦੇ ਵਿੱਚ ਕਿੰਨਾ ਠਰਮਾ ਸੀਗਾ ਔਰ ਕਿੰਨਾ ਉਹਨਾਂ ਦੇ ਵਿੱਚ ਹੋਊਗਾ ਇਸ ਭਾਵਨਾ ਲਿਖਣ ਲਈ ਕਿ ਪੂਰਾ ਜੀਵਨ ਇੱਕ ਗ੍ਰੰਥ ਲਿਖਣ ਨੂੰ ਲਾ ਦਿੰਦੇ ਸੀ ਕਿ ਕਿਉਂ ਨਾ ਆਪਾਂ ਉਸ ਚੀਜ਼ ਨੂੰ ਇਕੱਠਾ ਕੀਤਾ ਜਾਵੇ। ਕਿਉਂਕਿ ਹੁਣ ਗਾਹਾਂ ਜਨਰੇਸ਼ਨ ਜਿਹੜੀ ਇਸ ਚੀਜ਼ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੀ ਹੈਗੀ, ਪਰ ਮੈਂ ਸੋਚਿਆ ਸੀਗਾ ਜੇ ਦੁਨੀਆ ਅੱਗੇ ਵਧ ਰਹੀ ਆ, ਕਿਉਂ ਨਾ ਪਿੱਛੇ ਝਾਕਾਂ ਮੈਂ ਇੱਕ ਵਾਰ। ਹਾਂਜੀ। ਔਰ ਜਦੋਂ ਤੁਸੀਂ ਪਿੱਛੇ ਝਾਕਿਆ ਤੇ ਫਿਰ ਤੁਹਾਨੂੰ ਕੀ ਕੁਝ ਪ੍ਰਾਪਤ ਹੋਇਆ? ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਦੁਨੀਆ ਭਰ 'ਚ ਜਿਹੜੇ ਬੈਠੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਤੁਸੀਂ ਕੀ ਪ੍ਰਾਪਤ ਕੀਤਾ, ਕਿੱਥੋਂ ਸਾਰੀ ਸਾਨੂੰ ਜਾਣਕਾਰੀ। ਹਾਂਜੀ ਸਿੰਘ ਸਾਹਿਬ ਜੀ, ਇਦਾਂ ਸੀਗਾ, ਇੱਕ ਤਾਂ ਮੈਂ ਗੱਲ ਬੜੀ ਦੱਸਣੀ ਚਾਹਾਂਗਾ ਜ਼ਰੂਰੀ ਕਿ ਇਹਦੇ ਵਿੱਚ ਇਕੱਲੇ ਸਿੱਖ ਧਰਮ ਨਾਲ ਸੰਬੰਧਿਤ ਗ੍ਰੰਥ ਨਹੀਂ, ਇਹਦੇ ਵਿੱਚ ਸਨਾਤਨ ਧਰਮ ਨਾਲ ਸੰਬੰਧਿਤ ਵੀ ਗ੍ਰੰਥ ਵਾ, ਮੁਸਲਮਾਨ ਧਰਮ ਨਾਲ ਸੰਬੰਧਿਤ ਗ੍ਰੰਥ ਵੀ ਹੈਗੇ ਆ। ਜਿਵੇਂ ਕਿ ਜਿਹੜਾ ਸਾਡੇ ਸਾਹਮਣੇ ਗ੍ਰੰਥ ਪਿਆ ਆ, ਇਹ ਰਿਗਵੇਦ ਵਾ। ਅੱਛਾ, ਆ ਦਿਖਾ ਦਿਓ ਜੀ ਲਾਗੇ ਕਰਕੇ। ਇਹ ਜਿਹੜਾ ਗ੍ਰੰਥ ਪਿਆ ਹੈਗਾ ਜੀ, ਇਹ ਰਿਗਵੇਦ ਵਾ। ਇਹ ਹੈਂਡਮੇਡ ਪੇਪਰ ਆ, ਚੌਲਾਂ ਤੋਂ ਤਿਆਰ ਕੀਤਾ ਆ। ਜਿਵੇਂ ਅਸੀਂ ਰੋਟੀ ਵੇਲੀ ਦੀ ਆ ਉਸ ਤਰ੍ਹਾਂ ਤਿਆਰ ਕੀਤੇ ਜਾਂਦੇ ਸੀ ਪੇਪਰ। ਇਹ ਪੇਪਰ ਕਿਤਾਬ ਵਾਂਗੂ ਨਹੀਂ ਖੁੱਲਦਾ, ਇਹ ਪੋਥੀ ਐਦਾਂ ਖੋਲੀ ਜਾਂਦੀ ਆ। ਅੱਛਾ ਜੀ। ਇਸ ਕਰਕੇ ਇਹਦੀ ਜਿਲਦ ਨਹੀਂ ਬੰਨੀ ਗਈ। ਤੇ ਇਹ ਰਿਗਵੇਦ ਵਾ ਤਾਂ ਤਕਰੀਬਨ ਹੀ ਅੱਜ ਤੋਂ 400 ਸਾਲ ਪੁਰਾਣਾ ਹੈ ਜੀ। ਓਕੇ। ਤੇ ਇੱਧਰ ਮੈਂ ਹੋਰ ਵੀ ਦੇਖ ਰਿਹਾ ਜੀ, ਇਹ ਗੁਰਬਾਣੀ ਚਾਰੇ ਪੋਥੀਆਂ ਜਿਹੜੀਆਂ ਸਨਾਤਨ ਧਰਮ ਨਾਲ ਸੰਬੰਧਿਤ ਆ ਜੀ, ਇਹ ਰਿਗਵੇਦ ਹੋ ਗਈਆਂ। ਇਹ ਯੋਗ ਸਾਧਨਾ ਇੱਕ ਛੋਟੀ ਪੋਥੀ ਆ ਜੀ ਇਹ। ਅੱਛਾ, ਤੁਸੀਂ ਦੱਸਿਆ ਕਿ ਕਾਹਦੇ ਨਾਲ ਸੰਬੰਧਿਤ ਨੇ? ਸਨਾਤਨ ਧਰਮ ਦੇ ਨਾਲ। ਸਨਾਤਨ ਧਰਮ ਨਾਲ ਸੰਬੰਧਿਤ ਪੋਥੀਆਂ ਜੀ। ਹਾਂਜੀ, ਇਹ ਚਾਰੇ। ਪਰ ਇੱਥੇ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਸ਼ਬਦਾਵਲੀ ਜਿਹੜੀ ਹੈਗੀ ਆ। ਹਾਂਜੀ, ਦੇਖੋ ਬਹੁਤ ਸਾਰੀਆਂ ਇਹੋ ਜਿਹੀਆਂ ਪੋਥੀਆਂ ਆ ਜਿਹੜੀ ਗੁਰਬਾਣੀ ਨਾਲ ਸੰਬੰਧਿਤ ਵੀ ਆ, ਪਰ ਲਿਖੀਆਂ ਗਈਆਂ ਆ ਉਹ ਕਿਸੇ ਹਿੰਦੂ ਮਤ ਨਾਲ ਸੰਬੰਧਿਤ ਬੰਦੇ ਵੱਲੋਂ। ਉਹਨੇ ਜਦੋਂ ਤਾਂ ਲਿਖਦਾ ਸੀ ਆਪਣੇ ਸਨਾਤਨ ਧਰਮ ਨਾਲ ਸੰਬੰਧਿਤ ਕੋਈ ਪੋਥੀ, ਉਹਦੇ ਵਿੱਚ ਗੁਰੂ ਸਾਹਿਬ ਦੀ ਉਸ ਲਈ ਮੰਗਲਾਚਰਨ ਵੀ ਲਿਖ ਦਿੰਦਾ ਸੀਗਾ ਤੇ ਏਕ ਓਂਕਾਰ ਵੀ ਲਿਖ ਦਿੰਦਾ ਸੀਗਾ। ਕਈ ਸਾਡੇ ਪੁਰਾਤਨ ਪੋਥੀਆਂ ਇਹੋ ਜਿਹੀਆਂ ਮਿਲਦੀਆਂ ਜਪਜੀ ਸਾਹਿਬ ਦੀਆਂ ਕਿ ਜਿਹਦੇ ਵਿੱਚ ਉਹਨਾਂ ਨੇ ਪਹਿਲਾਂ ਓਮ ਨਮः ਸ਼ਿਵਾਏ ਤੋਂ ਲਿਖ ਕੇ ਬਾਅਦ ਸ਼ੁਰੂ ਕੀਤੀ ਆ। ਬਹੁਤ ਸਾਰੀਆਂ ਪੋਥੀਆਂ ਜੀ ਪ੍ਰਾਪਤ ਹੁੰਦੀਆਂ, ਪਰ ਕੋਈ ਐਡਾ ਕੋਈ ਖਾਸ ਮੈਟਰ ਨਹੀਂ ਹੈਗਾ ਕਿ ਕਿਉਂਕਿ ਸਾਡਾ ਤਾਂ ਇਹ ਕਿ ਅਸੀਂ ਵੱਧ ਤੋਂ ਵੱਧ ਖਜ਼ਾਨਾ ਇਕੱਠਾ ਕਰਨਾ ਹੈ, ਕਿਸੇ ਵੀ ਤਰ੍ਹਾਂ ਦਾ ਹੋਵੇ ਉਹਨੂੰ ਸਾਂਭ ਲਿਆ ਜਾਵੇ ਜੀ। ਇੱਕ ਹੋਰ ਗ੍ਰੰਥ ਦੇ ਦਰਸ਼ਨ ਦਿਖਾ ਦਿਓ ਜੀ ਸਾਰਾ, ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਹਾਂਜੀ, ਇਹਦੇ ਬਾਰੇ ਵੀ। ਹਾਂਜੀ, ਇਹ ਜੀ ਯੋਗ ਸਾਧਨਾ ਦਾ ਗ੍ਰੰਥ ਵਾ ਤੇ ਤਕਰੀਬਨ ਇਹ 18ਵੀਂ ਸਦੀ ਦਾ ਗ੍ਰੰਥ ਆ। ਇਹਦਾ ਵਜਨ 15 ਕਿਲੋ ਆ ਤੇ ਇਹ ਵੀ ਪੇਪਰ ਸਾਰਾ ਜਿਹੜਾ ਹੈਂਡਮੇਡ ਬਣਿਆ ਹੋਇਆ ਆ ਤੇ ਚੰਗੀ ਹਾਲਤ ਦਾ। ਜਦੋਂ ਅਸੀਂ ਪ੍ਰਾਪਤ ਕੀਤਾ ਸੀਗਾ ਤੇ ਇਹਦੀ ਜਿਲਦ ਬਿਲਕੁਲ ਹੀ ਖਰਾਬ ਸੀਗੀ ਤੇ ਇਹਦੀ ਪਿਛਲੇ ਹਫ਼ਤੇ ਆਪਾਂ ਜਿਲਦ ਦੁਬਾਰਾ ਬਣਾਈ ਆ। ਤੇ ਇਹ ਗ੍ਰੰਥ ਪੂਰੀ ਦੁਨੀਆ ਦੇ ਵਿੱਚ ਇੱਕੋ ਗ੍ਰੰਥ, ਦੂਸਰੇ ਨਾਲ ਦਾ ਗ੍ਰੰਥ ਨਹੀਂ ਮਿਲੂਗਾ ਕਿਤੇ ਵੀ। ਅੱਛਾ। ਹਾਂਜੀ। ਔਰ ਜਿਨ੍ਹਾਂ ਦੇ ਧਰਮ ਦੇ ਗ੍ਰੰਥ ਹੈਗੇ ਆ, ਹੋ ਸਕਦਾ ਉਹਨਾਂ ਨੂੰ ਇਹੋ ਲੱਗਦਾ ਹੋਊਗਾ ਤੁਹਾਡੀ ਗੱਲਬਾਤ ਸੁਣ ਕੇ ਕਿ ਯਾਰ ਇਹ ਸਾਡੇ ਕੋਲ ਹੁੰਦਾ, ਹਨਾ? ਹਾਂਜੀ, ਬਿਲਕੁਲ। ਬਹੁਤ ਸਾਰੇ ਵੀਰ ਇੱਥੇ ਆਉਂਦੇ ਆ ਹਿੰਦੂ ਧਰਮ ਨਾਲ ਸੰਬੰਧਿਤ ਵੀ, ਉਹ ਆ ਕੇ ਜਦੋਂ ਕਹਿੰਦੇ ਆ ਕਿ ਸਾਨੂੰ ਇਸ ਪੋਥੀ ਦਾ PDF ਤਿਆਰ ਕਰ ਦਿਓ ਤੇ ਅਸੀਂ ਇਹਨਾਂ ਦਾ ਉਤਾਰਾ ਕਰਵਾ ਕੇ ਉਹਨਾਂ ਨੂੰ ਦੇ ਦਈਦਾ ਕਿ ਤੁਸੀਂ ਸਾਂਭੋ, ਹਨਾ, ਕਿ ਸਾਨੂੰ ਤਾਂ ਇਹ ਹੈ ਕਿ ਇਸ ਚੀਜ਼ ਨੂੰ ਅੱਗੇ ਵਧਾਇਆ ਜਾਵੇ ਜੀ। ਇੱਧਰ ਹੋਰ ਆਪਾਂ ਅੱਗੇ ਆ ਜਾਂਦੇ ਹਾਂ ਜੀ। 12 ਮਾਹਾਂ ਦੀ ਆਪਾਂ ਬਾਣੀ ਵੀ ਪੜ੍ਹਦੇ ਹਾਂ ਜੀ, 12 ਮਾਹਾਂ। ਸੋ ਆਪਾਂ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ। ਹਾਂਜੀ, ਆਹ ਵੀ ਦੱਸ ਦਿਓ ਜੀ। ਹਾਂਜੀ ਜੀ, ਇਹ 12 ਮਾਹਾਂ ਪੋਥੀ ਜਿਹੜੀ ਇਹ ਪੰਜਾਬੀ ਦੇ ਵਿੱਚ ਵਾ। ਇਹ ਹੈਗੀ ਹੱਥ ਲਿਖਤ ਤੇ ਨੀਚੇ ਵਾਲੀ ਆ ਉਹ ਪੱਥਰ ਛਾਪਾ ਆ। ਹੱਥ ਲਿਖਤ ਤੇ ਪੱਥਰ ਛਾਪੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਆ। ਪਹਿਲਾਂ ਹੱਥ ਲਿਖਤ ਚ ਹੁੰਦਾ ਸੀਗਾ, ਉਸ ਤੋਂ ਬਾਅਦ ਫਿਰ ਪੱਥਰ ਛਾਪੇ ਆਏ ਆ। ਥੋੜੀ ਟੈਕਨੀਕ ਜਦੋਂ ਸੁਧਰ ਗਈ, ਫਿਰ ਪੱਥਰ ਛਾਪੇ ਤੋਂ ਬਾਅਦ ਫਿਰ ਦੁਬਾਰਾ ਕੰਪਿਊਟਰਾਈਜ਼ਡ ਮਸ਼ੀਨਾਂ ਨਾਲ ਛਪਣ ਲੱਗਿਆ ਸਰੂਪ। ਤੇ ਜਿਹੜਾ ਇਹ ਗ੍ਰੰਥ ਆ ਜੀ, ਇਹ ਧਿਆਨ ਸਿੰਘ ਡੋਗਰੇ ਦਾ ਭਰਾ ਹੋਇਆ ਗੁਲਾਬ ਸਿੰਘ ਡੋਗਰਾ ਜੀ। ਇਹ ਵਾਲਾ ਗ੍ਰੰਥ ਜੀ। ਇਹ ਗੁਲਾਬ ਸਿੰਘ ਡੋਗਰੇ ਨੇ ਕੇਸਰ ਸਿੰਘ ਤੋਂ ਲਿਖਾਈ ਹੋਈ ਗੀਤਾ ਆ ਜੀ। ਇਹਦੇ ਵਿੱਚ 22 ਫੋਟੋਆਂ ਔਰ 22 ਦੀਆਂ 22 ਫੋਟੋਆਂ ਦੇ ਵਿੱਚ ਹੀ ਸੋਨੇ ਨਾਲ ਮੀਨਾਕਾਰੀ ਕੀਤੀ ਹੋਈ ਆ ਜੀ। ਹਾਂਜੀ, 22 ਦੀਆਂ 22 ਫੋਟੋਆਂ ਜਿਹੜੀਆਂ ਤੁਸੀਂ ਦਰਸ਼ਕੋ ਦੇਖ ਰਹੇ ਹੋ, ਸੋਨੇ ਦੇ ਨਾਲ ਸਾਰੀ ਇਹ ਕੀਤੀ ਹੋਈ ਹੈ ਜੀ। ਤਸਵੀਰਾਂ ਸੋਨੇ ਦੇ ਨਾਲ ਬਣੀਆਂ ਹੋਈਆਂ ਨੇ। ਇਹ ਤਕਰੀਬਨ ਕਿੰਨੇ ਵਰੇ ਪੁਰਾਣਾ ਜੀ? ਇਹ ਤੁਸੀਂ ਹਿਸਾਬ ਲਾ ਲਓ ਜੀ। ਜੇ ਹੁਣ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੁਣੀ ਚੜ੍ਹਾਈ ਕਰ ਜਾਂਦੇ ਆ ਤੇ ਪੋਥੀ ਦੀ ਜਿਹੜੀ ਸੰਮਤ ਵਾ ਉਹ 1832 ਬਣਦੀ ਆ ਜੀ ਦੀ।
ਅੱਛਾ, ਇਹ ਤੁਹਾਨੂੰ ਕਿੱਥੋਂ ਪ੍ਰਾਪਤ ਹੋਈ, ਤੁਸੀਂ ਕਿੱਥੋਂ? ਇਹ ਸਾਨੂੰ ਜੰਮੂ ਤੋਂ ਪ੍ਰਾਪਤ ਹੋਈ ਸੀ ਜੀ। ਅੱਛਾ, ਹਾਂਜੀ ਉਹਨਾਂ ਨੇ ਤੁਹਾਨੂੰ ਆਸਾਨੀ ਨਾਲ ਹੀ ਦੇ ਦਿੱਤੇ? ਹਾਂਜੀ, ਇਦਾਂ ਸੀਗਾ, ਬਹੁਤ ਸਾਰੇ ਇਹੋ ਜਿਹਾ ਖਜ਼ਾਨਾ ਵੀ ਆ ਕਿ ਜਿਹੜੇ ਬਜ਼ੁਰਗ ਤਾਂ ਸਾਂਭਦੇ ਨੇ ਪਰ ਉਹਨਾਂ ਦੇ ਬੱਚੇ ਨਹੀਂ ਗਾਹਾਂ ਸਾਂਭਦੇ। ਸਾਨੂੰ ਇਹੋ ਜਿਹੇ ਪੋਥੀਆਂ ਵੀ ਮਿਲੀਆਂ ਜਿਹੜੀ ਲੋਕਾਂ ਨੇ ਰੱਦੀ ਤੇ ਭਾਅ ਸਿੱਟੀਆਂ ਹੋਈਆਂ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕੀ ਆ, ਤੇ ਗਾਹਾਂ ਬੱਚਿਆਂ ਨੂੰ ਸ਼ੌਂਕ ਨਹੀਂ ਹੈਗਾ, ਉਹ ਇੱਕ ਆਮ ਗੁਟਕਾ ਸਾਹਿਬ ਰੱਖ ਕੇ ਪੇਟੀ ਵਿੱਚ ਰੱਖੀ ਰੱਖਦੇ ਆ। ਇਹ ਵੀ ਕਈ ਸਾਲ ਬੰਦ ਰਹੀ, ਦਾ ਪ੍ਰਕਾਸ਼ ਨਹੀਂ ਹੋਇਆ, ਇਸ ਕਰਕੇ ਇਹਦੀ ਹਾਲਤ ਜਿਹੜੀ ਖਸਤਾ ਹੋ ਗਈ ਆ, ਤੇ ਇਹਨੂੰ ਹੁਣ ਕੀੜਾ ਲੱਗਾ ਹੋਇਆ ਸੀ, ਆਪਾਂ ਬਿਲਕੁਲ ਸਾਫ਼ ਕਰ ਦਿੱਤੀ, ਹੁਣ ਬਿਲਕੁਲ ਠੀਕ ਹੈ, ਗਾਹਾਂ ਖਰਾਬ ਨਹੀਂ ਹੋਊਗੀ। ਇਦਾਂ ਹੀ ਹੋਰ ਵੀ ਅੱਗੇ ਹੈਗੀਆਂ ਜੀ ਪੋਥੀਆਂ ਵੀ, ਛੋਟੇ ਛੋਟੇ ਟਰੈਕਟ ਹੈਗੇ ਨੇ। ਇਹ ਜਿਹੜਾ ਸਾਰਾ ਖਜ਼ਾਨਾ ਹੈਗਾ ਜੀ, ਕਈ ਵਾਰ ਆਖਿਆ ਜਾਂਦਾ ਹੈਗਾ ਕਿ ਪਿੱਛੇ ਜ਼ਰੂਰ ਝੱਕਣਾ ਚਾਹੀਦਾ ਹੈਗਾ, ਆਪਣਾ ਜਿਹੜਾ ਪੁਰਾਤਨ ਵਿਰਸਾ ਹੈਗਾ ਆ ਉਹਦੇ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਆ, ਅੱਗੇ ਵੀ ਜ਼ਰੂਰ ਵਧਣਾ ਚਾਹੀਦਾ ਹੈਗਾ, ਪਰ ਜਿਹੜਾ ਪਿੱਛੇ ਜਿਹੜਾ ਤੁਹਾਡਾ ਪਿਛੋਕੜ ਹੈਗਾ ਉਹ ਜਿੱਥੇ ਜੜ੍ਹਾਂ ਹੁੰਦੀਆਂ ਨੇ ਉਹਦੇ ਨਾਲ ਵੀ ਜ਼ਰੂਰ ਜੁੜ ਕੇ ਰਹਿਣ ਦੀ ਗੱਲ ਆਮ ਕਰਕੇ ਕੀਤੀ ਜਾਂਦੀ ਆ। ਹੋਰ ਪੋਥੀਆਂ ਹੈਗੀਆਂ ਨੇ ਜੀ। ਇਹ ਨਿਰਮਲਾ ਸੰਪਰਦਾ ਨਾਲ ਸੰਬੰਧਿਤ ਪੋਥੀ ਆ ਜੀ। ਤਕਰੀਬਨ ਤੁਹਾਡੇ ਸਾਹਮਣੇ 12 ਕੁ ਪੋਥੀਆਂ ਪਈਆਂ, ਪਰ ਇਹ ਪੋਥੀ ਇੱਕੋ ਹੀ ਸੀਗੀ। ਜਦੋਂ ਸਾਨੂੰ ਪ੍ਰਾਪਤ ਹੋਈ ਇਹ ਬਹੁਤ ਖਸਤਾ ਹਾਲਤ ਵਿੱਚ ਫਟੀ ਹੋਈ ਸੀ, ਤੇ ਸਾਨੂੰ ਸਾਰਿਆਂ ਦੀ ਫਿਰ ਅਲੱਗ-ਅਲੱਗ ਸਾਨੂੰ ਜਿਲਦ ਬਣਾਉਣੀ ਪਈ, ਪਰ ਪੋਥੀ ਇੱਕੋ ਆ, ਪਰ ਇਹਦੇ ਪੀਸ 12 ਬਣੇ ਆ। ਅੱਛਾ, ਪੋਥੀ ਇੱਕੋ ਹੀ ਹੈ ਤੇ ਇਹ 12 ਜਿਹੜੇ ਸੈੱਟ ਹੈਗੇ ਨੇ ਉਹ ਤਿਆਰ ਹੋ ਗਏ ਨੇ ਜੀ। ਤੇ ਇੱਧਰ ਭਾਈ ਸਾਹਿਬ ਅੱਗੇ ਆ ਸ਼ਬਦਾਵਲੀ ਜਿਹੜੀ ਹੈਗੀ ਆ, ਇਹ ਮੇਰਾ ਖਿਆਲ ਆ ਸੰਸਕ੍ਰਿਤ ਜੀ, ਸੰਸਕ੍ਰਿਤ ਆ। ਹਾਂਜੀ, ਇਹ ਸਾਰੀਆਂ ਜਿਹੜੀਆਂ ਪੋਥੀਆਂ ਆ ਇਹ ਸਾਰੀਆਂ ਸਨਾਤਨ ਧਰਮ ਦੀਆਂ ਸੰਸਕ੍ਰਿਤ ਨਾਲ ਸੰਬੰਧਿਤ ਪੋਥੀਆਂ ਆ ਜੀ, ਤੇ ਇਹ ਵਿੱਚ ਹੀ ਰਿਗਵੇਦ ਦੀਆਂ ਆ ਤੇ ਵਿੱਚ ਹੀ ਸਾਮਵੇਦ ਦੀਆਂ ਆ ਜੀ। ਭਾਈ ਸਾਹਿਬ, ਮੈਨੂੰ ਲੱਗਦਾ ਕਿ ਅੱਜ ਬਹੁਤ ਸਾਰੀ ਸੰਗਤ ਇੱਥੇ ਆਈ ਹੋਊਗੀ, ਜਿਨ੍ਹਾਂ ਵਿੱਚ ਸਿੱਖ ਗੈਰ ਸਿੱਖ ਵੀ ਹੋਣਗੇ, ਔਰ ਸਾਰਿਆਂ ਨੇ ਜ਼ਰੂਰ ਲਾਹਾ ਲਿਆ ਹੋਊਗਾ। ਅੱਜ ਕੋਈ ਇਦਾਂ ਦਾ ਸ਼ਖਸ ਵੀ ਹੈ ਜੇ ਕਿਸੇ ਨੇ ਤੁਹਾਡੇ ਤੇ ਇਤਰਾਜ਼ ਕੀਤਾ ਹੋਵੇ ਕਿ ਇੱਥੇ ਗੁਰੂ ਘਰ ਦੇ ਵਿੱਚ ਤੁਸੀਂ ਹਿੰਦੂ ਧਰਮ ਨਾਲ ਸੰਬੰਧਿਤ ਪੋਥੀਆਂ ਕਿਉਂ ਰੱਖੀਆਂ ਨੇ ਪ੍ਰਦਰਸ਼ਨੀ 'ਚ? ਹਾਂਜੀ, ਸਵੇਰੇ 3-4 ਆਏ ਸੀ ਬੰਦੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਗੁਰੂ ਘਰ ਅੰਦਰ ਰਮਾਇਣ ਦਾ ਪ੍ਰਕਾਸ਼ ਕਿਉਂ ਕੀਤਾ ਆ ਜੀ। ਤੇ ਮੈਂ ਕਿਹਾ ਦੇਖੋ ਜੀ, ਜੇ ਤਾਂ ਅਸੀਂ ਆਪਣਾ ਹੁਣ ਸਾਡਾ ਜਿਹੜਾ ਸੱਭਿਆਚਾਰ ਪੰਜਾਬ ਦਾ ਉਹ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਨਹੀਂ, ਸਾਡੇ ਸੱਭਿਆਚਾਰ ਦਾ ਜਿਹੜਾ ਦਾਇਰਾ ਬਹੁਤ ਵਿਸ਼ਾਲ ਆ, ਉਹਦੇ ਵਿੱਚ ਜਿੱਦਾਂ ਅਸੀਂ ਸਤਿਕਾਰ ਦੂਜੇ ਗ੍ਰੰਥ ਦਾ ਕਰਨਾ ਤੇ ਉਹਨਾਂ ਦਾ ਵੀ ਕਰਨਾ ਹੈ, ਕਿਉਂ ਗੁਰੂ ਸਾਹਿਬ ਨੇ ਕਿਹਾ 52 ਹੁਕਮਾਂ ਦੇ ਵਿੱਚੋਂ ਮੇਰੇ ਖਿਆਲ 'ਚ 31ਵਾਂ ਹੁਕਮ ਆ ਕਿ ਤੁਸੀਂ ਦੂਸਰੇ ਧਰਮ ਦੇ ਗ੍ਰੰਥ ਪੁਸਤਕ ਵੀ ਪੜ੍ਹਨੇ ਆ, ਤੇ ਉਸੇ ਵਿਸ਼ੇ ਦੇ ਤਹਿਤ ਅਸੀਂ ਸਾਰੇ ਇਹਨਾਂ ਦੀ ਸੇਵਾ ਸੰਭਾਲ ਕਰ ਰਹੇ ਹਾਂ। ਜੇ ਕੋਈ ਹੋਰ ਨਹੀਂ ਕਰਦਾ ਆਪਾਂ ਕਿਉਂ ਨਾ ਕਰੀਏ, ਹੈ ਨਾ। ਮੈਨੂੰ ਲੱਗਦਾ ਕਿ ਜਿਹੜੇ ਗੈਰ ਸਿੱਖ ਹੈਗੇ ਨੇ, ਹਿੰਦੂ ਭਾਈਚਾਰੇ ਦੇ ਲੋਕ, ਇੱਥੇ ਤਰੇੜਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਸਿੱਖ ਨੇ, ਹਿੰਦੂ ਨੇ, ਸੋ ਇਦਾਂ ਦੀਆਂ ਗੱਲਾਂ ਪਤਾ ਹੁੰਦੀਆਂ ਨੇ। ਉਹ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾ ਦੇਣਾ ਹੈਗਾ, ਇਦਾਂ ਦੀਆਂ ਗੱਲਾਂ ਉਹਨਾਂ ਵੱਲੋਂ। ਪਰ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀ ਮੈਨੂੰ ਲੱਗਦਾ ਕਿ ਜ਼ਰੂਰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਸ ਤੋਂ ਬਾਅਦ ਜਿਹੜੇ ਗੁਰੂ ਕੇ ਪਿਆਰੇ ਸਿੱਖ ਖਾਲਸਾ ਰਾਜ ਵੀ ਇੱਥੇ ਰਿਹਾ ਹੈਗਾ। ਅੱਜ ਵੀ ਗੁਰੂ ਕੇ ਪਿਆਰੇ ਸਿੱਖ ਜਦੋਂ ਸੇਵਾ ਕਰਦੇ ਆ ਤਾਂ ਉਹ ਬਿਨਾਂ ਕਿਸੇ ਭੇਦਭਾਵ ਤੋਂ ਹਰ ਇੱਕ ਦੀ ਸੇਵਾ ਕਰਦੇ ਆ। ਪੁਰਾਤਨ ਗ੍ਰੰਥਾਂ ਦੀ ਜਿਹੜੀ ਸੰਭਾਲ ਹੈਗੀ ਆ, ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਨਹੀਂ ਹੈਗੇ, ਜਿਨ੍ਹਾਂ ਦਾ ਖੰਡਨ ਵੀ ਗੁਰਬਾਣੀ ਵਿੱਚ ਭਾਵੇਂ ਕੀਤਾ ਗਿਆ ਹੈਗਾ, ਪਰ ਉਹ ਵੀ ਗ੍ਰੰਥ ਇੱਥੇ ਗੁਰੂ ਕੇ ਪਿਆਰੇ ਸਿੱਖਾਂ ਨੇ ਸਾਂਭ ਕੇ ਰੱਖੇ ਹੋਏ ਨੇ। ਸੰਸਕ੍ਰਿਤ ਵਿੱਚ ਹੈਗਾ ਜੀ ਇਹ ਸਾਰਾ ਕੁਝ। ਇਸ ਤੋਂ ਅੱਗੇ ਹੋਰ ਵੀ ਹੈਗਾ ਕਾਫੀ ਕੁਝ, ਮੈਂ ਤੁਹਾਨੂੰ ਉਹ ਵੀ ਦਿਖਾਊਂਗਾ, ਔਰ ਵੀਰ ਦੇ ਕੋਲ ਆਪਾਂ ਸਾਰੀ ਜਾਣਕਾਰੀ ਲਵਾਂਗੇ। ਆ ਵੀ ਸ਼ਬਦਾਵਲੀ ਮੈਨੂੰ ਲੱਗਦਾ ਜੀ ਸੰਸਕ੍ਰਿਤ ਸਾਰੇ ਜੀ ਸਨਾਤਨ ਧਰਮ ਦੇ ਤੇ ਸੰਸਕ੍ਰਿਤ ਦੀਆਂ ਪੋਥੀਆਂ ਜੀ। ਇਹਦੇ ਵਿੱਚ ਇੱਕ 10 ਗ੍ਰੰਥ ਦੀ ਛੋਟੀ ਪੋਥੀ ਆ ਜੀ, ਤੇ ਇਹਦੇ ਵਿੱਚ 10 ਗ੍ਰੰਥ ਇਹ ਸੰਪੂਰਨ ਸੀਗਾ, ਪਰ ਜਿੱਥੋਂ ਸਾਨੂੰ ਪ੍ਰਾਪਤ ਹੋਇਆ ਸੀ ਇਹਦੀ ਹਾਲਤ ਬਹੁਤ ਬਿਰਧ ਸੀਗੀ, ਤੇ ਅੱਧਾ ਹੀ ਸੀਗਾ, ਤੇ ਹੁਣ ਇਹ ਅੱਧਾ ਆ ਜੀ। ਤਕਰੀਬਨ 200 ਇਹ 54 ਤੋਂ ਸ਼ੁਰੂ ਹੁੰਦਾ ਆ। ਅੱਛਾ, ਇਹਦੇ ਬਾਰੇ ਵੀ ਕੋਈ ਜਾਣਕਾਰੀ ਹੈ ਵੀ ਇਹ ਕਿੰਨੇ ਵਰੇ ਪੁਰਾਣਾ ਹੋਊਗਾ? ਇਹ ਹੈਗਾ ਤਕਰੀਬਨ ਜੀ 1850 ਦੇ ਲੱਗੇ ਦਾ ਜੀ। ਇਹ ਜੀ 1850 ਦੇ ਲੱਗੇ ਦਾ ਜੀ। ਇਸ ਤੋਂ ਅੱਗੇ ਹੋਰ ਇੱਕ ਬੜੀ ਮਹੱਤਵਪੂਰਨ ਜੀ ਇੱਕ ਚੀਜ਼ ਬੜੀ ਖਿੱਚ ਦਾ ਕੇਂਦਰ ਹੈ ਜੀ, ਮੈਨੂੰ ਲੱਗਦਾ ਜੀ। ਇਹ ਤਾੜ ਪੱਤਰ ਵਾ ਜੀ। ਜਦੋਂ ਦੁਨੀਆ ਦੇ ਉੱਪਰ ਕਾਗਜ਼ ਦੀ ਹੋਂਦ ਨਹੀਂ ਸੀ ਹੋਈ, ਉਸ ਟਾਈਮ ਲੋਕੀ ਜਿਹੜੀ ਬਾਣੀ ਆ ਜਾਂ ਕੁਝ ਚੀਜ਼ ਆ ਉਹ ਪਾਮ ਟਰੀ ਦੇ ਉੱਪਰ ਲਿਖਦੇ ਹੁੰਦੇ ਸੀ। ਇਹ ਪਾਮ ਟਰੀ ਦੀ ਛਿੱਲ ਦੇ ਉੱਪਰ ਲਿਖੀ ਹੋਈ ਅੱਜ ਤੋਂ 1000 ਸਾਲ ਪੁਰਾਣੀ ਰਮਾਇਣ ਆ ਜੀ। ਓਕੇ, ਅੱਜ ਤੋਂ 1000 ਸਾਲ ਪੁਰਾਣੀ ਰਮਾਇਣ ਜਿਹੜੀ ਹੈਗੀ ਆ, ਪਾਮ ਦੇ ਦਰਖਤ ਜਿਹੜੇ ਹੈਗੇ ਨੇ ਉਹਦੇ ਪੱਤੇ ਆ ਜੀ ਨਾ ਜੀ, ਛਿੱਲ ਉਹਦੀ ਜੀ, ਉਹਦੀ ਛਿੱਲ ਜਿਹੜੀ ਹੈਗੀ ਆ, ਛਿੱਲ ਦੇ ਉੱਪਰ ਲਿਖੀ ਹੋਈ ਆ ਜੀ। ਇਹ ਵੀ ਸੇਮ ਉਹੀ ਚੀਜ਼ ਆ, ਤੇ ਇਹਦੇ ਉੱਪਰ ਲਿਖਿਆ ਆ ਘਰੋੜ ਕੇ ਜਾਂਦਾ ਸੀਗਾ। ਮਤਲਬ ਇਹ ਜਿਹੜੀ ਲਿਖੀ ਹੋਈ ਆ ਇਹ ਵਿੱਚ ਖੁੱਬੀ ਹੋਈ ਆ, ਇਹਦੇ ਵਿੱਚ ਜਦੋਂ ਦੁੱਧ ਜਾਂ ਨਿਕਲਦਾ ਸੀ ਉਹ ਜੰਮ ਜਾਂਦਾ ਸੀਗਾ। ਅੱਛਾ, ਮਤਲਬ ਇਹ ਸ਼ਾਈ ਨਾਲ ਨਹੀਂ ਲਿਖਿਆ ਜਾਂਦਾ, ਇਹਨੂੰ ਕੋਰ ਕੇ ਲਿਖਿਆ ਜਾਂਦਾ ਸੀਗਾ। ਅੱਛਾ, ਆ ਜਿਹੜੇ ਜਿੰਨਾ ਜੋ ਵੀ ਹੈਗਾ ਇਹਨੂੰ ਇਹਦਾ ਘਰੋੜ ਕੇ ਲਿਖਿਆ ਹੋਇਆ ਇਦਾਂ, ਹੈ ਨਾ ਜੀ? ਹਾਂਜੀ ਹਾਂਜੀ, ਬਿਲਕੁਲ ਘਰੋੜ ਕੇ ਲਿਖਿਆ ਹੋਇਆ, ਸ਼ਾਈ ਨਾਲ ਨਹੀਂ ਲਿਖਦੇ। ਇਹਦੇ ਕੋਈ ਤਿੱਖੀ ਚੀਜ਼ ਲੈ ਕੇ ਤਾਂ ਐਦੇ ਫੇਰਦੇ ਰਹੇ, ਜਿੱਦਾਂ ਕੇਲੇ ਦਾ ਦਰਖਤ ਹੁੰਦਾ, ਕੇਲੇ ਦਰਖਤ ਉੱਪਰ ਕੋਈ ਚੀਜ਼ ਮਾਰੀਏ ਤਾਂ ਉੱਥੋਂ ਕਾਲਾ ਫਿਰ ਜਾਂਦਾ, ਵਿੱਚ ਖੁੱਭ ਜਾਂਦਾ, ਉਸ ਹਿਸਾਬ ਨਾਲ ਇਹ ਚੀਜ਼ ਸੀ ਲਿਖੀ ਗਈ ਆ ਜੀ। ਮੈਨੂੰ ਲੱਗਦਾ ਕਿ ਬੜਾ ਦਰਸ਼ਕੋ ਤੁਸੀਂ ਲਾਹਾ ਲੈ ਰਹੇ ਹੋਵੋਗੇ, ਆਸ ਕਰਦਾ। ਇਦਾਂ ਹੀ ਹੋਰ ਅੱਗੇ ਛੋਟੇ ਛੋਟੇ ਗ੍ਰੰਥ ਹੈਗੇ ਨੇ ਜੀ। ਹਾਂਜੀ, ਇਹ ਇੱਕੋ ਹੀ ਪੋਥੀ ਆ, ਪਰ ਜਦੋਂ ਸਾਨੂੰ ਪ੍ਰਾਪਤ ਹੋਈ ਸੀ ਤਾਂ ਉਸ ਉਹਨਾਂ ਬਜ਼ੁਰਗਾਂ ਦੇ ਕੋਲ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ, ਸਾਨੂੰ 2 ਜਿਲਦਾਂ ਕਰਨੀਆਂ ਪਈਆਂ। ਤੇ ਆਹ ਦੁਨੀਆ ਦੀ ਸਭ ਤੋਂ ਛੋਟੇ ਆਕਾਰ ਦੀ ਕੁਰਾਨ ਸ਼ਰੀਫ ਆ। ਦੁਨੀਆ ਦੇ ਵਿੱਚ ਇਹਦੇ ਨਾਲ ਛੋਟੀ ਕੁਰਾਨ ਸ਼ਰੀਫ ਕੋਈ ਵੀ ਹੈ ਨਹੀਂ ਗੀ, ਤੇ ਇਹਨੂੰ ਲੈਂਸ ਦੇ ਨਾਲ ਪੜ੍ਹਿਆ ਜਾਂਦਾ, ਤੇ ਨਾਲ ਚਾਂਦੀ ਦੀ ਡੱਬੀ ਆ ਜਿਹਦੇ ਵਿੱਚ ਇਹਨੂੰ ਪਾ ਕੇ ਰੱਖਿਆ ਜਾਂਦਾ ਹੈ। ਫਸਟ ਵਰਲਡ ਵਾਰ ਦੇ ਵਿੱਚ ਜਦੋਂ ਸਿੱਖ ਫੌਜੀਆਂ ਨੇ ਮੁੱਦਾ ਉਠਾਇਆ ਸੀ ਕਿ ਜਦੋਂ ਅਸੀਂ ਕਿਸੇ ਜੰਗ ਦੀ ਮੁਹਿੰਮ ਤੇ ਜਾਣਾ ਹੁੰਦਾ ਸੀ, ਆਪਣਾ ਇਸ਼ਟ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਲੈ ਕੇ ਜਾਣਾ ਚਾਹੁੰਦੇ ਆ। ਫਿਰ
ਫਸਟ ਵਰਲਡ ਵਾਰ ਦੇ ਵਿੱਚ ਤਾਂ ਫੌਜੀਆਂ ਨੂੰ ਆਪਣਾ ਨਹੀਂ ਸੀ ਪਤਾ ਅਸੀਂ ਬਚਣਾ ਕਿ ਜਿਉਣਾ ਹਨਾ। ਫਿਰ ਜਰਮਨ ਟੈਕਨੀਕ ਦੇ ਨਾਲ ਉਹਨਾਂ ਨੇ 1 ਇੰਚ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਕੀਤਾ, 1 ਇੰਚ ਦੀ ਗੀਤਾ ਤੇ 1 ਇੰਚ ਦੀ ਉਹਨਾਂ ਨੇ ਕੁਰਾਨ ਸ਼ਰੀਫ ਤਿਆਰ ਕੀਤੀ ਸੀ। ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਸੀਗਾ ਉਹ ਸਿੱਖ ਫੌਜੀ ਆਪਣੀ ਦਸਤਾਰ ਦੇ ਵਿੱਚ ਸਜਾ ਲੈਂਦੇ ਸੀਗੇ ਤੇ ਇਹਨੂੰ ਜਿਹੜੇ ਮੁਸਲਮਾਨ ਫੌਜੀ ਸੀਗੇ ਉਹ ਆਪਣੇ ਗਲ ਵਿੱਚ ਪਾ ਲੈਂਦੇ ਸੀ। ਹਾਲੇ ਵੀ ਲੋਕਟ ਬਣਿਆ ਹੋਇਆ, ਚਾਂਦੀ ਦੀ ਡੱਬੀ ਆ ਜੀ। ਮਤਲਬ ਇਹ ਕਿਤੇ ਮੈਨੂੰ ਲੱਗਦਾ ਨਹੀਂ ਹੁਣ ਕਿਤੇ ਮਿਲ ਸਕਦਾ, ਕਿਤੇ ਉੱਧਰ ਕਿਤੇ ਜੀ। ਮੈਨੂੰ ਇਹ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ ਜੀ? ਇਹ ਸਾਨੂੰ ਤਕਰੀਬਨ ਬਠਿੰਡੇ ਵਾਲੇ ਇਲਾਕੇ 'ਚ ਸਾਨੂੰ ਪ੍ਰਾਪਤ ਹੋਇਆ ਸੀਗਾ ਜੀ। ਤੇ ਜਿਹੜੇ ਨਾਲ ਦੀਆਂ ਪੋਥੀਆਂ ਪਈਆਂ ਆ ਉਹ ਤਕਰੀਬਨ ਨਵੀਆਂ ਆ ਜੀ, ਨਿਤਨੇਮ ਦੀ ਆ ਤੇ ਸੁਖਮਨੀ ਸਾਹਿਬ ਦੇ ਵਿੱਚ ਸੰਪੂਰਨ ਆ, ਪਰ ਉਹ ਨਵੀਆਂ ਆ, ਪਰ ਹੈ ਉਹ ਰੇਅਰ ਆ। ਠੀਕ ਹੈ ਜੀ। ਦਰਸ਼ਕੋ, ਤੁਸੀਂ ਮੈਨੂੰ ਲੱਗਦਾ ਕਿ ਇੱਧਰ ਆਪਣੇ ਹੋਲੀ ਬਾਈਬਲ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦੇ ਦਿਓ। ਹਾਂਜੀ, ਇਹ ਹੋਲੀ ਬਾਈਬਲ ਇਹ ਵੀ ਨਵੀਂ ਲਿਖੀ ਗਈ ਆ, ਇੰਗਲੈਂਡ ਦੇ ਵਿੱਚ ਤਿਆਰ ਹੋਈ ਸੀ ਇਹ। ਤੇ ਇਹ ਤਕਰੀਬਨ ਇਹਦਾ ਸਾਈਜ਼ ਵੀ 1 ਇੰਚ ਦਾ ਆ ਤੇ ਇਹ ਵੀ ਮੁੜ ਕੇ ਕਦੀ ਮਿਲੀ ਨਹੀਂ, ਇੱਕ ਵਾਰੀ ਛਪੀ ਸੀ ਜਿੱਦਾਂ ਜੀ। ਠੀਕ ਆ ਜੀ। ਇੱਧਰ ਹੋਰ ਅੱਗੇ ਆ ਜਾਓ ਜੀ, ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਇੱਥੇ ਸਾਰਾ ਲਿਖ ਕੇ ਰੱਖਿਆ ਹੋਇਆ ਜੀ ਅੱਜ, ਕਿਉਂਕਿ ਅੱਜ ਇੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਸੀਗੀਆਂ। ਸਨਾਤਨ ਧਰਮ ਨਾਲ ਸੰਬੰਧਿਤ 18ਵੀਂ ਸਦੀ ਦੀ ਪੋਥੀ ਸਾਰਾ ਅੱਜ ਬਹੁਤ ਸਾਰੇ ਦਰਸ਼ਕਾਂ ਨੇ ਲਾਹਾ ਲਿਆ। ਮੇਰੀ ਮਨ ਦੀ ਇੱਛਾ ਸੀਗੀ ਕਿ ਮੈਂ ਜੋ ਉਚੇਚੇ ਤੌਰ ਤੇ ਸਿਰਫ ਇੱਥੇ ਆਪਣੇ ਜਿੰਨੇ ਦੁਨੀਆ ਭਰ ਵਿੱਚ ਬੈਠੇ ਲੋਕ ਹੈਗੇ ਨੇ, ਪੰਜਾਬ ਦੇ ਜਾਂ ਗੈਰ ਪੰਜਾਬੀ, ਸਾਰੇ ਵੱਧ ਤੋਂ ਵੱਧ ਲਾਹਾ ਲੈ ਸਕਣ ਇਹਨਾਂ ਸਾਰੀਆਂ ਚੀਜ਼ਾਂ ਦਾ ਜੀ। ਇਹ 18ਵੀਂ ਸਦੀ ਦੀ ਪੋਥੀ ਤਕਰੀਬਨ 1810 ਦੇ ਵਿੱਚ ਲਿਖੀ ਗਈ ਰਮਾਇਣ ਆ, ਪੰਜਾਬੀ ਵਿੱਚ ਲਿਖੀ ਗਈ ਆ ਜੀ। ਇਹਦੇ ਪਿੱਛੇ ਸ਼ਲੋਕ ਵੀ ਲਿਖੇ ਹੋਏ ਆ ਤੇ ਇਹਦਾ ਪੇਪਰ ਵੀ ਹੈਂਡਮੇਡ ਆ ਤੇ ਇਹਦੀ ਜਿਲਦ ਨਾ ਹੋਣ ਕਰਕੇ ਤਕਰੀਬਨ ਸਾਨੂੰ ਪਹਿਲਾਂ ਇਹਦੀ ਬਹੁਤ ਪ੍ਰੋਬਲਮ ਆਈ ਸੀ, ਪਰ ਹੁਣ ਆਪਾਂ ਇਹਦੇ ਉੱਪਰ ਪ੍ਰੀਜ਼ਰਵ ਇਹਨੂੰ ਕਰ ਰਹੇ ਹਾਂ ਤੇ ਹੁਣ ਇਹਨੂੰ ਕੈਮੀਕਲ ਦੇ ਨਾਲ ਇਹਦੇ ਪੇਪਰ ਆਪਾਂ ਦੁਆਰਾ ਤਿਆਰ ਕਰ ਲਿਆ ਤੇ ਹੁਣ ਇਹਦੀ 100-150 ਸਾਲ ਦੀ ਬੁਨਿਆਦ ਹੋਰ ਵੱਧ ਚੁੱਕੀ ਆ ਤੇ ਹੁਣ ਨਹੀਂ ਖਰਾਬ ਹੋਊਗੀ ਜੀ। ਅੱਛਾ, ਇਹਨੂੰ ਸਾਰੇ ਕਾਸੇ ਦੀ ਸਾਂਭ ਸੰਭਾਲ ਕਰਨ ਤੇ ਵੀ ਬੜੀ ਮਿਹਨਤ ਆਉਂਦੀ ਹੋਊਗੀ, ਹੈ ਨਾ ਜੀ? ਹਾਂਜੀ ਹਾਂਜੀ, ਬਿਲਕੁਲ। ਦੇਖੋ ਜਿੱਦਾਂ ਹੁਣ ਨਾ ਪਹਿਲਾਂ ਇੱਕ ਸਿਆਣੇ ਦਾ ਮੱਤ ਹੁੰਦਾ ਸੀ ਕਿ ਕੋਈ ਵੀ ਪੋਥੀ ਆ ਜਦੋਂ ਅਸੀਂ ਉਹਨੂੰ ਲਾਲ ਕੱਪੜੇ ਵਿੱਚ ਬੰਨ੍ਹਦੇ ਉਹਨੂੰ ਕੀੜਾ ਘੱਟ ਲੱਗਦਾ। ਜਿੱਦਾਂ ਆਪਾਂ ਦੇਖੀਏ ਜਿਹੜੀਆਂ ਲਾਹਲਿਆਂ ਦੀਆਂ ਬੇਹੀ ਖਾਤੇ ਉਹ ਵੀ ਲਾਲ ਦੇ ਕੱਪੜੇ ਦੇ ਵਿੱਚ ਹੁੰਦੇ ਆ। ਇਸੇ ਤਰ੍ਹਾਂ ਜ਼ਿਆਦਾਤਰ ਪੋਥੀਆਂ ਦੀ ਲਾਲ ਜਿਲਦ ਹੁੰਦੀ ਸੀ। ਪਰ ਜਦੋਂ ਕਈ ਸੌ ਸਾਲ ਤੱਕ ਪੋਥੀ ਦਾ ਪ੍ਰਕਾਸ਼ ਨਹੀਂ ਸੀ ਕੀਤਾ ਜਾਂਦਾ ਤੇ ਉਹ ਸਲਾਬੇ ਨਾਲ ਜਾਂ ਕੀੜਾ ਲੱਗਣ ਨਾਲ ਖਰਾਬ ਹੋ ਜਾਂਦਾ ਸੀ। ਜਿਵੇਂ ਹੁਣ ਇੱਕ ਆਹ ਪੋਥੀ ਸਾਨੂੰ ਪਿੱਛੇ ਜੇ ਪ੍ਰਾਪਤ ਹੋਈ ਸੀਗੀ ਜੀ, ਹੈਗੀ ਤਾਂ ਇਹ ਸਨਾਤਨ ਧਰਮ ਦੀ ਆ, ਪਰ ਇਹਨੂੰ ਕੀੜਾ ਇੰਨਾ ਕਿ ਜ਼ਿਆਦਾ ਲੱਗ ਚੁੱਕਿਆ ਕਿ ਹੁਣ ਇਹ ਸੰਭਾਲਣੀ ਬਹੁਤ ਮੁਸ਼ਕਿਲ ਆ। ਪਰ ਇਹਦੇ ਉੱਪਰ ਸਾਡੀ ਰਿਸਰਚ ਚੱਲ ਰਹੀ ਆ। ਇੱਕ ਦੋ ਮੇਰੇ ਵੀਰ ਹੈਗੇ ਜਿਨ੍ਹਾਂ ਦਾ ਤਜਰਬਾ ਪਿਛਲੇ 8-10 ਸਾਲਾਂ ਦਾ ਹੈਗਾ ਆ ਕਿ ਇਹਨੂੰ ਅਸੀਂ ਕੈਮੀਕਲ ਦੇ ਨਾਲ ਦੁਆਰਾ ਜਿਲਦਾ ਬਣ ਕੇ ਆਪਾਂ ਇਹਨੂੰ ਸਾਂਭ ਸੰਭਾਲ ਕਰ ਰਹੇ ਹਾਂ ਜੀ। ਇਹ ਭਾਈ ਸੰਤੋਖ ਸਿੰਘ ਚੂੜਾਮਣੀ ਉਹਨਾਂ ਨੇ ਗ੍ਰੰਥ ਲਿਖਿਆ ਸੀ, ਸ੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਜੀ। ਇਹ ਉਹਦੇ ਨਾਲ ਦਾ ਜਿਹੜਾ ਪਹਿਲਾ ਗ੍ਰੰਥ ਵਾ ਨਾਨਕ ਪ੍ਰਕਾਸ਼ ਆ, ਇਹਦੇ ਵਿੱਚ ਪਹਿਲੀ ਪਾਤਸ਼ਾਹੀ ਦਾ ਇਤਿਹਾਸ ਵਾ। ਇਹਦੀ ਜਿਹੜੀ ਸੰਮਤ ਵਾ 1881 ਸਨ ਦਾ ਜੀ। ਇਹ 1881 ਸਨ ਦਾ। ਇੱਧਰ ਭਾਈ ਸਾਹਿਬ ਹੋਰ ਜਿਵੇਂ ਆਪਾਂ ਪਿੱਛੇ ਦੇਖ ਕੇ ਆਏ ਸੀ ਫੋਟੋਆਂ ਸਮੇਤ। ਹਾਂਜੀ ਹਾਂਜੀ, ਇਹ 5 ਬਾਣੀਆਂ ਦੀ ਪੋਥੀ ਆ ਜੀ। ਇਹ ਤਕਰੀਬਨ ਜਿਹੜੀ ਇਹਦੇ ਵਿੱਚ ਲਿਖਾਈ ਹੋਈ ਆ ਉਹਦੇ ਵਿੱਚ ਸੋਨਾ ਮਿਕਸ ਕੀਤਾ ਹੋਇਆ ਸੀਗਾ ਜੀ। ਸੋਨਾ ਸਿਹਾਈ ਵਿੱਚ ਇਸ ਕਰਕੇ ਮਿਕਸ ਕਰਦੇ ਹੁੰਦੇ ਸੀਗੇ ਕਿ ਸੋਨੇ ਨੂੰ ਕੋਈ ਵੀ ਵੈਦਰ ਇਫੈਕਟ ਨਹੀਂ ਕਰਦਾ ਹੈਗਾ ਜੀ। ਤੇ ਇਹਦੇ ਵਿੱਚ ਤਕਰੀਬਨ 10 ਪਾਤਸ਼ਾਹਾਂ ਦੀ ਫੋਟੋਆਂ ਵੀ ਬਣੀਆਂ ਹੋਈਆਂ ਤੇ ਵਿੱਚ ਸੋਨੇ ਨਾਲ ਮੀਨਾਕਾਰੀ ਵੀ ਕੀਤੀ ਹੋਈ ਆ। ਪਰ ਜ਼ਿਆਦਾ ਸਮਾਂ ਬੰਦ ਰਹਿਣ ਕਰਕੇ ਸਲਾਬੇ ਕਰਕੇ ਇੱਕੋ ਹੀ ਫੋਟੋ ਸਾਫ਼ ਦਿਖ ਰਹੀ ਹੈ, ਬਾਕੀ ਸਾਰੀਆਂ ਜੁੜ ਚੁੱਕੀਆਂ ਆ। ਅੱਛਾ, ਹੁਣ ਮੈਨੂੰ ਲੱਗਦਾ ਕਿ ਕਈ ਸੱਜਣ ਦੇ ਮਨ 'ਚ ਸਵਾਲ ਇਹ ਆਉਂਦਾ ਹੋਊਗਾ, ਵੈਸੇ ਤਾਂ ਪੁਰਾਤਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਦੇਖਣ ਦੇ ਲਾਇਕ ਹੈਗੀਆਂ ਨੇ ਸਾਰੀਆਂ। ਹੁਣ ਕਈਆਂ ਦੇ ਮਨ 'ਚ ਇਹ ਖਿਆਲ ਆਉਂਦਾ ਹੋਊਗਾ ਕਿ ਸ਼ਬਦ ਗੁਰੂ ਆ ਸਾਡਾ ਤੇ ਅਸੀਂ ਫੋਟੋਆਂ ਵਾਲੀਆਂ ਚੀਜ਼ਾਂ ਤੋਂ ਕੀ ਲੈਣਾ, ਹੈ ਨਾ? ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਬਿਲਕੁਲ ਨਹੀਂ, ਦੇਖੋ ਭਾਜੀ ਤਾਂ ਆਪਣੇ ਆਪਣੇ ਵਿਚਾਰ ਆ। ਹੁਣ ਸਾਨੂੰ ਕਿਸੇ ਨੂੰ ਬੁਖਾਰ ਹੋ ਜਾਂਦਾ ਜੀ, ਹੈ ਨਾ, ਤੇ ਅਸੀਂ ਡਾਕਟਰ ਦੇ ਕੋਲ ਜਾਂਦੇ ਕਿ ਸਾਨੂੰ ਡਾਕਟਰ ਪੈਰਾਸੀਟਾਮੋਲ ਦੀ ਗੋਲੀ ਦੇ ਦਿੰਦਾ। ਅਸੀਂ ਅੱਜ ਤੱਕ ਡਾਕਟਰ ਨੂੰ ਪੁੱਛਿਆ ਨਹੀਂ ਕਿ ਪੈਰਾਸੀਟਾਮੋਲ ਦਾ ਮਤਲਬ ਕੀ ਆ। ਸਾਨੂੰ ਮਤਲਬ ਕਿ ਗੋਲੀ ਖਾਣ ਤੱਕ, ਗੋਲੀ ਅੰਦਰ ਜਾ ਕੇ ਕੀ ਅਸਰ ਕਰਨਾ ਸਾਨੂੰ ਨਹੀਂ ਪਤਾ ਹੁੰਦਾ। ਇਸੇ ਕਰਕੇ ਬਾਣੀ ਦਾ ਆ ਕਿ ਬਾਣੀ ਸਾਡੇ ਤੇ ਕਿੱਦਾਂ ਅਸਰ ਕਰਦੀ ਆ ਉਹ ਮਹਾਰਾਜ ਜੀ ਜਾਣਦੇ ਆ। ਤੇ ਜ਼ਿਆਦਾ ਸ਼ੰਕਿਆ ਵਿੱਚ ਮੇਰੇ ਹਿਸਾਬ ਨਾਲ ਨਹੀਂ ਪੈਣਾ ਚਾਹੀਦਾ। ਜੇ ਆਪਾਂ ਜਦ ਸ਼ੰਕਿਆਂ ਦੇ ਵਿੱਚ ਪੈ ਗਏ ਫਿਰ ਆਪਾਂ ਨਹੀਂ ਕੁਝ ਪ੍ਰਾਪਤ ਕਰ ਸਕਦੇ ਜੀ। ਜ਼ਰੂਰ ਆਪਾਂ ਇਸ ਤੋਂ ਅੱਛਾ ਥੋੜਾ ਜਿਹਾ ਇਹਦੇ ਬਾਰੇ ਇਹ ਵੀ ਦੱਸ ਦਿਓ ਕਿ ਕਿੰਨੇ ਕੁ ਵਰੇ ਪੁਰਾਣੀ? ਇਹ 1810 ਸਾਲ ਦੀ ਲਿਖੀ ਹੋਈ ਆ ਜੀ। ਤੇ ਇਹ ਸੋਨਿਆ ਇਹਦੇ ਵਿੱਚ ਸ਼ਾਹੀ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਜਦੋਂ ਮੈਂ ਦੱਸਿਆ ਸੀਗਾ ਕਿ ਲਾਜਵਰਦਾ, ਕੱਜਲ, ਸੋਇਨਾ, ਕਸਤੂਰੀ ਤੇ ਕੇਸਰ ਮਿਕਸ ਕਰਕੇ ਸ਼ਾਹੀ ਨਾਲ ਤਿਆਰ ਕੀਤੀ ਹੋਈ ਆ। ਤੇ ਪੋਥੀ ਖਰਾਬ ਹੋ ਜਾਊਗੀ ਪਰ ਸ਼ਾਹੀ ਨਹੀਂ ਕਦੀ ਉੜੂਗੀ ਇਹਦੀ। ਓਕੇ, ਕੀ ਬਾਤ ਆ। ਹਾਂਜੀ ਜੀ, ਆਪਾਂ ਹੋਰ ਅੱਗੇ ਜਾਣਕਾਰੀ ਲੈ ਲੈਂਦੇ ਹਾਂ ਜੀ। ਇਹ ਵੀ 18ਵੀਂ ਸਦੀ ਦੀ ਪੋਥੀ ਆ। ਜਿਹੜਾ ਇਹਦਾ ਪੇਪਰ ਵਾ ਚੌਲਾਂ ਤੋਂ ਤਿਆਰ ਕੀਤਾ ਗਿਆ ਆ। ਚੌਲਾਂ ਨਾਲ ਜਿੱਦਾਂ ਅਸੀਂ ਰੋਟੀ ਵੇਲੀ ਦੀ ਉਸ ਤਰ੍ਹਾਂ ਵੇਲ ਕੇ ਇਹਨੂੰ ਪੇਪਰ ਨੂੰ ਤਿਆਰ ਕੀਤਾ ਗਿਆ ਆ। ਇਹਦੇ ਵਿੱਚ ਭਗਤ ਬਾਣੀ ਆ ਤੇ ਸਭ ਤੋਂ ਵੱਡੀ ਗੱਲ ਕਿ ਇਹਦੇ ਵਿੱਚ 1810 ਦੇ ਵਿੱਚ ਲਿਖੀ ਹੋਈ ਪੋਥੀ 'ਚ ਰਾਗਮਾਲਾ ਵੀ ਦਰਜ ਆ ਪਿੱਛੇ ਇਹਦੇ। ਇਹਦੇ 'ਚ ਲਾਸਟ ਵਿੱਚ ਰਾਗਮਾਲਾ ਆ ਤੇ ਸਟਾਰਟਿੰਗ ਵਿੱਚ ਇਹਨਾਂ ਦੇ ਭਗਤ ਬਾਣੀ ਆ। ਭਗਤ ਬਾਣੀ ਆ ਜੀ। ਇਹ 1826 ਦਾ ਲਿਖਿਆ ਹੋਇਆ ਪ੍ਰਬੋਧ ਚੰਦਰ ਨਾਟਕ ਆ ਜੀ, ਜਿਹੜਾ ਕਥਾਵਾਚਕਾਂ ਲਈ ਇੱਕ ਬੜਾ ਮਹੱਤਵਪੂਰਨ ਗ੍ਰੰਥ ਮੰਨਿਆ ਜਾਂਦਾ ਹੈ। ਤੇ ਇਹ ਵੀ ਤਕਰੀਬਨ ਕਿਤੇ ਮਿਲਦਾ ਨਹੀਂ ਹੈਗਾ। ਤੇ ਉਤਾਰੇ ਤੱਕ ਦੋ ਸ਼ਾਇਦ ਕਿਸੇ ਕੋਲ ਹੈਗੇ ਆ, ਮਿਲ ਜਾਂਦੇ, ਪਰ ਓਰੀਜਨਲ ਕਿਸੇ ਦੇ ਕੋਲ ਨਹੀਂ ਹੈਗਾ। ਇੱਕ ਮਾਰੇ ਬੜੀ ਕਿਰਪਾ ਕੀਤੀ ਕਿ ਸਾਨੂੰ ਇਹ ਪ੍ਰਾਪਤ ਹੋਇਆ ਜੀ। ਜੀ ਅੱਛਾ, ਅੱਗੇ ਆਪਾਂ ਹੋਰ ਆ ਜੰਨੇ ਜੀ।
ਦਸਮ ਅਤੇ ਆਦ ਦੀ ਬਾਣੀ ਜੀ। ਇਹ 18ਵੀਂ ਸਦੀ ਦੀ ਪੋਥੀ ਆ ਤੇ ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਰਿਸਰਚ ਆਪਣੀ ਚੱਲ ਰਹੀ ਹੈ ਕਿ ਬਾਬਾ ਵਿਨੋਦ ਸਿੰਘ ਦੀ ਹੱਥ ਲਿਖਤਾ। ਬਾਬਾ ਵਿਨੋਦ ਸਿੰਘ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਾਥੀ ਬੜੇ ਜਰਨੈਲ ਸਾਡੇ ਹੋਏ ਪੰਥ ਦੇ, ਇਹਦੇ ਵਿੱਚ ਦਸਮ ਦੀ ਬਾਣੀ ਆ, ਜਾਪ ਸਾਹਿਬ ਤੋਂ ਇਹ ਪੋਥੀ ਆਰੰਭ ਹੁੰਦੀ ਆ ਤੇ ਇਹਦੇ ਵਿੱਚ ਆਦ ਦੀ ਬਾਣੀ ਵੀ ਹੈਗੀ ਆ ਦਰਜ। ਅੱਜ ਮੈਨੂੰ ਲੱਗਦਾ ਦਸਮ ਗ੍ਰੰਥ ਵੀ ਕਿੰਤੂ ਪਰੰਤੂ ਹੈ ਨਾ ਸਾਡੇ ਚੜ੍ਹਦੀ ਕਲਾ ਆ, ਇਦਾਂ ਕੋਈ ਚੱਕਰ ਨਾ ਹੈਗਾ। ਅੱਛਾ ਮੈਂ ਥੋੜੀ ਦੀ ਜਿਹੜੀ ਜਿਲਦ ਹੈਗੀ ਆ, ਦੇਖਣ ਨੂੰ ਮੈਨੂੰ ਐਂ ਲੱਗਦਾ ਸੀ ਜਿਵੇਂ ਨਾ ਲੱਕੜ ਦੀ ਹੁੰਦੀ ਆ, ਤਾਂ ਦੇਖਣ ਨੂੰ ਐਂ ਲੱਗ ਰਿਹਾ ਸੀਗਾ। ਹਾਂਜੀ, ਵਿੱਚ ਲੱਕੜ ਤੇ ਬਾਹਰ ਚਮੜਾ ਚਾੜਿਆ ਹੋਇਆ ਜੀ ਜੀ ਤੇ ਜੀ ਅੰਦਰ ਲੱਕੜ ਤੇ ਬਾਹਰ ਚਮੜਾ ਚਾੜਿਆ ਹੋਇਆ ਜੀ। ਆ ਦੇਖੋ ਜੀ ਜੀ ਹਾਂ, ਇਹ 18ਵੀਂ ਸਦੀ ਦੀ ਪੋਥੀ ਆ ਤੇ ਇੱਕੋ ਹੀ ਲਿਖਾਰੀ ਵੱਲੋਂ ਲਿਖੀ ਗਈ ਆ, ਬੜੀ ਸੁੰਦਰ ਲਿਖਾਈ ਆ। ਵਿੱਚ ਕਿਤੇ ਕਿਤੇ ਅੰਗ ਇਹਦੇ ਬੜੇ ਖਸਤਾ ਹੋ ਕੇ ਪਾੜ ਚੁੱਕੇ ਆ ਜੀ ਤੇ ਵਿੱਚ ਵੈਸੇ ਪੋਥੀ ਬੜੀ ਰੰਗੀਲੀ ਆ। ਜਿੱਥੇ ਕਿ ਠਹਿਰਾਓ ਦਿੱਤਾ ਆ ਰਹਾਓ ਤੇ ਉੱਥੇ ਨਾਲ ਇਹਨਾਂ ਨੇ ਲਾਲ ਸ਼ਾਹੀ ਲਾਈ ਆ। ਜੀ ਵਾਕਈ ਕੀ ਬਾਤ ਆ। ਹਾਂਜੀ, ਬੜੀ ਤੁਸੀਂ ਮਿਹਨਤ ਕੀਤੀ ਹੈ ਭਾਈ ਸਾਹਿਬ ਜੀ। ਇਹ 400 ਸਾਲ ਪੁਰਾਣੀ ਗੀਤਾ ਆ ਜੀ, ਔਰ ਗੀਤਾ ਦੇ ਨਾਲ ਮਗਰ ਸ਼ਲੋਕ ਵੀ ਆ ਜੀ। ਔਰ ਜਿਹੜੇ ਇਹਦੇ ਹਾਸ਼ੀ ਆ ਉਹ ਕਸ਼ਮੀਰੀ ਕੇਸਰ ਦੇ ਆ, ਬੜੀ ਖੁਸ਼ਬੂਦਾਰ ਇਹਦੀ ਖੁਸ਼ਬੂ ਜਦੋਂ ਇਹਦੀ ਪ੍ਰਕਾਸ਼ ਕਰਦੇ ਆ। ਤੇ ਇਹਦੇ ਵਿੱਚ ਵੀ ਸੋਨਾ ਮਿਕਸ ਕੀਤਾ ਹੈ ਸ਼ਾਹੀ ਦੇ ਵਿੱਚ। ਪੋਥੀ ਖਰਾਬ ਹੋ ਜਾਊਗੀ ਪਰ ਸ਼ਾਹੀ 1000 ਸਾਲ ਤੱਕ ਫਿੱਕੀ ਨਹੀਂ ਕਦੀ ਪੈ ਸਕਦੀ। ਅਜੀ ਇਹ ਦੇਖੋ ਪੋਥੀ ਹਾਲਤ ਸਾਡੀ ਦੀ ਜਿਲਦ ਦੀ ਵੀ ਖਰਾਬ ਹੋ ਚੁੱਕੀ ਆ ਜੀ, ਪਰ ਸ਼ਾਹੀ ਦੀ ਚਮਕ ਹਜੇ ਵੀ ਉਨੀ ਆ। ਬਿਲਕੁਲ ਸਿਆਹੀ ਦੀ ਚਮਕ ਬਰਕਰਾਰ ਆ ਦੇਖੋ ਜੀ। ਜੀ ਮੈਨੂੰ ਲੱਗਦਾ ਕਿ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਹੈਗੇ ਉਹਨਾਂ ਨੂੰ ਵੀ ਜ਼ਰੂਰ ਇੱਥੇ ਆਉਣਾ ਚਾਹੀਦਾ ਸੀਗਾ। ਅੱਜ ਆਏ ਵੀ ਹੋਣਗੇ ਬਹੁਤ ਸਾਰੇ ਸੱਜਣ, ਜਿੱਥੇ ਵੀ ਕਿਤੇ ਪ੍ਰਦਰਸ਼ਨੀ ਲੱਗਦੀ ਹੈ ਜ਼ਰੂਰ ਦੇਖਣਾ ਚਾਹੀਦਾ ਹੈਗਾ ਜਾ ਕੇ ਉਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਿ ਕਿਵੇਂ ਬਿਲਕੁਲ ਬਿਨਾਂ ਕਿਸੇ ਭੇਦਭਾਵ ਤੋਂ ਜਿਹੜੇ ਵੀ ਗ੍ਰੰਥ ਇਹਨਾਂ ਦੇ ਕੋਲ ਵੀਰਾਂ ਦੇ ਕੋਲ ਆਉਂਦੇ ਹੈਗੇ, ਪੋਥੀਆਂ ਆਉਂਦੀਆਂ ਹੈਗੀਆਂ ਨੇ, ਉਹਨਾਂ ਦੀ ਸਾਂਭ ਸੰਭਾਲ ਕਰ ਰਹੇ ਆ। ਆਪਾਂ ਹੋਰ ਵੀ ਜਾਣਕਾਰੀ ਲੈਂਦੇ ਹਾਂ। ਇਹ ਨਿਤਨੇਮ ਦੀ ਪੋਥੀ ਆ, ਇਹਦੇ ਵਿੱਚ ਸੁਖਨੀ ਸਾਹਿਬ ਵੀ ਆ ਤੇ ਪੰਜੇ ਬਾਣੀਆਂ ਤੋਂ ਚੰਕਿਤਾ ਹੱਥ ਲਿਖਤਾ 18ਵੀਂ ਸਦੀ ਦੀ ਆ। ਮੈਂ ਗੱਲ ਫਿਰ ਦੁਬਾਰਾ ਕਹਿਣੀ ਚਾਹੁੰਦਾ ਆ ਕਿ ਪੋਥੀਆਂ ਇਕੱਠੀਆਂ ਕਰਨਾ ਕਿ ਬਹੁਤੀ ਵੱਡੀ ਗੱਲ ਨਹੀਂ ਹੈਗੀ, ਇਕੱਠੀਆਂ ਕਰ ਸਕਦੇ। ਸਭ ਤੋਂ ਵੱਡੀ ਗੱਲ ਕਿ ਇਹਦੀ ਸੇਵਾ ਸੰਭਾਲ ਬਹੁਤ ਜ਼ਰੂਰੀ ਆ। ਉਹਦੇ ਦੇ ਉੱਪਰ ਮੰਨ ਲਓ ਇੰਨੀ ਕੁ ਮਿਹਨਤ ਕਰਨੀ ਪੈਂਦੀ ਆ ਕਿ ਖਰਾਬ ਨਾ ਹੋ ਜਾਵੇ। ਤੇ ਕਿਉਂਕਿ ਸਮਾਂ ਪਾ ਕੇ ਅਕਸਰ ਪੇਪਰ ਜਿੱਦਾਂ ਹੁਣ ਆਹ ਪੋਥੀ ਆ, ਇਹਦੀ ਜਿਲਦ ਵੀ ਤਕਰੀਬਨ ਸਾਰੀ ਖਰਾਬ ਹੋ ਚੁੱਕੀ ਆ ਜੀ। ਤਾਂ ਫਿਰ ਵੀ ਜਿੰਨੀ ਸਾਡੇ ਕੋਲ ਜਿਲਦ ਬਚੀ ਅਸੀਂ ਉਸ ਹਿਸਾਬ ਨਾਲ ਤਾਂ ਕੰਮ ਚਲਾ ਰਹੇ ਹਾਂ ਜੀ। ਇਹਦੇ ਵਿੱਚ ਵੀ ਮੈਂ ਦੇਖ ਰਿਹਾ ਕਿ ਜਿਲਦ ਭਾਵੇਂ ਕਾਫੀ ਖਰਾਬ ਹੋ ਗਈ ਆ, ਪਰ ਜਿਹੜੇ ਅੱਖਰ ਲਿਖੇ ਹੋਏ ਆ ਉਹ ਕਾਫੀ ਠੀਕ ਆ ਜੀ। ਆ ਜੀ ਬੜਾ ਪੰਥ ਦਾ ਮਹਾਨ ਗ੍ਰੰਥ ਆ, ਸ੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਆ ਜੀ। ਇਹ ਭਾਈ ਸੰਤੋਖ ਸਿੰਘ ਚੂੜਾਮਣੀ ਹੁਣ ਦਾ ਲਿਖਿਆ ਹੋਇਆ ਆ ਤੇ ਇਹ 1883 ਸਨ ਦਾ ਲਿਖਿਆ ਹੋਇਆ ਜੀ। ਇਹ ਜੀ ਕੀ ਬਾਤ ਆ ਜੀ। ਇਹ ਵੈਦ ਪੁਣੇ ਨਾਲ ਸੰਬੰਧਿਤ ਪੋਥੀ ਆ 18ਵੀਂ ਸਦੀ ਦੀ। ਇਹਦੇ ਵਿੱਚ ਬਹੁਤ ਤਰ੍ਹਾਂ ਦੇ ਇਲਾਜ ਦੱਸੇ ਹੋਏ, ਤਕਰੀਬਨ 400 ਤਰ੍ਹਾਂ ਦੇ। ਜਿਵੇਂ ਅੱਜ ਸ਼ੂਗਰ ਦੀ ਬਿਮਾਰੀ, ਉਸ ਟਾਈਮ ਇਹਨੂੰ ਮਧੂਮੇਹ ਲਿਖਿਆ ਹੋਇਆ ਆ। ਹੁਣ ਬਿਮਾਰੀ ਚੱਲਦੀ ਆ ਟਾਈਫਾਈਡ, ਉਸ ਟਾਈਮ ਇਹਨੂੰ ਮਨਿਆਦੀ ਬੁਖਾਰ ਲਿਖਿਆ ਹੋਇਆ ਆ। ਉਸ ਤਰ੍ਹਾਂ ਦੇ ਵਿੱਚ ਤਕਰੀਬਨ 400 ਬਿਮਾਰੀਆਂ ਦੇ ਇਲਾਜ ਦੱਸੇ ਹੋਏ ਆ 18ਵੀਂ ਸਦੀ ਦੇ। ਤੇ ਬਹੁਤ ਵੱਡੀ ਚੀਜ਼ ਆ ਕਿ ਸਾਨੂੰ ਪਤਾ ਲੱਗਦਾ ਕਿ ਸਾਡੇ ਬਜ਼ੁਰਗ ਅੱਜ ਤੋਂ ਸਦੀਆਂ ਪਹਿਲਾਂ ਕਿਸ ਤਰੀਕੇ ਨਾਲ ਇਲਾਜ ਕਰਦੇ ਹੁੰਦੇ ਸੀਗੇ ਜੀ। ਮੈਨੂੰ ਤਾਂ ਇਸੇ ਕਰਕੇ ਅੱਜ ਕਈ ਵਾਰੀ ਨਾ ਅੰਗਰੇਜ਼ੀ ਦਵਾਈਆਂ ਤੋਂ ਕਈ ਬੰਦੇ ਕਤਰਾ ਕੇ ਕਹਿੰਦੇ ਯਾਰ ਸਾਨੂੰ ਇਲਾਜ ਜਿਹੜਾ ਹੈਗਾ ਉਹ ਦੇਸੀ ਕਰਨਾ ਚਾਹੀਦਾ ਹੈਗਾ ਜਾਂ ਕਰਾਉਣਾ ਚਾਹੀਦਾ, ਕਿਉਂਕਿ ਉਹਦੇ ਸਾਈਡ ਇਫੈਕਟ ਕੋਈ ਨਹੀਂ ਹੈਗੇ। ਅੱਛਾ, ਜੇ ਇਹ ਜਿਹੜਾ ਤੁਸੀਂ ਦੱਸਿਆ ਕਿ 400 ਬਿਮਾਰੀਆਂ ਦਾ ਇਲਾਜ ਇਹਦੇ ਵਿੱਚ ਹੈਗਾ, ਹੁਣ ਜੇ ਕਿਸੇ ਦੇ ਮਨ ਵਿੱਚ ਆਉਂਦਾ ਹੈਗਾ ਕਿ ਯਾਰ ਸਾਨੂੰ ਪਤਾ ਲੱਗ ਜਾਵੇ ਕਿਹੜੀਆਂ ਬਿਮਾਰੀਆਂ ਦਾ ਇਲਾਜ ਹੈਗਾ ਤੇ ਕੀ ਹੈਗਾ ਆ, ਉਹ ਉਹਨਾਂ ਨੂੰ ਕਿਵੇਂ ਤੁਸੀਂ ਮੁਹੱਈਆ ਕਰਾ ਸਕਦੇ ਹੋ? ਬਾਬਾ ਜੀ ਇਦਾਂ ਸੀਗਾ, ਇਹਦੇ ਵਿੱਚ ਇਲਾਜ ਦੇ ਵਿੱਚ ਬਹੁਤ ਸਾਰੇ ਤਾਂ ਸੌਖੇ ਵੀ ਦੱਸੇ ਹੋਏ ਆਪਾਂ ਘਰੇ ਤਿਆਰ ਕਰ ਸਕਦੇ ਆ, ਪਰ ਇਹ 'ਚ ਬਹੁਤ ਸਾਰੀ ਜੜੀ ਬੂਟੀਆਂ ਜਿਹੜੀਆਂ ਹੁਣ ਸਾਨੂੰ ਜੜੀ ਬੂਟੀਆਂ ਦੀ ਪਛਾਣ ਨਹੀਂ ਹੈਗੀ। ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਇਹਦੇ ਵਿੱਚ ਕੀ ਲਿਖਿਆ ਹੋਇਆ, ਔਰ ਜੇ ਘਰੇ ਬਹਿ ਕੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਉਹਦੇ ਵਾਸਤੇ ਅਸੀਂ ਇਹਦਾ PDF ਤਿਆਰ ਕਰ ਲਿਆ ਆ। ਜੇ ਕੋਈ ਇਹਦੇ ਬਾਰੇ ਰਿਸਰਚ ਕਰਨੀ ਚਾਹੁੰਦਾ ਤਾਂ ਸਾਡੇ ਘਰ ਦੇ ਦਰਵਾਜ਼ੇ ਉਹਦੇ ਲਈ ਖੁੱਲੇ ਆ ਤੇ ਆ ਕੇ ਤੈਨੂੰ ਪੜ੍ਹ ਕੇ ਤਾਂ ਜੋ ਕੋਈ ਸੰਗਤ ਲਾਹਾ ਲੈ ਸਕਦੀ ਤਾਂ ਲਵੇ ਜੀ। ਜ਼ਰੂਰ। ਹਾਂ, ਆਪਾਂ ਅੱਗੇ ਹੋਰ ਆ ਜਾਂਦੇ ਹਾਂ ਜੀ। ਇੱਧਰ ਵੀ ਇੱਕ ਆਪਣੇ ਗ੍ਰੰਥ ਹੈਗੇ ਨੇ ਇੱਥੇ ਜਨਮ ਸਾਖੀ ਗੁਰੂ ਨਾਨਕ ਦੇਵ ਜੀ। ਹਾਂਜੀ, ਜਨਮ ਸਾਖੀ ਹੈ ਪਹਿਲੀ ਪਾਤਸ਼ਾਹੀ ਦੀ 1871 ਸਨ ਦੀ। ਇਹ ਬਹੁਤ ਰੇਅਰ ਆ ਜੀ, ਇਹਦੇ ਉਤਾਰੇ ਤਾਂ ਕਾਫੀ ਮਿਲ ਜੂਗੇ ਪਰ ਆਹ ਨਹੀਂ ਕਦੀ ਮਿਲ ਸਕਦੀ ਹੈਗੀ ਜੀ। ਇਹ ਕਿਹਨਾਂ ਦੀ ਲਿਖੀ ਹੋਈ? ਤਕਰੀਬਨ ਇਹਦਾ ਮੂਹਰੇ ਲਿਖਿਆ ਨਾ ਇਹਨਾਂ ਦਾ ਥੋੜਾ ਜਿਹਾ ਵੇਜ ਫਟ ਚੁੱਕੇ ਆ ਜੀ। ਜਿਵੇਂ ਵੀਰ ਨੇ ਆਖਿਆ ਕਿ ਸਾਂਭ ਸੰਭਾਲ ਜਿਹੜੀ ਕਰਨੀ ਹੈਗੀ ਆ ਇੱਕ ਬੜਾ ਵੱਡਾ ਚੈਲੰਜ ਹੁੰਦਾ ਹੈਗਾ, ਕਿਉਂਕਿ ਇੰਨੀਆਂ ਪੁਰਾਤਨ ਚੀਜ਼ਾਂ ਆਪਾਂ ਆਪਣੇ ਘਰਾਂ ਵਿੱਚ ਦੇਖ ਸਕਦੇ ਹਾਂ। ਇੰਨਾ ਜਿਹੜਾ ਅਨਮੋਲ ਖਜ਼ਾਨਾ ਹੈਗਾ ਉਹਨਾਂ ਦੀ ਸਾਂਭ ਸੰਭਾਲ ਕਰਨੀ ਤੇ ਫਿਰ ਉਹਨਾਂ ਨੂੰ ਜਿਉਂ ਦੇ ਤਿਉਂ ਜਿਹੜਾ ਹਾਲਾਤ ਵਿੱਚ ਰੱਖਣ ਦੀ ਕੋਸ਼ਿਸ਼, ਇਹ ਇੱਕ ਬੜੀ ਮਹੱਤਵਪੂਰਨ ਬੜਾ ਵੱਡਾ ਚੈਲੰਜ ਹੁੰਦਾ ਇੱਕ ਜੀ। ਇੱਕ ਹੋਰ ਹਾਂਜੀ, ਇਹ 18ਵੀਂ ਸਦੀ ਦੀ ਪੋਥੀ ਆ ਔਰ ਬੜੀ ਮਹਾਨ ਤੇ ਰੇਅਰ ਪੋਥੀ ਆ। ਇਹਦੇ ਸ਼ੁਰੂ ਦੇ ਵਿੱਚ ਜਫਰਨਾਮਾ ਸਾਹਿਬ ਆ ਜੀ, ਹੱਥ ਲਿਖਤ।
ਔਰ ਅਖੀਰ ਦੇ ਵਿੱਚ ਭਾਈ ਨੰਦ ਲਾਲ ਜੀ ਦੀ ਗਜ਼ਲਾਂ ਪੰਜਾਬੀ ਗੁਰਮੁਖੀ ਵਿੱਚ ਲਿਖੀਆਂ ਹੋਈਆਂ ਆ ਜੀ। ਜਫਰਨਾਮਾ ਜਿੱਤ ਦੀ ਚਿੱਠੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖੀ ਸੀ ਔਰੰਗਜ਼ੇਬ ਨੂੰ, ਜਫਰਨਾਮਾ ਭਈ ਮੈਂ ਜਿੱਤ ਕੇ ਜਾ ਰਿਹਾ, ਔਰੰਗਜ਼ੇਬ ਤੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਿਹਾ। ਜੀ ਜੀ। ਇੱਕ ਹੋਰ ਗ੍ਰੰਥ ਇਹ 1881 ਸਨ ਦਾ ਲਿਖਿਆ ਹੋਇਆ ਵਿਚਾਰ ਸਾਗਰ ਗ੍ਰੰਥ ਆ। ਜੀ ਜਿਵੇਂ ਇੱਕ ਵਿਚਾਰ ਸਾਗਰ ਗ੍ਰੰਥ ਹੁੰਦਾ ਆ, ਇੱਕ ਵਿਚਾਰ ਮਾਲਾ ਗ੍ਰੰਥ ਹੁੰਦੇ ਆ। ਕਥਾਵਾਚਕਾਂ ਲਈ ਵਿਦਵਾਨ ਜਿਹਨੇ ਬੰਦੇ ਨੇ ਸਟੇਜਾਂ ਦੇ ਉੱਪਰ ਚੜ੍ਹਨਾ ਆ, ਉਹਨਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਗ੍ਰੰਥ ਆ। ਇਹ 1881 ਸਨ ਦਾ ਲਿਖਿਆ ਹੋਇਆ, ਲਾਹੌਰ ਦੇ ਵਿੱਚ ਲਿਖਿਆ ਹੋਇਆ ਵਿਚਾਰ ਸਾਗਰ ਗ੍ਰੰਥ ਆ ਜੀ ਇਹ। ਵਾਹ ਜੀ ਵਾਹ। ਭਾਈ ਸਾਹਿਬ ਜੀ ਤੁਸੀਂ ਅੱਜ ਤੇ ਨਾ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਵਿੱਚ ਵਸਦੇ ਜਿਹੜੇ ਸੱਜਣ ਤੁਹਾਡੀ ਗੱਲਬਾਤ ਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਇੱਕ ਵਾਰ ਇੱਧਰ ਵੀ ਮਾੜੀ ਜੀ ਨਜ਼ਰ ਮਾਰ ਦਿਓ ਜੀ। ਜੀ। ਪੁਰਾਤਨ ਵਿਰਸਾ ਜਿਹੜਾ ਹੈਗਾ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਰਜਿੰਦਰ ਸਿੰਘ ਜੀ ਤੁਹਾਡੇ ਨਾਲ ਜਿਹੜੀ ਆਪਾਂ ਗੱਲਬਾਤ ਕੀਤੀ ਹੈਗੀ ਆ, ਜਿੰਨੇ ਵੀ ਪੁਰਾਤਨ ਗ੍ਰੰਥ ਜਾਂ ਪੋਥੀਆਂ ਤੁਸੀਂ ਉਹਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਆ, ਵੀਰ ਹੋਰ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਿੱਕੇ ਜਿਹੜੇ ਹੈਗੇ ਨੇ ਪੁਰਾਤਨ, ਔਰ ਜਿਹੜੇ ਪੁਰਾਤਨ ਜੰਗੀ ਹਥਿਆਰ ਹੈਗੇ ਆ, ਆਪਾਂ ਉਹਨਾਂ ਬਾਰੇ ਜਾਣਕਾਰੀ ਵੀ ਭਾਈ ਸਾਹਿਬ ਦੇ ਕੋਲੋਂ ਲਵਾਂਗੇ, ਪਰਮਿੰਦਰ ਸਿੰਘ ਜੀ ਦੇ ਕੋਲੋਂ। ਰਜਿੰਦਰ ਸਿੰਘ ਜੀ ਅਖੀਰ ਦੇ ਵਿੱਚ ਜਿੰਨੇ ਵੀ ਸੱਜਣ ਤੁਹਾਡੀ ਗੱਲਬਾਤ ਨੂੰ ਸੁਣ ਰਹੇ ਨੇ ਦੁਨੀਆ ਭਰ ਦੇ ਵਿੱਚ, ਜਿਨ੍ਹਾਂ ਨੂੰ ਇੱਕ ਤਾਂਘ ਹੁੰਦੀ ਹੈ ਕਿ ਸਾਨੂੰ ਪਤਾ ਲੱਗੇ ਕਿ ਸਾਡਾ ਪੁਰਾਣਾ ਸੱਭਿਆਚਾਰ ਕੀ ਹੈਗਾ ਆ, ਔਰ ਜਿਹੜੇ ਚਾਹੁੰਦੇ ਹੈਗੇ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਦੱਸੀਏ ਕਿ ਪੁਰਾਣਾ ਸੱਭਿਆਚਾਰ ਜਿਹੜਾ ਹੈਗਾ ਉਹਨੂੰ ਚੇਤੇ ਰੱਖਣਾ ਬੜਾ ਜ਼ਰੂਰੀ ਹੁੰਦਾ ਹੈਗਾ। ਪਰ ਨੌਜਵਾਨ ਮੁੰਡੇ ਕੁੜੀਆਂ ਕਈ ਵਾਰ ਕਹਿੰਦੇ ਵੀ ਛੱਡੋ ਯਾਰ ਉਹ ਪੁਰਾਣੀਆਂ ਗੱਲਾਂ ਹੋ ਗਈਆਂ ਹੈ ਨਾ, ਹੁਣ ਨਵਾਂ ਯੁੱਗ ਹੈਗਾ ਵੀ ਅੱਗੇ ਨੂੰ ਵੇਖੀਏ। ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਪੁਰਾਤਨ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਪੁਰਾਤਨ ਖਜ਼ਾਨਾ ਹੁੰਦਾ ਹੈ, ਉਹਦੀ ਅਹਿਮੀਅਤ ਕੀ ਹੁੰਦੀ ਹੈ? ਦੇਖੋ ਜੀ, ਜਿਹੜਾ ਪੁਰਾਣਾ ਖਜ਼ਾਨਾ ਆ, ਇਤਿਹਾਸ ਸਾਡੀ ਕੌਮ ਦਾ ਸਰਮਾਇਆ ਹੁੰਦਾ ਆ ਜੀ, ਕਿ ਸਾਡੇ ਬਜ਼ੁਰਗਾਂ ਨੇ ਕਿੰਨਾ ਮਿਹਨਤ ਕਰਕੇ ਸਾਨੂੰ ਇਹ ਖਜ਼ਾਨਾ ਬਖਸ਼ਿਆ ਹੈ ਨਾ ਜੀ। ਦੇਖੋ, ਜਿਹੜੀ ਚੀਜ਼ ਤਾਂ ਆਪਾਂ ਅੱਜ ਕੱਲ੍ਹ ਫੇਸਬੁੱਕ ਦੇ ਉੱਪਰ ਲਿਖ ਕੇ ਪਾ ਦਿੰਦੇ ਆ, ਜੀ, ਉਹ ਜਾਂ 24 ਘੰਟੇ ਲਈ ਹੁੰਦੀ ਆ ਜਾਂ 2-4 ਦਿਨਾਂ ਲਈ ਹੁੰਦੀ, ਉਸ ਤੋਂ ਬਾਅਦ ਉਹ ਭੁੱਲ ਜਾਂਦੀ ਕਿ ਆਪਾਂ 1 ਮਹੀਨਾ ਪਹਿਲਾਂ ਕੀ ਲਿਖਿਆ ਸੀ। ਪਰ ਜਿਹੜੇ ਗ੍ਰੰਥ ਵਾ ਇਹ ਸਦੀਆਂ ਤੱਕ ਜਿਉਂਦੇ ਰਹਿੰਦੇ ਆ, ਔਰ ਗ੍ਰੰਥਾਂ ਤੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਸ ਸਮੇਂ ਦੇ ਰਾਜੇ ਮਹਾਰਾਜਿਆਂ ਦੇ ਸਮੇਂ ਸਾਡੇ ਬਸਦੇ ਬਜ਼ੁਰਗ, ਸਾਡੇ ਧਰਮ ਦੀ ਕੀ ਸਥਿਤੀ ਸੀ, ਕਿਵੇਂ ਉਹਨਾਂ ਨੇ ਘਾਲਣਾ ਘਾਲੀ ਆ। ਜਿਵੇਂ ਅੱਜ ਸਿੱਖ ਵੀ ਤਕਰੀਬਨ ਆਪਾਂ ਸਾਰੇ ਰੱਖੇ ਹੋਏ ਆ। ਮੇਰੇ ਨਾਲ ਵੀਰ ਪਰਮਿੰਦਰ ਸਿੰਘ ਜੀ ਮੰਡੀ ਅਹਿਮਦਗੜ੍ਹ ਤੋਂ ਆ, ਉਹਨਾਂ ਦਾ ਬਹੁਤ ਤਜਰਬਾ, ਤਕਰੀਬਨ ਪਿਛਲੇ 28 ਸਾਲਾਂ ਤੋਂ ਅੱਜ ਮੇਰੇ ਨਾਲ ਉਹ ਵੀ ਇੱਥੇ ਹਾਜ਼ਰ ਵਾ ਤੇ ਤੁਹਾਨੂੰ ਸਿੱਕਿਆਂ ਬਾਰੇ ਉਹ ਵੀ ਜਾਣਕਾਰੀ ਦੇਣਗੇ ਜੀ। ਜੀ। ਅੱਛਾ, ਔਰ ਮੈਨੂੰ ਲੱਗਦਾ ਕਿ ਬੜੀ ਵਾਰੀ ਨਾ ਕਿ ਸ਼ੰਕੇ ਪੈਦਾ ਕੀਤੇ ਜਾਂਦੇ ਆ ਵੀ ਫਲਾਨੀ ਗੱਲ ਇੰਨੇ 100 ਵਰੇ ਪਹਿਲਾਂ ਹੋ ਹੀ ਨਹੀਂ ਸਕਦੀ ਹੈ ਨਾ। ਉਹ ਮੈਨੂੰ ਲੱਗਦਾ ਸ਼ੰਕੇ ਵੀ ਕਈ ਵਾਰ ਨਿਵਰਤ ਹੋ ਜਾਂਦੇ ਆ ਜਦੋਂ ਆਪਾਂ ਪੁਰਾਣੀਆਂ ਉਹਨਾਂ ਚੀਜ਼ਾਂ ਦੇ ਵਿੱਚ ਜਾ ਕੇ ਬਹਿੰਦੇ ਆ, ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਆ, ਉਹਨਾਂ ਚੀਜ਼ਾਂ ਨੂੰ ਤੱਕਦੇ ਆ, ਫਿਰ ਸਾਡੇ ਸ਼ੰਕੇ ਵੀ ਕਈ ਵਾਰ ਜ਼ਰੂਰ ਨਿਵਰਤ ਹੋ ਜਾਂਦੇ ਆ। ਜਿੱਦਾਂ ਜੀ ਦੇਖੋ, ਹੁਣ ਇੱਕ ਬੜੀ ਧਾਰਨਾ ਚੱਲੀ ਆਉਂਦੀ ਆ ਕਿ ਏਜੰਸੀਆਂ ਨੇ ਜਾਂ ਇੱਕ ਬੜੀ ਧਿਰ ਵਾ RSS ਕਿ ਉਹਨੇ ਜੀ ਸ੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਦੇ ਵਿੱਚ ਮਿਲਾਵਟ ਕਰ ਦਿੱਤੀ ਆ ਜੀ। ਤੇ ਮੈਨੂੰ ਲੱਗਦਾ ਸ਼ਾਇਦ ਇਹਦਾ ਤਾਂ RSS ਦਾ ਜਨਮ 1930-32 ਦੇ 40 ਦੇ ਲਾਗੇ ਛਾਗੇ ਹੋਇਆ, ਪਰ ਜਿਹੜਾ ਸੂਰਜ ਪ੍ਰਤਾਪ ਗ੍ਰੰਥ ਸਾਡੇ ਕੋਲ ਪਿਆ ਆ ਇਹ 1881 ਸਨ ਦਾ ਲਿਖਿਆ ਹੋਇਆ ਆ। ਜਦ RSS ਦੀ ਕੋਈ ਹੋਂਦ ਵੀ ਨਹੀਂ ਸੀ, ਉਹਦਾ ਕੋਈ ਪੇਵ ਨਹੀਂ ਜੰਮਿਆ ਹੋਣਾ ਹਨਾ। ਤੇ ਇਸ ਕਰਕੇ ਆ ਕਿ ਸ਼ੰਕਾ ਨਹੀਂ, ਜਿਹੜਾ ਧਰਮ ਆ ਇੱਕ ਵਿਸ਼ਵਾਸ ਦਾ ਵਿਸ਼ਾ ਆ ਕਿ ਜੇ ਸਾਡਾ ਵਿਸ਼ਵਾਸ ਵਾ ਤੇ ਸਾਡੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਵਾ। ਤੇ ਮੈਂ ਇਹੀ ਬੇਨਤੀ ਕਰਾਂਗਾ ਸਾਰੇ ਵੀਰਾਂ ਭੈਣਾਂ ਨੂੰ ਕਿ ਜਿੰਨਾ ਵੀ ਹੁਣ ਸਾਡੇ ਕੋਲ ਥੋੜਾ ਸਮਾਂ ਹੀ ਆ ਕਿ ਜਿਸ ਚੀਜ਼ ਨੂੰ ਸਾਂਭ ਸਕਦੇ, ਕਿ ਆਉਣ ਵਾਲੀ ਜਨਰੇਸ਼ਨ ਇਸ ਚੀਜ਼ ਤੋਂ ਬਿਲਕੁਲ ਅਵੇਸਲੀ ਹੋ ਚੁੱਕੀ ਆ। ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਜੇ ਹਾਂ ਕਿਸੇ ਨੇ ਸਾਡੇ ਕੋਲ ਕੋਈ ਗ੍ਰੰਥ ਪੜ੍ਹਨਾ, ਕਿਸੇ ਨੇ ਸਾਡੇ ਕੋਲ ਕੋਈ PDF ਲੈਣਾ ਗ੍ਰੰਥ ਦਾ, ਤੇ ਮੇਰੇ ਘਰ ਦੇ ਦਰਵਾਜ਼ੇ ਉਹਦੇ ਹਮੇਸ਼ਾ ਖੁੱਲ੍ਹੇ ਆ ਕਿ ਸਾਡੇ ਕੋਲ ਆਉਣ, ਰਿਸਰਚ ਕਰਨ। ਤੇ ਤੁਸੀਂ ਵੀ, ਮੈਂ ਚਾਹੁੰਦਾ ਕਿ ਸਾਰੇ ਗ੍ਰੰਥਾਂ ਨੂੰ ਸੇਵਾ ਸੰਭਾਲ ਕੀਤੀ ਜਾਵੇ। ਤੇ ਹਾਂਜੀ, ਆਪਣਾ ਸੰਪਰਕ ਨੰਬਰ ਬੋਲ ਦਿਓ ਜੇ ਇੱਕ ਵਾਰ, ਜੇ ਕਿਸੇ ਨੇ ਤੁਹਾਡਾ ਨਾਲ ਰਾਬਤਾ ਕਾਇਮ ਕਰਨਾ ਹੋਵੇ। ਹਾਂਜੀ, ਮੇਰਾ ਨਾਮ ਰਜਿੰਦਰ ਸਿੰਘ ਆ ਜੀ, ਪਿੰਡ ਮੇਰਾ ਰਾਮਪੁਰ ਝੰਜੋਵਾਲਾ ਮਾਲਪੁਰ ਦੇ ਨਜ਼ਦੀਕ ਪੈਂਦਾ ਜੀ। ਸੰਪਰਕ ਨੰਬਰ ਮੇਰਾ 94 171 40 216 94 171 40 216 ਜੀ। ਜੀ ਜ਼ਰੂਰ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਸਿੰਘ ਜੀ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜਿਹੜੇ ਪੁਰਾਤਨ ਸਿੱਕੇ ਹੈਗੇ ਆ ਔਰ ਪੁਰਾਤਨ ਜੰਗੀ ਹਥਿਆਰ, ਪੁਰਾਣੇ ਸਮਿਆਂ ਦੇ ਵਿੱਚ ਕਿਵੇਂ ਜੰਗ ਯੁੱਧ ਲੜੇ ਜਾਂਦੇ ਸੀਗੇ, ਉਹ ਕਿਹੜੇ ਹਥਿਆਰ ਹੁੰਦੇ ਸੀਗੇ, ਆਪਾਂ ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਸਿੱਕਾ, ਜਿਵੇਂ ਮੈਂ ਸ਼ੁਰੂ ਵਿੱਚ ਗੱਲ ਕੀਤੀ ਸੀਗੀ ਕਿ ਇੱਕ ਗੱਲ ਹੁੰਦੀ ਹੈ ਕਿ ਸਿੱਕਾ ਚੱਲਦਾ ਕਿਹਦੇ ਨਾਂ ਦਾ ਸਿੱਕਾ ਚੱਲਦਾ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਦਾ ਸਿੱਕਾ ਚੱਲਦਾ, ਗੁਰੂ ਨਾਨਕ ਦੇਵ ਮਹਾਰਾਜ ਦੇ ਨਾਂ ਦਾ ਸਿੱਕਾ ਚੱਲਦਾ। ਅੱਜ ਸਮੇਂ ਦੀਆਂ ਹਕੂਮਤਾਂ ਆਪਣੇ ਨਾਮ ਦੇ ਸਿੱਕੇ ਚਲਾਉਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਸੋ ਖਾਲਸਾ ਰਾਜ ਦੇ ਵੇਲੇ ਕਿਹੜਾ ਸਿੱਕਾ ਚੱਲਦਾ ਸੀਗਾ ਉਹ ਵੀ ਗੱਲ ਕਰਾਂਗੇ। ਪੁਰਾਤਨ ਤੋਂ ਪੁਰਾਤਨ ਜਿਹੜਾ ਸਿੱਕਾ, ਸਭ ਤੋਂ ਪਹਿਲਾ ਸਿੱਕਾ ਜਿਹੜਾ ਦੁਨੀਆ ਇੱਥੇ ਬਣਿਆ ਹੋਊਗਾ ਕੋਈ, ਉਹ ਵੀ ਸ਼ਾਇਦ ਅੱਜ ਇੱਥੇ ਦਰਸ਼ਨ ਹੋਣਗੇ ਉਹਦੇ ਵੀ। ਇੱਕ ਮੈਂ ਤੁਹਾਨੂੰ ਦਿਖਾਊਂਗਾ, ਇੱਕ ਇੱਟ ਹੈਗੀ ਆ ਪੁਰਾਤਨ, ਬੜੀ ਪੁਰਾਤਨ ਹੈਗੀ ਆ, ਜਿਹੜੀ ਕਿ ਪਾਣੀ ਵਿੱਚ ਤੈਰਦੀ ਪਈ ਹੈਗੀ ਆ। ਉਹਦੀ ਕੀ ਅਹਿਮੀਅਤ ਹੈਗੀ ਆ ਔਰ ਉਹ ਇੱਟ ਕਦੋਂ ਦੀ ਹੈਗੀ ਆ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸਿੱਕੇ ਸਾਰੇ ਇੱਕ ਵਾਰ ਮਾੜਾ ਜਿਹਾ ਘੁਮਾ ਕੇ ਦਿਖਾ ਦਿਓ ਜੀ ਸਾਰੇ। ਅੱਜ ਇੱਥੇ ਪ੍ਰਦਰਸ਼ਨੀ ਲੱਗੀ ਮਾਲਪੁਰ, ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਸਿੱਕੇ ਹੈਗੇ ਨੇ, ਬਹੁਤ ਜ਼ਿਆਦਾ ਸਿੱਕੇ ਹੈਗੇ ਆ। ਆਪਾਂ ਇਹਨਾਂ ਬਾਰੇ ਇਕੱਲੇ ਜਿਹੜੇ ਹੈਗੇ ਉਹਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਪਰਮਿੰਦਰ ਸਿੰਘ ਜੀ ਦੇ ਕੋਲੋਂ।
ਜੀ ਪਰਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਚਾਹੁੰਦਾ ਜੀ ਸਭ ਤੋਂ ਪਹਿਲਾਂ ਤੇ ਅੱਜ ਜਿੰਨਾ ਵੀ ਤੁਹਾਡੇ ਕੋਲ ਖਜ਼ਾਨਾ ਹੈਗਾ, ਮੈਂ ਪਹਿਲੀ ਵਾਰ ਦਰਸ਼ਨ ਕਰ ਰਿਹਾ, ਸਾਡੇ ਬਹੁਤ ਸਾਰੇ ਦਰਸ਼ਕ ਪਹਿਲੀ ਵਾਰੀ ਦਰਸ਼ਨ ਕਰ ਰਹੇ ਹੋਣਗੇ, ਲਾਹਾ ਲੈ ਰਹੇ ਹੋਣਗੇ। ਸਭ ਤੋਂ ਪਹਿਲਾਂ ਤੇ ਤੁਸੀਂ ਸਾਨੂੰ ਇਹਨਾਂ ਸਾਰੇ ਸਿੱਕਿਆਂ ਦੀ, ਸਾਰੇ ਖਜ਼ਾਨੇ ਦੀ ਅਹਿਮੀਅਤ ਬਾਰੇ ਦੱਸ ਦਿਓ ਜੀ। ਜੀ ਦੁਨੀਆ ਤੇ ਜਦੋਂ ਪਹਿਲਾ ਸਿੱਕਾ ਬਣਿਆ ਜੀ, ਉਹ ਲਗਭਗ 2700 ਸਾਲ ਪਹਿਲਾਂ ਯਾਨੀ 6th ਸੈਂਚੁਰੀ BC ਦੇ ਵਿੱਚ ਸਿੱਕਾ ਬਣਿਆ। ਉਸ ਤੋਂ ਪਹਿਲਾਂ ਯਾਨੀ ਸਿੱਕਾ ਨਹੀਂ ਸੀ, ਉਸ ਤੋਂ ਪਹਿਲਾਂ ਐਕਸਚੇਂਜ ਸਿਸਟਮ ਹੁੰਦਾ ਸੀ ਵੀ ਮੱਝ ਦੇਤੀ, ਬੱਕਰੀਆਂ ਲੈ ਲਈਆਂ, ਕਣਕ ਦੇਤੀ, ਮੱਕੀ ਲੈ ਲਈ, ਇਸ ਤਰ੍ਹਾਂ ਕਰਕੇ ਐਕਸਚੇਂਜ ਹੁੰਦਾ ਸੀ। ਤੇ ਮਗਧ ਰਾਜੇ ਨੇ ਸੋਚਿਆ ਵੀ ਕੁਝ ਲੋਕਾਂ ਨੂੰ ਇਹਦੇ ਵਿੱਚ ਨਫਾ ਹੋ ਜਾਂਦਾ, ਕਈਆਂ ਨੂੰ ਨੁਕਸਾਨ ਹੋ ਜਾਂਦਾ, ਵੀ ਉਹਦੇ ਇਕੁਅਲ ਨਹੀਂ ਚੀਜ਼ ਮਿਲਦੀ। ਤੇ ਇਸ ਕਰਕੇ ਫਿਰ ਉਹਨੇ ਸਿੱਕੇ ਦਾ ਚੱਲਣ ਸ਼ੁਰੂ ਕੀਤਾ। ਤੇ ਜਿਹੜਾ 2700 ਸਾਲ ਪਹਿਲਾਂ ਜਿਹੜਾ ਸਿੱਕਾ ਬਣਿਆ ਸੀ, ਉਹ ਮਗਧ ਰਾਜੇ ਨੇ ਬਣਾਇਆ ਤੇ ਉਹਦਾ ਨਾਮ ਸੀ ਪੰਚਮਾਰਕ ਸਿੱਕਾ। ਯਾਨੀ ਪੰਚਮਾਰਕ ਆਪਾਂ ਨੂੰ ਹੁਣ ਆਪਾਂ ਜਿਹੜਾ ਉਹਨੂੰ ਨਾਮ ਦਿੱਤਾ, ਉਹ ਪੰਚਮਾਰਕ ਦਿੱਤਾ ਕਿਉਂਕਿ ਉਹ ਪੰਚ ਮਾਰ ਕੇ, ਸੱਟ ਮਾਰ ਕੇ ਬਣਾਇਆ ਜਾਂਦਾ ਸੀ। ਇਹ ਨਾਮ ਜਿਹੜਾ ਤੁਸੀਂ ਦਿੱਤਾ ਹੁਣ? ਨਹੀਂ ਜੀ ਨਹੀਂ, ਇਹ ਮਤਲਬ ਪ੍ਰਚਲਿਤ ਨਾਮ ਇਹਦਾ ਜਿਹੜਾ ਪੰਚਮਾਰਕ ਸਿੱਕਾ। ਤੇ ਇਹ ਜਿਹੜਾ ਆ 6th ਸੈਂਚੁਰੀ BC ਆ ਜਿਹੜੇ ਸਿੱਕੇ ਮੇਰੇ ਹੱਥ ਵਿੱਚ ਨੇ, ਇਹ ਸਾਰੇ ਇਹ ਸਿਲਵਰ ਦੇ ਸਿੱਕੇ ਨੇ, ਚਾਂਦੀ ਦੇ। ਤੇ ਇਹ ਜਿਹੜੇ ਸਿੱਕੇ ਨੇ ਇਹ ਕਾਪਰ ਦੇ ਸਿੱਕੇ ਨੇ ਜੀ ਸਾਰੇ। ਤੇ ਇਸ ਤਰ੍ਹਾਂ ਕਰਕੇ ਇਹ ਦੁਨੀਆ ਦਾ ਪਹਿਲਾ ਸਿੱਕਾ ਆ ਜਿਹੜਾ ਕਿ ਇੱਥੇ ਪ੍ਰਦਰਸ਼ਨੀ ਦੇ ਵਿੱਚ ਰੱਖਿਆ ਗਿਆ, ਲਗਭਗ 2700 ਸਾਲ ਪਹਿਲਾਂ ਦਾ। ਸੋ ਦਰਸ਼ਕੋ 2700 ਦੁਨੀਆ ਦਾ ਪਹਿਲਾ ਸਿੱਕਾ, 2700 ਵਰੇ ਪੁਰਾਣਾ, ਤੁਸੀਂ ਜਿਹਦੇ ਦਰਸ਼ਨ ਕਰਕੇ ਹਟੇ ਹੋ। ਤੇ 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ, ਜਿਵੇਂ ਕਿ ਅਕਬਰ ਬਾਦਸ਼ਾਹ, ਬਲਬਨ ਬਾਦਸ਼ਾਹ, ਔਰੰਗਜ਼ੇਬ, ਜਹਾਂਗੀਰ, ਬਾਬਰ, ਹਮਾਯੂ, ਸੂਰੀ, ਲੋਧੀ, ਗੌਰੀ, ਜਾਂ ਆਪਾਂ ਸੁਲਤਾਨਾਂ ਦੀ ਗੱਲ ਕਰੀਏ ਤਾਂ ਗਜਨੀ ਸੁਲਤਾਨ, ਸਿੰਧ ਸੁਲਤਾਨ, ਮਾਲਵਾ ਸੁਲਤਾਨ। ਤੇ ਇਸ ਤਰ੍ਹਾਂ ਕਰਕੇ ਜੇ ਆਪਾਂ ਰਿਆਸਤਾਂ ਦੀ ਗੱਲ ਕਰੀਏ, ਮਲੇਰਕੋਟਲਾ, ਨਾਭਾ, ਪਟਿਆਲਾ, ਜੰਮੂ ਕਸ਼ਮੀਰ, ਕੋਟਾ, ਬੂੰਦੀ, ਤੇ ਇਸ ਤਰ੍ਹਾਂ ਕਰਕੇ ਜਿੰਨੇ ਵੀ ਰਾਜੇ ਮਹਾਰਾਜੇ, ਨਵਾਬ, ਸੁਲਤਾਨ ਜਿਨ੍ਹਾਂ ਨੇ ਆਪਣੇ ਇੱਥੇ ਰਾਜ ਕੀਤਾ 2700 ਸਾਲ ਦੇ ਵਿੱਚ, ਉਹਨਾਂ ਸਾਰੇ ਰਾਜਿਆਂ ਦੇ ਸਿੱਕੇ ਇੱਥੇ ਡਿਸਪਲੇ ਕੀਤੇ ਹੋਏ ਨੇ। ਜਿਹਦੇ ਵਿੱਚ ਖਾਸ ਤੌਰ ਤੇ ਮੈਂ ਸਿੱਖ ਰਾਜ ਦੇ ਸਿੱਕਿਆਂ ਦੀ ਗੱਲ ਕਰਦਾ, ਤੇ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਿੱਕੇ ਨੇ ਉਹ ਇੱਥੇ ਮਤਲਬ ਲੈ ਕੇ ਆਉਂਦੇ ਨੇ। ਤੇ ਸਪੈਸ਼ਲੀ ਉਹ ਜ਼ਿਆਦਾ ਖਿੱਚ ਦਾ ਕੇਂਦਰ ਰਹੇ ਨੇ। ਲਗਭਗ ਹਰੇਕ ਬੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕਿਆਂ ਬਾਰੇ ਹੀ ਵਿਚਾਰ ਚਰਚਾ ਕੀਤੀ ਆ। ਜ਼ਰੂਰ ਸਾਨੂੰ, ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਜਾਣਕਾਰੀ ਦਿਓ। ਇੱਕ ਵਾਰ ਲਾਗੇ ਕਰ ਦਿਓ ਜੀ, ਮਾੜਾ ਜਿਹਾ ਲਾਗੇ ਦਿਖਾ ਦਿਓ ਸਾਰਿਆਂ ਨੂੰ, ਇੱਕ ਵਾਰ ਦਰਸ਼ਨ ਹੋ ਜਾਣ ਜੀ ਉਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੇਲੇ ਦੇ ਸਿੱਕਿਆਂ ਦੇ, ਜਿਸ ਰਾਜ ਨੂੰ ਅੱਜ ਵੀ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਚੇਤੇ ਕਰਦੇ ਹੈਗੇ ਆ, ਔਰ ਆਸ ਕਰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਪਰ ਮੁੜ ਉਦਾਂ ਦਾ ਰਾਜ ਸਥਾਪਿਤ ਹੋ ਜਾਵੇ। ਜੀ ਭਾਈ ਸਾਹਿਬ, ਇਹਨਾਂ ਸਿੱਕਿਆਂ ਬਾਰੇ ਜੀ। ਇਹ ਜਿਹੜਾ ਸਿੱਕਾ ਆ, ਇਹ ਸਿੱਕੇ ਦੇ ਉੱਪਰ ਜਿਹੜੀ ਇਬਾਰਤ ਲਿਖੀ ਹੁੰਦੀ ਸੀ, ਇਹਦੇ ਉੱਪਰ ਲਿਖਿਆ ਹੁੰਦਾ ਸੀ ਅਕਾਲ ਸਹਾਏ ਗੁਰੂ ਨਾਨਕ ਜੀ। ਯਾਨੀ ਗੁਰੂ ਨਾਨਕ ਸਾਹਿਬ ਦਾ ਨਾਮ ਮਤਲਬ ਉਹਨਾਂ ਨੇ ਇਹਦੇ ਉੱਪਰ ਲਿਖਿਆ, ਜਦ ਕਿ ਆਪਦਾ ਨਾਮ ਨਹੀਂ ਛਾਪਿਆ। ਬਾਕੀ ਜਿਹੜੇ ਰਾਜਿਆਂ ਦੇ ਹੋਰਾਂ ਦੇ ਸਿੱਕੇ ਆਏ ਨੇ, ਮੁਗਲਾਂ ਦੇ ਸਿੱਕੇ ਹੁਣ ਤੱਕ ਚੱਲੇ ਜਾਂ ਹੋਰ ਸਿੱਕੇ ਆਏ ਨੇ, ਉਹਨਾਂ ਨੇ ਰਾਜਿਆਂ ਨੇ ਆਪਦਾ ਨਾਮ ਉਹਦੇ ਉੱਪਰ ਲਿਖਾਇਆ। ਇਹ ਗੁਰੂ ਨਾਨਕ ਸਾਹਿਬ ਦਾ ਨਾਮ ਮਤਲਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਦੇ ਉੱਪਰ ਲਿਖਿਆ, ਤੇ ਅਕਾਲ ਸਹਾਏ ਗੁਰੂ ਨਾਨਕ ਜੀ। ਦੂਜੇ ਪਾਸੇ ਇਹਦੇ ਸਿੱਕੇ ਦੇ ਲਿਖਿਆ ਹੁੰਦਾ ਸੀ ਯਰਬ। ਯਰਬ ਦਾ ਮਤਲਬ ਹੁੰਦਾ ਮਿੰਟ, ਮਿੰਟ ਟਕਸਾਲ, ਜਿੱਥੇ ਸਿੱਕਾ ਬਣਿਆ। ਇਹਦੇ ਉੱਪਰ ਲਿਖਿਆ ਯਰਬ ਸ੍ਰੀ ਅੰਮ੍ਰਿਤਸਰ ਜੀ। ਜਦ ਹੁਣ ਆਪਾਂ ਅੰਮ੍ਰਿਤਸਰ ਕਹਿੰਦੇ ਆ ਮੰਮੇ ਨਾਲ, ਉਹ ਪਹਿਲਾਂ ਅੰਮ੍ਰਿਤਸਰ ਜੀ, ਇਸ ਤਰ੍ਹਾਂ ਇਹਦੇ ਉੱਪਰ ਲਿਖਿਆ ਹੋਇਆ। ਤੇ ਇਹਦੇ ਵਿੱਚ ਜਿਹੜੇ ਸਿੰਬਲ ਆਉਂਦੇ ਨੇ, ਝੰਡੇ ਦਾ ਸਿੰਬਲ ਆ, ਇਹ ਜਿੱਤ ਦਾ ਪ੍ਰਤੀਕ ਆ। ਤਰਸ਼ੂਲ ਦਾ ਸਿੰਬਲ ਇਹਦੇ ਉੱਪਰ ਆਉਂਦਾ ਹੈ, ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਕਿਆਂ ਦੇ ਉੱਪਰ। ਇਹ ਵੀ ਸਾਰੇ ਧਰਮਾਂ ਦਾ ਇੱਕ ਸਨਮਾਨ ਕਰਨ ਦੀ ਗੱਲ ਆ, ਹਿੰਦੂ ਧਰਮ ਦਾ ਵੀ ਨਾਲ। ਤੇ ਫੁੱਲ ਦਾ ਸਿੰਬਲ ਆ ਵੀ ਮਹਾਰਾਜਾ ਰਣਜੀਤ ਸਿੰਘ ਪ੍ਰਕਿਰਤੀ ਨੂੰ ਵੀ ਪਿਆਰ ਕਰਦਾ ਸੀ। ਕਟਾਰ ਦਾ ਸਿੰਬਲ ਇਹਦੇ ਉੱਪਰ ਸਿੱਕਿਆਂ ਤੇ ਦੇਖਣ ਨੂੰ ਮਿਲਦਾ। ਇਹਦਾ ਮਤਲਬ ਵੀ ਉਹ ਜੰਗਾਂ ਯੁੱਧਾਂ ਦਾ ਵੀ ਸ਼ੌਕੀਨ ਸੀ, ਹਥਿਆਰਾਂ ਦਾ ਵੀ ਸ਼ੌਕੀਨ ਸੀ। ਤੇ ਇਸ ਤਰ੍ਹਾਂ ਕਰਕੇ ਇਹ ਜਿਹੜੇ ਸਿੰਬਲਾਂ ਵਾਲੇ ਸਿੱਕੇ ਅੱਡ ਅੱਡ ਡਿਫਰੈਂਟ ਵੈਰਾਈਟੀ ਮੈਂ ਇਕੱਠੀ ਕੀਤੀ ਆ। ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਸ ਤਰ੍ਹਾਂ ਮੈਨੂੰ ਲੱਗਦਾ ਆਪਾਂ ਥੋੜੀ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲਈ। ਜਿਹੜੇ ਤੁਸੀਂ ਦੱਸਿਆ ਕਿ ਫੁੱਲ ਵੀ ਹੈਗਾ ਔਰ ਕਟਾਰ ਵੀ ਆ, ਤ੍ਰਿਸ਼ੂਲ ਵੀ ਹੈਗਾ, ਝੰਡਾ ਵੀ ਹੈਗਾ ਆ, ਔਰ ਤੁਸੀਂ ਗੱਲ ਕੀਤੀ ਸੀਗੀ ਕਿ ਸਾਰੇ ਧਰਮਾਂ ਦਾ ਸਤਿਕਾਰ ਸੀਗਾ ਉਸ ਰਾਜ ਦੇ ਵਿੱਚ। ਹਾਂਜੀ, ਉਸ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ। ਕਿਉਂਕਿ ਦੇਖੋ ਤਰਸ਼ੂਲ ਇੱਕ ਜਿਹੜਾ ਆ, ਉਹ ਜਿਹੜਾ ਚਿੰਨ੍ਹ ਆ, ਉਹ ਹਿੰਦੂ ਧਰਮ ਦਾ ਚਿੰਨ੍ਹ ਆ ਮੰਨਿਆ ਜਾਂਦਾ।
ਮੈਂ ਇਹ ਉਚੇਚੇ ਤੌਰ ਤੇ ਥੋੜੀ ਤਾਂ ਗੱਲ ਕੀਤੀ ਹੈ ਕਿਉਂਕਿ ਨਾ ਕਈ ਵਾਰ ਕਨਫਿਊਜ਼ਨ ਉਹ ਹੁਣ ਜਿੱਦਾਂ ਕਈ ਵਾਰ ਖਾਲਸਾ ਰਾਜ ਦੀ ਗੱਲ ਚੱਲਦੀ ਆ, ਉਹ ਕਹਿੰਦੇ ਹਿੰਦੂ ਰਾਸ਼ਟਰ ਬਣਾ ਦਾਂਗੇ। ਸੋ ਹਿੰਦੂ ਰਾਸ਼ਟਰ ਤਾਂ ਦੇਖ ਹੀ ਰਹੇ ਆ ਲੋਕ, ਹਨਾ। ਸੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਵੀ ਪਤਾ ਲੱਗ ਸਕੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਵਿੱਚ ਕਿਸੇ ਦਾ ਜਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ। ਉਹਦੇ ਵਿੱਚ ਉਹਨਾਂ ਧਰਮਾਂ ਦਾ ਸਤਿਕਾਰ ਵੀ ਕੀਤਾ ਗਿਆ, ਭਾਵੇਂ ਕਿ ਖਾਲਸਾ ਰਾਜ ਸੀਗਾ, ਪਰ ਕਿਸੇ ਵੀ ਦੇ ਵੀ ਧਰਮ ਦਾ ਨਿਰਾਦਰ ਨਹੀਂ ਕੀਤਾ ਗਿਆ ਉਸ ਵੇਲੇ। ਤੇ ਇਸੇ ਕਰਕੇ ਉਹ ਜਿਹੜਾ ਤਰਸ਼ੂਲ ਦਾ ਸਿੰਬਲ ਆ, ਉਹ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਇੱਕ ਮਤਲਬ ਕਹਿ ਲਓ ਵੀ ਰਿਸਪੈਕਟ ਦੇਣ ਦੇ ਲਈ, ਉਹਨਾਂ ਦੇ ਨਾਲ ਬਰੋਬਰਤਾ ਹੀ ਦਿਖਾਉਣ ਦੇ ਲਈ ਮਤਲਬ ਉਹਨਾਂ ਨੂੰ ਸਿੱਕਿਆਂ ਦੇ ਉੱਪਰ ਇਹ ਆਇਆ। ਤੇ ਇਸ ਤਰ੍ਹਾਂ ਹੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗੱਲ ਕਰੀਏ, ਮੇਰੇ ਕੋਲੇ ਮਹਾਰਾਜਾ ਦਲੀਪ ਸਿੰਘ ਦੇ ਸਿੱਕੇ ਵੀ ਨੇ ਤੇ ਮਹਾਰਾਜਾ ਸ਼ੇਰ ਸਿੰਘ ਦੇ ਸਿੱਕੇ ਵੀ ਨੇ, ਮਹਾਰਾਜਾ ਖੜਕ ਸਿੰਘ ਦੇ ਵੀ ਹੈਗੇ ਆ, ਮਹਾਰਾਣੀ ਚੰਦ ਕੌਰ ਦੇ ਵੀ ਹੈਗੇ ਆ। ਮਤਲਬ 6 ਸਿੱਖ ਰਾਜੇ ਜਿਹੜੇ ਆਪਣੇ ਇੱਥੇ ਹੋਏ ਨੇ। ਸਿੱਖ ਰਾਜ ਜਿਹੜਾ ਆਪਣਾ 40 ਸਾਲ ਦੇ ਲਗਭਗ ਕਰੀਬ ਆਪਣਾ ਰਾਜ ਰਿਹਾ, ਉਹਨਾਂ ਦਾ ਜਿਹੜਾ ਨਾਨਕਸ਼ਾਹੀ ਸਿੱਕਾ ਜਿਹਨੂੰ ਕਿਹਾ ਜਾਂਦਾ, ਇਹ ਨਾਨਕਸ਼ਾਹੀ ਸਿੱਕੇ ਨੇਗੇ। ਤੇ ਇਹਦੇ ਵਿੱਚ ਜਿਹੜਾ ਕੁਝ ਸਿੱਕਿਆਂ ਦੇ ਵਿੱਚ ਗੋਬਿੰਦ ਸ਼ਾਹੀ ਕਪਲਟ ਵੀ ਲਿਖਿਆ ਹੁੰਦਾ, ਤੇ ਉਹ ਗੋਬਿੰਦ ਸ਼ਾਹੀ ਵੀ ਸਿੱਕੇ ਹੈਗੇ ਆਪਣੇ ਕੋਲੇ। ਤੇ ਇਸ ਤਰ੍ਹਾਂ ਕਰਕੇ ਇਹ ਸਾਰੇ ਸਿੱਕੇ ਨੇ ਜਿਹੜੇ ਲਾਹੌਰ ਮਿੰਟ ਦੇ, ਮੁਲਤਾਨ ਮਿੰਟ ਦੇ, ਪਸ਼ਾਵਰ ਮਿੰਟ ਦੇ, ਇਹ ਅੰਮ੍ਰਿਤਸਰ ਮਿੰਟ ਦੇ ਜਿਹੜੇ ਸਿੱਖ ਸਿੱਕੇ ਨੇ, ਉਹ ਮੈਂ ਇਕੱਠੇ ਕੀਤੇ ਨੇ ਤਾਂ ਕਿ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜ ਸਕੀਏ, ਇਹ ਆਪਣੀਆਂ ਜੜ੍ਹਾਂ ਨਾਲ ਜੋੜ ਸਕੀਏ। ਭਾਈ ਸਾਹਿਬ ਜੀ, ਇਹ ਉਪਰਾਲਾ ਤੁਸੀਂ ਕੀਤਾ, ਮੈਨੂੰ ਲੱਗਦਾ ਕਿ ਬਹੁਤ ਸਾਰੇ ਸੱਜਣਾਂ ਨੇ ਅੱਜ ਲਾਹਾ ਲਿਆ ਹੈਗਾ, ਪਹਿਲਾਂ ਵੀ ਲਾਹਾ ਲੈਂਦੇ ਰਹੇ ਹੋਣਗੇ। ਤੁਸੀਂ ਇਹ ਪ੍ਰਦਰਸ਼ਨੀਆਂ ਕਿੰਨੀ ਕੁ ਵਾਰੀ ਲਾ ਚੁੱਕੇ ਹੋ? ਅੱਜ ਗੁਰਦੁਆਰਾ ਸਾਹਿਬ ਸ਼ਹੀਦਾਂ ਮਾਲਪੁਰ ਵਿਖੇ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਪ੍ਰਦਰਸ਼ਨੀ ਆ, ਪਰ ਲਾਈਫ ਦੇ ਵਿੱਚ ਮੈਂ ਹੁਣ ਤੱਕ 181 ਪ੍ਰਦਰਸ਼ਨੀਆਂ ਪਹਿਲਾਂ ਲਾ ਚੁੱਕੇ ਹਾਂ, ਤੇ ਅੱਜ ਇੱਥੇ 182ਵੀਂ ਪ੍ਰਦਰਸ਼ਨੀ ਸੀ। ਤੇ ਪੂਰੇ ਇੰਡੀਆ ਦੇ ਵਿੱਚ ਸਾਰਿਆਂ ਨਾਲੋਂ ਵਾਹਿਗੁਰੂ ਦੀ ਕਿਰਪਾ ਨਾਲ ਪਹਿਲਾ ਨੰਬਰ ਆ ਵੀ, ਜਿਹਦੇ ਵਿੱਚ ਪ੍ਰਧਾਨ ਮੰਤਰੀ ਆਫਿਸ ਦੇ ਵਿੱਚੋਂ ਵੀ ਵਧਾਈ ਦੀ ਚਿੱਠੀ ਆਈ ਹੋਈ ਆ ਮੈਨੂੰ, ਤੇ ਇੰਡੀਆ ਲੈਵਲ ਤੇ 5 ਅਵਾਰਡ ਵੀ ਮਿਲ ਚੁੱਕੇ ਨੇ। ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਾਰੇ ਚੈਨਲਾਂ ਨੇ ਬਹੁਤ ਵਧੀਆ ਮਾਣ ਸਤਿਕਾਰ ਦਿੱਤਾ। ਤੇ ਮੇਨ ਮਕਸਦ ਆਪਣਾ ਇਹ ਆ ਵੀ ਆਪਾਂ ਇਹ ਵਿਰਾਸਤ ਜਿਹੜੀ ਸਾਂਭੀ ਹੋਈ ਆ, ਦੇਖੋ ਬਹੁਤ ਲੋਕ ਹੈਗੇ ਨੇ ਜਿਹੜੇ ਸਿੱਕਿਆਂ ਦੇ ਸ਼ੌਕੀਨ ਨੇ ਜਾਂ ਹੋਰ ਚੀਜ਼ਾਂ ਦੇ ਸ਼ੌਕੀਨ ਨੇ। ਜੇ ਇੱਕ ਚੀਜ਼ ਆਪਾਂ ਇਕੱਠੀ ਕਰ ਲਈ ਤੇ ਆਪਾਂ ਘਰੇ ਜਿੰਦਾ ਲਾ ਕੇ ਆਪਣੇ ਜੋਗੀ ਰੱਖ ਲਈ, ਉਹਦਾ ਕੋਈ ਫਾਇਦਾ ਨਹੀਂ ਕਿਸੇ ਨੂੰ। ਤੇ ਮੇਰੇ ਉਸਤਾਦ ਸੁਰੇਸ਼ ਜੈਨ ਜੀ ਕਹਿੰਦੇ ਹੁੰਦੇ ਨੇ ਵੀ ਜੇ ਮੰਨ ਲਓ ਤੇਰੇ ਕੋਲ ਕੋਈ ਸਮਾਨ ਇਕੱਠਾ ਕੀਤਾ ਹੋਇਆ ਹੈਗਾ, ਵੀ ਤੂੰ ਪੈਸਾ ਵੀ ਲਾ ਰਿਹਾ, ਟਾਈਮ ਵੀ ਛੱਡ ਰਿਹਾ, ਵੀ ਇਹ ਤੇਰਾ ਇਕੱਲੇ ਦਾ ਹੱਕ ਨਹੀਂ ਹੈ ਇਹਦੇ ਉੱਪਰ, ਵੀ ਇਹਦੇ ਉੱਪਰ ਆਪਣੀ ਨਵੀਂ ਜਨਰੇਸ਼ਨ ਜਿਹੜੀ ਆ ਉਹਦਾ ਹੱਕ ਆ, ਵੀ ਇਹਨੂੰ ਵਿਰਾਸਤ ਨੂੰ ਉਹਨਾਂ ਨੂੰ ਬੱਚਿਆਂ ਨੂੰ ਦਿਖਾਓ। ਤੇ ਇਸੇ ਕਰਕੇ ਮੈਂ ਪ੍ਰਦਰਸ਼ਨੀਆਂ ਸ਼ੁਰੂ ਕੀਤੀਆਂ ਸੀ ਉਹਨਾਂ ਦੀ, ਮਤਲਬ ਜਦੋਂ ਉਹਨਾਂ ਨੇ ਮੈਨੂੰ ਮਤਲਬ ਗਾਈਡ ਕੀਤਾ, ਤੇ ਲਗਭਗ ਮੈਂ 12 ਸਾਲ ਤੋਂ ਇਹ ਪ੍ਰਦਰਸ਼ਨੀਆਂ ਲਾ ਰਿਹਾ, ਤੇ ਹੁਣ ਤੱਕ 182ਵੀਂ ਪ੍ਰਦਰਸ਼ਨੀ ਤੇ ਪਹੁੰਚੇ ਹਾਂ। ਤੇ ਵਾਹਿਗੁਰੂ ਦੀ ਕਿਰਪਾ ਨਾਲ ਮੇਨ ਮਕਸਦ ਜਿਹੜਾ ਆ ਉਹ ਪੂਰਾ ਕਰਨ ਚ ਕਾਮਯਾਬ ਲਗਭਗ ਹੋ ਚੁੱਕੇ ਆ, ਵੀ ਆਪਣੀ ਜਿਹੜੀ ਕਹ ਲਓ ਨਵੀਂ ਪੀੜ੍ਹੀ ਆ ਉਹਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਸਕੀਏ। ਭਾਈ ਸਾਹਿਬ ਜੀ, ਇਹ ਸਾਰਾ ਪੁਰਾਤਨ ਖਜ਼ਾਨਾ ਜਿਹੜਾ ਹੈਗਾ, ਸਿੱਕੇ ਤੁਸੀਂ ਪ੍ਰਾਪਤ ਕਿੱਥੋਂ ਕੀਤੇ? ਤੁਸੀਂ ਕਿੱਦਾਂ ਇਕੱਠੇ ਕੀਤੇ? ਕਿੱਥੋਂ ਸਾਰਾ? ਇਹ ਪੂਰੇ ਪੰਜਾਬ ਚੋਂ, ਰਾਜਸਥਾਨ, ਹਰਿਆਣਾ, ਮਤਲਬ ਜਿੱਥੇ ਵੀ ਕਿਤੋਂ ਮੈਨੂੰ ਪਤਾ ਲੱਗਦਾ, ਜਾਂ ਕੋਈ ਰਿਸ਼ਤੇਦਾਰੀ ਜਾਂ ਕੋਈ ਕਿਸੇ ਕੰਮ ਕਰਨ ਜਾਂਦਾ, ਮੇਰਾ ਲੱਕੜੀ ਦਾ ਕੰਮ ਆ, ਉੱਥੇ ਗੱਲ ਤੋਰ ਲਈਦੀ ਆ ਵੀ ਕੋਈ ਸਮਾਨ ਹੋਵੇ ਪੁਰਾਣਾ, ਕੋਈ ਸਿੱਕੇ ਹੋਣ, ਗ੍ਰੰਥ ਹੋਵੇ, ਕੋਈ ਸ਼ਾਸਤਰ ਹੋਵੇ, ਜਾਂ ਕੋਈ ਪੇਂਡੂ ਸੱਭਿਆਚਾਰ ਹੋਵੇ। ਮੈਂ ਹਰ ਚੀਜ਼ ਇਕੱਠੀ ਕਰਦਾ ਜਿਹੜੀ ਕਿ ਆਪਣੇ ਇਤਿਹਾਸ ਨਾਲ ਸੰਬੰਧ ਰੱਖਦੀ ਆ, ਕਿਉਂਕਿ ਉਹਦਾ ਫਿਰ ਪਤਾ ਕਿੱਦਾਂ ਲੱਗਦਾ? ਹੁਣ ਜਿਵੇਂ ਇੱਥੇ ਮੈਂ ਦੇਖ ਰਿਹਾ ਹੈਗਾ, ਇਹ ਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੱਕਾ ਜਿਹੜਾ ਹੈਗਾ 1799 to 1839, ਇਹ ਚੀਜ਼ ਕਿੱਦਾਂ ਪਤਾ ਲੱਗਦੀ ਆ? ਇਹਦੇ ਉੱਪਰ ਪਤਾ ਲੱਗਦਾ ਹੈ ਵਾਰਤ ਪੜ੍ਹ ਕੇ ਵੀ, ਅਕਾਲ ਸਹਾਈ ਗੁਰੂ ਨਾਨਕ ਜੀ ਸਿੱਕਾ ਲਿਖਿਆ ਹੋਇਆ, ਸਿੱਕੇ ਦੇ ਉੱਪਰ ਲਿਖਿਆ ਹੋਇਆ। ਇਹ ਜਿਹੜਾ ਈਅਰ ਲਿਖਿਆ ਹੋਇਆ, ਇਹ ਈਅਰ ਜਿਹੜਾ ਹੈਗਾ ਮਹਾਰਾਜਾ ਰਣਜੀਤ ਸਿੰਘ ਨੇ 1799 ਤੋਂ ਲੈ ਕੇ 1839 ਤੱਕ ਰਾਜ ਕੀਤਾ। ਇਹ ਰਾਜ ਪੀਰੀਅਡ ਲਿਖਿਆ ਹੋਇਆ ਜੀ, ਜਿਹੜਾ ਜਾਨੀ ਜਿੰਨੇ ਚਿਰ ਉਹਨੇ ਗੱਦੀ ਤੇ ਰਾਜ ਕੀਤਾ, ਕਿੰਨੇ ਤੋਂ ਕਿੰਨੇ ਤੱਕ ਕੀਤਾ, ਇਹ ਉਹ ਪੀਰੀਅਡ ਨਾਲ ਮੈਂਸ਼ਨ ਕੀਤਾ, ਤਾਂ ਕਿ ਬੱਚਿਆਂ ਨੂੰ ਉਹ ਪੜ੍ਹਨ ਕੇ ਪਤਾ ਲੱਗ ਸਕੇ ਵੀ ਇਹ ਸਿੱਕਾ ਕਦੋਂ ਚੱਲਦਾ ਸੀ, ਕਿਹੜੇ ਸਦੀ ਵਿੱਚ ਚੱਲਦਾ ਸੀ। ਮਤਲਬ ਇਹ ਜਿਹੜਾ ਸਿੱਕਾ ਹੈਗਾ ਇੰਨੇ ਵਰੇ ਤੱਕ ਚੱਲਦਾ ਰਿਹਾ ਜੀ। ਇਹ ਤੋਂ ਇਲਾਵਾ ਹੋਰ ਵੀ ਬਾਕੀ ਸਾਰੇ ਸਿੱਕੇ, ਉਹਨਾਂ ਬਾਰੇ ਵੀ ਥੋੜੀ ਜਾਣਕਾਰੀ ਜ਼ਰੂਰ ਸਾਡੇ ਦਰਸ਼ਕਾਂ ਨੂੰ। ਬਿਲਕੁਲ ਜੀ, ਬਿਲਕੁਲ। ਤੇ ਜਿਸ ਤਰ੍ਹਾਂ ਆਹ ਹੈ ਜੀ, ਇਹ ਮਲੇਰਕੋਟਲਾ ਸਟੇਟ ਦੇ ਸਿੱਕੇ ਨੇ ਜੀ, ਮਲੇਰਕੋਟਲੇ ਦੇ ਜਿਹੜੇ ਨਵਾਬ ਹੋਏ ਨੇ ਉਹਨਾਂ ਦੇ ਸਿੱਕੇ ਨੇ। ਤੇ ਇਹ ਭੀਖਨ ਖਾਂ, ਬਹਾਦਰ ਖਾਂ, ਅਸਦੁੱਲਾ ਖਾਂ, ਅਮੀਰ ਅਲੀ ਖਾਂ, ਤੇ ਉਦੋਂ ਮਹਿਬੂਬ ਅਲੀ ਖਾਂ, ਸਿਕੰਦਰ ਅਲੀ ਖਾਂ, ਇਬਰਾਹੀਮ ਅਲੀ ਖਾਂ, ਜਿਵੇਂ ਸਟੈਪ ਬਾਈ ਸਟੈਪ ਮਤਲਬ ਰਾਜੇ ਚੇਂਜ ਹੁੰਦੇ ਗਏ। ਜਿਵੇਂ ਮਲੇਰਕੋਟਲਾ ਰਿਆਸਤ ਜਿਹੜੀ ਸੀਗੀ, ਜਿਨ੍ਹਾਂ ਨੇ ਮੁਹੰਮਦ ਸ਼ੇਰ ਖਾਂ ਮਲੇਰਕੋਟਲਾ, ਜਿਨ੍ਹਾਂ ਨੇ ਹਾਂ ਦਾ ਨਾਅਰਾ ਮਾਰਿਆ ਸੀ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ, ਇਹ ਉਹਨਾਂ ਦੇ ਰਾਜ ਦੇ ਸਿੱਕੇ ਨੇਗੇ। ਤੇ ਜੇ ਆਪਾਂ ਅੱਗੇ ਗੱਲ ਕਰੀਏ ਪਟਿਆਲਾ ਰਿਆਸਤ ਦੀ, ਪਟਿਆਲਾ ਦੇ ਜਿਹੜੇ ਰਾਜੇ ਹੋਏ ਨੇ
1765 ਤੋਂ ਲੈ ਕੇ 1781 ਤੱਕ ਅਮਰ ਸਿੰਘ, ਫਿਰ 1781 ਤੋਂ 1813 ਤੱਕ ਸਾਹਿਬ ਸਿੰਘ, ਫਿਰ ਕਰਮ ਸਿੰਘ, ਫਿਰ ਉਦੋਂ ਬਾਅਦ ਨਰਿੰਦਰ ਸਿੰਘ, ਮਹਿੰਦਰ ਸਿੰਘ, ਰਜਿੰਦਰ ਸਿੰਘ, ਜਿਵੇਂ ਜਿਵੇਂ ਵੀ ਮਤਲਬ ਗੱਦੀ ਅੱਗੇ ਦੀ ਅੱਗੇ ਮਿਲਦੀ ਗਈ, ਉਹਨਾਂ ਹਰੇਕ ਰਾਜੇ ਦੇ ਲਗਭਗ ਸਿੱਕਾ ਮੈਂ ਆਪਣੇ ਕਲੈਕਸ਼ਨ ਦੇ ਵਿੱਚ ਰੱਖਿਆ ਹੋਇਆ। ਮਤਲਬ ਕੋਸ਼ਿਸ਼ ਕੀਤੀ ਹੈ ਵੀ ਹਰ ਰਾਜੇ ਦਾ ਸਿੱਕਾ ਇੱਥੇ ਮਤਲਬ ਬੱਚਿਆਂ ਨੂੰ ਦਿਖਾਇਆ ਜਾਵੇ ਵੀ ਇਸ ਤਰ੍ਹਾਂ ਸਿੱਕੇ ਬਣਦੇ ਸੀ, ਇਸ ਤਰ੍ਹਾਂ ਇਬਾਰਤ ਹੁੰਦੀ ਸੀ, ਇਸ ਤਰ੍ਹਾਂ ਉਹਦਾ ਸ਼ਕਲ ਹੁੰਦੀ ਸੀ, ਇਹ ਆਹ ਸਾਈਜ਼ ਦੇ ਹੁੰਦੇ ਸੀ। ਜਿਵੇਂ ਉਹ ਸਿੱਕਾ ਗੋਲ ਆਮ ਜ਼ਿਆਦਾਤਰ ਆਪਾਂ ਦੇਖਣ ਨੂੰ ਮਿਲਦਾ, ਕੁਝ ਸਿੱਕੇ ਇਹੋ ਜਿਹੇ ਵੀ ਨੇ ਜਿਹੜੇ ਚੌਰਸ ਮਿਲਦੇ ਨੇ, ਚੌਰਸੀਆਂ ਵੀ ਆਉਂਦੀਆਂ ਨੇ। ਤੇ ਇੱਥੇ ਮੈਂ ਦਿਖਾਉਣਾ, ਜਿਸ ਤਰ੍ਹਾਂ ਆਹ ਸਿੱਕੇ ਨੇ, ਇਹ ਹੁਣ ਔਰੰਗਜ਼ੇਬ ਦੇ ਜਿਹੜੇ ਸਿੱਕੇ ਨੇ ਇਹ ਰਾਉਂਡ ਨੇ, ਗੋਲ ਸਿੱਕੇ ਨੇ। ਇਹ ਜਿਹੜੇ ਔਰੰਗਜ਼ੇਬ ਦੇ ਰਾਜ ਵੇਲੇ ਦੇ ਸਿੱਕੇ ਇਹ ਨੇ, ਔਰੰਗਜ਼ੇਬ ਦੇ ਸਿੱਕੇ ਨੇਗੇ। ਇਹ ਮਿੰਟ ਟਾਵਾ ਆ ਤੇ ਮਿੰਟ ਸੂਰਤ ਆ, ਇਸ ਤਰ੍ਹਾਂ ਜਿਹੜੀ ਟਕਸਾਲ ਦੇ ਵਿੱਚੋਂ ਸਿੱਕਾ ਬਣਿਆ ਉਹ ਬਕਾਇਦਾ ਇਹਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਵੀ ਕਿਹੜੀ ਟਕਸਾਲ ਦੇ ਵਿੱਚੋਂ ਸਿੱਕਾ ਇਹ ਜਾਰੀ ਹੋਇਆ। ਤੇ ਜੇ ਆਪਾਂ ਗੱਲ ਕਰੀਏ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਗੋਲ ਸਿੱਕਾ ਹੁੰਦਾ, ਜ਼ਿਆਦਾਤਰ ਗੋਲ ਹੀ ਹੁੰਦਾ। ਜਦੋਂ ਚੌਰਸ ਸਿੱਕੇ ਨੂੰ ਦੇਖਦੇ ਇਹਨੂੰ, ਜਿਵੇਂ ਇਹ ਲਿਖਿਆ ਨਾ ਮੁਗਲ ਅੰਪਾਇਰ, ਇਹ ਜਲਾਲੂਦੀਨ ਅਕਬਰ, ਇਹ ਚੌਰਸ ਸਿੱਕਾ ਜੀ, ਇਹਨੂੰ ਆਪਾਂ ਕਹਿੰਦੇ ਚੌਰਸੀਆਂ, ਚੌਰਸੀਆਂ ਕਹਿ ਦਿੰਦੇ ਆ ਆਪਾਂ। ਵੀ ਆਮ ਗੋਲ ਸਿੱਕਾ ਹੁੰਦਾ ਇਹਨੂੰ ਚੌਰਸੀ ਕਹਿ ਦਿੰਦੇ ਆ, ਅਕਬਰ ਦੀ ਚੌਰਸੀ। ਤੇ ਜਿਹੜੇ ਅਕਬਰ ਦੇ ਤਾਂਬੇ ਦੇ ਸਿੱਕੇ ਹੁੰਦੇ ਆ ਉਹਨਾਂ ਨੂੰ ਕਹਿ ਦਿੰਦੇ ਆਪਾਂ ਦਮੜੀ, ਕਿਉਂਕਿ ਉਹਨੇ ਦਾਮ ਚਲਾਏ ਸੀ, ਉਹਨੂੰ ਬੰਨ ਦਾਮ ਕਿਹਾ ਜਾਂਦਾ। ਇਹ ਰੁਪਿਆ ਹੁੰਦਾ, ਇਹ ਹਾਫ ਰੁਪਿਆ ਹੁੰਦਾ, ਉਹ ਬੰਨ ਦਾਮ ਹੁੰਦਾ। ਕਿਸੇ ਰਾਜੇ ਨੇ ਦਾਮ ਚਲਾਏ, ਕਿਸੇ ਨੇ ਪੈਸਾ ਚਲਾਇਆ, ਕਿਸੇ ਨੇ ਉਹਨੂੰ ਪੈਸੇ ਦੇ ਨਾਂ ਨੂੰ ਫਲੂਸ ਕਹਿ ਕੇ ਚਲਾਇਆ, ਕਿਸੇ ਨੇ ਕੋਰੀ ਕਹਿ ਕੇ ਚਲਾਇਆ। ਮਤਲਬ ਹਰੇਕ ਰਾਜੇ ਦੀ ਆਪਦੀ ਸੋਚ ਸੀ, ਜਾਂ ਅਲੱਗ-ਅਲੱਗ ਏਰੀਏ ਦੇ ਹਿਸਾਬ ਨਾਲ ਅਲੱਗ-ਅਲੱਗ ਉਹਦੀ ਉਸ ਬੋਲੀ ਸੀਗੀ ਵੀ ਉਹਨੂੰ ਕੀ ਕਹਿ ਕੇ ਬੁਲਾਉਣਾ। ਜਾਂ ਇਸ ਤਰ੍ਹਾਂ ਕਰਕੇ ਇਹ ਜੀ ਇੱਕ ਵਾਰੀ ਥੋੜਾ ਜਿਹਾ ਲਾਗੇ ਕਰਕੇ ਦਿਖਾ ਦਿੰਦਾ ਜੀ ਆਪਣੇ ਦਰਸ਼ਕਾਂ ਨੂੰ ਵੀ। ਇੱਕ ਵਾਰੀ ਤੁਸੀਂ ਦੇਖ ਲਓ ਜੀ, ਸਨ ਜਿਹੜਾ ਹੈਗਾ 1556 ਤੋਂ 1605 ਮੁਗਲ ਐਮਪਾਇਰ, ਹਿਜਰੀ ਸਨ ਬਣਦਾ 996 ਜੀ, ਹਿਜਰੀ ਸਨ ਬਣਦਾ 996 ਹਿਜਰੀ ਸਨ। ਤੇ ਇਸ ਤਰ੍ਹਾਂ ਕਰਕੇ ਇਹ ਜਿਹੜੇ ਸਾਰੇ ਸਿੱਕੇ ਨੇ, ਬੰਨ ਰੂਪੀ ਨੇ, ਹਾਫ ਰੂਪੀ ਨੇ। ਤੇ ਇਸ ਤੋਂ ਬਾਅਦ ਮੁਹੰਮਦ ਸ਼ਾਹ ਦੇ ਆ ਗਏ, ਔਰੰਗਜ਼ੇਬ ਦੇ ਆ ਗਏ, ਉਸ ਤੋਂ ਬਾਅਦ ਸ਼ਾਹ ਆਲਮ ਦੇ ਆ ਗਏ, ਮੁਹੱਬਤ ਖਾਨ ਦੇ ਆ ਗਏ, ਅਹਿਮਦ ਸ਼ਾਹ ਬਹਾਦਰ ਦੇ ਆ ਗਏ, ਸ਼ਾਹਜਹਾਂ ਦੇ ਆ ਗਏ। ਇਸ ਤਰ੍ਹਾਂ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਵੀ ਰਾਜ ਚੇਂਜ ਹੁੰਦਾ ਗਿਆ, ਸਾਰਿਆਂ ਦੇ ਸਿੱਕੇ ਆਪਾਂ ਇੱਥੇ ਡਿਸਪਲੇ ਕੀਤੇ ਨੇ ਜੀ। ਇੱਥੇ ਮੈਂ ਦੇਖ ਰਿਹਾ ਪਲਾਸਟਿਕ ਦੇ ਟੋਕਨ ਨੇ ਕੋਈ, ਹਾਂਜੀ ਟੋਕਨ। ਜਿਸ ਤਰ੍ਹਾਂ ਆਮ ਕੀ ਹੁੰਦਾ ਜੀ, ਜਦੋਂ ਇਹ ਤਾਂ ਇੱਥੇ ਲਾਏ ਨੇ, ਕਈ ਵਾਰੀ ਕੀ ਹੁੰਦਾ ਵੀ ਸਿੱਕੇ, ਇਹਨਾਂ ਨੂੰ ਤਾਂ ਆਪਾਂ ਸਿੱਕੇ ਕਹਿੰਦੇ ਆ। ਜਿਹੜਾ ਇਸ ਤਰ੍ਹਾਂ ਐਲੂਮੀਨੀਅਮ ਦੀ ਧਾਤ ਦਾ ਕੁਝ ਵੀ ਟੁਕੜਾ ਬਣਿਆ ਹੁੰਦਾ, ਉਹਨੂੰ ਆਪਾਂ, ਅਗਲਾ ਕਹਿੰਦਾ ਜੀ ਸਾਡੇ ਕੋਲ ਸਿੱਕੇ ਪਏ ਨੇ। ਸਿੱਕਾ ਵੀਰ ਜੀ ਉਹਨੂੰ ਕਿਹਾ ਜਾ ਸਕਦਾ ਜਿਹਦੇ ਉੱਪਰ ਉਹਦੀ ਵੈਲਿਊ ਲਿਖੀ ਆ, ਅੱਧਾ ਆਨਾ ਲਿਖਿਆ ਚਾਹੇ ਅੱਧਾ ਪੈਸਾ ਲਿਖਿਆ, ਉਹਨੂੰ ਆਪਾਂ ਸਿੱਕਾ ਬੋਲ ਸਕਦੇ ਆ। ਜੇ ਇੱਕ ਧਾਤੂ ਦੇ ਟੁਕੜੇ ਦੇ ਉੱਪਰ ਕਿਸੇ ਵੀ ਦੇਵੀ ਦੇਵਤੇ ਦੀ, ਪੀਰ ਪੈਗੰਬਰ ਦੀ, ਕਿਸੇ ਗੁਰੂ ਪੀਰ ਦੀ ਫੋਟੋ ਪ੍ਰਿੰਟ ਕਰ ਦਿੱਤੀ ਜਾਵੇ, ਉਹ ਸਿੱਕਾ ਨਹੀਂ ਬਣੂਗਾ, ਉਹ ਟੋਕਨ ਬਣੂਗਾ। ਜਿਸ ਤਰ੍ਹਾਂ ਇਹ ਕਲਮਾ ਲਿਖਿਆ ਹੋਇਆ ਇਹਨਾਂ ਨੇ, ਇਹਦੇ 'ਚ ਚੰਦ ਤਾਰਾ ਬਣਿਆ। ਇਹ ਮਾਤਾ ਵੈਸ਼ਨੋ ਦੇਵੀ ਦਾ ਜਿਹੜਾ ਇਸ ਟਾਈਮ ਮੰਦਿਰ ਆ, ਮਾਤਾ ਵੈਸ਼ਨੋ ਦੇਵੀ ਸਾਈਨ ਬੋਰਡ ਹਿਮਾਚਲ ਦੇ ਵਿੱਚ, ਇਹ ਉੱਥੇ ਮਤਲਬ ਜਿਹੜਾ ਪ੍ਰਸ਼ਾਦ ਦੇ ਵਿੱਚ ਮਿਲਦਾ ਛੋਟਾ ਜਿਹਾ ਸਿੱਕਾ, ਆਮ ਕਹਿੰਦੇ ਨੇ ਵੀ ਸਾਨੂੰ ਉੱਥੋਂ ਮੰਦਿਰ ਦੇ ਵਿੱਚੋਂ ਪ੍ਰਸ਼ਾਦ ਦੇ ਨਾਲ ਸਿੱਕਾ ਮਿਲਿਆ, ਵੀ ਅਸੀਂ ਆਪਦੇ ਬਟੂਏ 'ਚ ਰੱਖਣਾ ਜਾਂ ਆਪਣੇ ਗੱਲੇ 'ਚ ਰੱਖਣਾ। ਇਹ ਸਿੱਕਾ ਨਹੀਂ ਕਹਾਉਂਦਾ ਜੀ, ਇਹ ਟੋਕਨ ਕਹਾਊਗਾ। ਉਵੇਂ ਕੁਝ ਜਿਹੜੀਆਂ ਅੱਜ ਕੱਲ੍ਹ ਪੇਂਟ ਦੀਆਂ ਬਾਲਟੀਆਂ ਆਉਂਦੀਆਂ, ਪੇਂਟ ਜਾਂ ਰੰਗ ਰੋਗਨ ਦੀਆਂ ਬਾਲਟੀਆਂ ਆਉਂਦੀਆਂ, ਉਹਦੇ ਵਿੱਚ ਵੀ ਪਲਾਸਟਿਕ ਦੇ ਇਸ ਤਰ੍ਹਾਂ ਦੇ ਟੋਕਨ ਪਾਏ ਜਾਂਦੇ ਨੇ ਵੀ ਪੇਂਟਰ ਭਾਈ ਸਾਡਾ ਮਾਲ ਵੱਧ ਲਾਉਣ ਜਾਂ ਕਿਵੇਂ ਮਰਜ਼ੀ ਕਹਿ ਲਓ। ਇਹ ਜਿਹੜਾ ਟੋਕਨ ਆ, ਟੋਕਨ ਦੇ ਉੱਪਰ ਰੇਟ ਪੈਨਸ਼ਨ ਹੁੰਦਾ 100 ਰੁਪਇਆ, ਵੀ ਇੱਕ ਬਾਲਟੀ 'ਚੋਂ 100 ਰੁਪਈਆ ਨਿਕਲੂ, 10 ਰੁਪਈਏ 20 ਰੁਪਈਏ। ਜਦੋਂ ਆਪਾਂ ਇਹਨੂੰ ਦੁਕਾਨਦਾਰ ਨੂੰ ਕਹਾਂਗੇ ਵੀ ਸਾਨੂੰ ਇਹਦੇ ਬਦਲੇ 'ਚ ਪੈਸੇ ਦੇ, ਉਹ ਕਹੂਗਾ ਟੋਕਨ ਦੇ ਸਾਨੂੰ, ਫਿਰ ਪੈਸੇ ਦਊਂ। ਇਹਨੂੰ ਟੋਕਨ ਕਹਿੰਦੇ ਆਪਾਂ। ਜਿਵੇਂ ਇਹਨਾਂ ਨੂੰ ਟੋਕਨ ਕਹਿੰਦੇ ਆ, ਇਹਨੂੰ ਵੀ ਟੋਕਨ ਕਿਹਾ ਜਾਂਦਾ। ਇਹ ਟੋਕਨ ਦੀ ਵੈਰਾਈਟੀ ਲਾਈ ਆ ਤਾਂ ਕਿ ਬੱਚਿਆਂ ਨੂੰ ਨੌਲੇਜ ਮਿਲੇ ਜਾਂ ਬੰਦੇ ਨੂੰ ਨੌਲੇਜ ਮਿਲੇ ਵੀ ਸਿੱਕਾ ਕਿਹਨੂੰ ਕਹਿੰਦੇ ਆ ਤੇ ਟੋਕਨ ਕਿਹਨੂੰ ਕਹਿੰਦੇ ਆ। ਮਤਲਬ ਜਿਹਨੂੰ ਆਪਾਂ ਕਹਿੰਦੇ ਵੀ ਜਿਹੜਾ ਚੱਲਦਾ ਹੈਗਾ, ਜਿਹਦਾ ਕੁਝ ਖਰੀਦਿਆ ਜਾ ਸਕਦਾ ਹੈਗਾ, ਉਹ ਹੁੰਦਾ ਸਿੱਕਾ। ਹਾਂ, ਜਿਹੜਾ ਚੱਲਦਾ ਹੈਗਾ ਉਹ ਸਿੱਕਾ, ਇਹ ਟੋਕਨ ਆ ਜੀ। ਨਹੀਂ, ਟੋਕਨ ਆ ਜੀ, ਬਿਲਕੁਲ। ਇਦਾਂ ਹੀ ਹੋਰ ਆ, ਮੈਂ ਦੇਖ ਰਿਹਾ ਗੋਲ ਹੈਗੇ ਨੇ, ਸੁਰਾਖ ਵਿੱਚ ਨੇ ਮੋਰੀ ਵਾਲੇ, ਗਲੀ ਵਾਲੇ ਸਿੱਕੇ ਹੁੰਦੇ ਸੀ ਉਹ ਨੇ ਜੀ। ਇਹ ਮਦਰਈ ਸਟੇਟ ਦੇ ਸਿੱਕੇ ਨੇ ਜੀ। ਇਹ ਇੰਡੋ ਸਸੈਨੀਅਨ ਨੇ ਜੀ।
ਇਸ ਤਰ੍ਹਾਂ ਮਤਲਬ ਸਟੈਪ ਬਾਈ ਸਟੈਪ ਇਹ ਸਾਰੇ ਸਿੱਕੇ ਜਿਹੜੇ ਨੇ ਇਕੱਠੇ ਕੀਤੇ ਨੇ। ਇੱਥੇ ਥੋੜਾ ਜਿਹਾ ਹੋਰ ਲਾਗੇ ਕਰ ਦਿਓ ਜੀ, ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਦਰਸ਼ਕ ਸਨ 1010 ਤੋਂ 1153 ਤੱਕ। ਇਹ ਚੋਲਾ ਰਾਜ ਆ ਜੀ, ਚੋਲਾ ਡਾਇਨੈਸਟੀ ਜਿਹਨੂੰ ਕਹਿ ਦਿੰਦੇ ਆ ਆਪਾਂ, ਇਹ ਉਹਦੇ ਸਿੱਕੇ ਨੇ ਜੀ ਸਾਰੇ। ਇੰਨੇ ਵਰੇ ਪੁਰਾਣੇ ਦਰਸ਼ਕੋ ਸਿੱਕੇ ਹੈਗੇ ਨੇ ਜਿਹੜੇ ਅੱਜ ਪ੍ਰਦਰਸ਼ਨੀ ਲੱਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਅੱਜ ਤੁਸੀਂ ਲਾਹਾ ਲੈ ਰਹੇ ਹੋ ਜੀ। ਇਦਾਂ ਹੀ ਹੋਰ ਹੈਗੇ ਨੇ ਅੱਗੇ। ਇਹ ਸਾਰੇ ਅਕਬਰ ਦੇ ਸਿੱਕੇ ਨੇ ਜਿਹਨੂੰ ਆਪਾਂ ਬੰਦਾਮ ਕਹਿ ਦਿੰਦੇ, ਇਹਦੇ ਉੱਪਰ ਲਿਖਿਆ ਵੀ ਹੋਇਆ। ਤੇ ਇਹ ਔਰੰਗਜ਼ੇਬ ਦੇ, ਜਹਾਂਗੀਰ ਦੇ ਸਿੱਕੇ ਨੇ, ਇਸ ਤਰ੍ਹਾਂ ਸ਼ਾਹ ਆਲਮ ਦੇ ਸਿੱਕੇ ਨੇ, ਇਸਲਾਮ ਸ਼ਾਹ ਸੂਰੀ ਦੇ ਸਿੱਕੇ ਨੇ, ਤੇ ਇਹ ਪੰਚਮਾਰਕ ਸਿੱਕੇ ਨੇ 16ਵੀਂ ਸਦੀ ਦੇ। ਆ ਵੀ ਚੌਰ ਸਹੀ ਹੈ ਜੀ, ਮੈਂ ਦੇਖ ਰਿਹਾ। ਹਾਂਜੀ ਬਿਲਕੁਲ ਜੀ। ਤੇ ਇਸ ਤਰ੍ਹਾਂ ਇਹ ਜਿਵੇਂ ਜਿਵੇਂ ਵੀ ਰਾਜੇ ਚੇਂਜ ਹੁੰਦੇ ਗਏ, ਉਹਨਾਂ ਨੇ ਆਪਣਾ ਸਾਈਜ਼ ਵੀ ਚੇਂਜ ਕੀਤਾ, ਉਹਨਾਂ ਨੇ ਆਪਣਾ ਸਟਾਈਲ ਵੀ ਚੇਂਜ ਕੀਤਾ ਸਿੱਕੇ ਦਾ। ਤੇ ਇਹ ਨਵਨਗਰ ਸਟੇਟ ਦੇ ਨੇ ਜੀ, ਇਹ ਕਸ਼ੰਬੀ ਕੁਆਇਨ ਨੇ ਜੀ, ਤੇ ਇਹ ਮਤਲਬ ਗੁਜਰਾਤ ਦੇ ਸੁਲਤਾਨ ਨੇ ਜੀ, ਇਹ ਦਿੱਲੀ ਸੁਲਤਾਨ ਨੇ ਜੀ, ਇਹ ਖਿਲਜੀ ਵੰਸ਼ ਆ ਗਿਆ, ਠੀਕ ਆ ਜੀ। ਤੇ ਇਸ ਤਰ੍ਹਾਂ ਜਿਵੇਂ ਗੌਰੀ ਦੇਵੀ ਹੈਗੇ ਨੇ ਜੀ ਇੱਥੇ ਦਿੱਲੀ ਸੁਲਤਾਨ, ਤੇ ਇਹ ਕੁਸ਼ਾਨ ਪੀਰੀਅਡ ਆ ਗਿਆ ਜੀ, ਲਗਭਗ ਕਹ ਲਓ ਵੀ 2200 ਸਾਲ ਪਹਿਲਾਂ ਕਨਸਿਕ ਕੁਸ਼ਾਨ ਰਾਜਾ ਹੋਇਆ, ਇਹ ਉਹਨਾਂ ਦੇ ਨੇ ਜੀ। ਇਹ ਮਾਲਵਾ ਸੁਲਤਾਨਾਂ ਦੇ ਸਿੱਕੇ ਨੇ, ਇਹ ਅੰਗਰੇਜ਼ਾਂ ਦੇ ਸਿੱਕੇ ਨੇ ਜੀ, ਇਹ ਗਵਾਲੀਅਰ ਦੇ ਸਿੱਕੇ ਨੇ। ਇਸ ਤਰ੍ਹਾਂ ਕਰਕੇ ਇਹ ਟੌਂਕ ਰਿਆਸਤ ਦੇ ਨੇ। ਮਤਲਬ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਵੀ ਇਹ ਰਾਜ ਚੇਂਜ ਹੁੰਦੇ ਗਏ, ਹਰੇਕ ਰਾਜੇ ਨੇ ਆਪਦਾ ਸਿੱਕਾ ਚਲਾਇਆ। ਇਹ ਸਾਰੇ ਸਿੱਕੇ ਮਤਲਬ ਇੱਥੇ ਡਿਸਪਲੇ ਕੀਤੇ ਨੇ। ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਦੱਸੂਗਾ ਕਿ ਜਿਹੜਾ ਅਖੀਰਲਾ ਸਿੱਕਾ ਜਿਹੜਾ ਹੈਗਾ ਸਭ ਤੋਂ ਲਾਸਟ ਵਾਲਾ, ਉਹ ਵੀ ਤੁਹਾਨੂੰ ਦਿਖਾਵਾਂਗੇ। ਔਰ ਮੜ ਜਾ ਇੱਧਰ ਜਿੱਧਰ ਨਾ ਮੈਂ ਤੁਹਾਨੂੰ ਦਰਸ਼ਕੋ ਦੱਸਣਾ ਚਾਹੂੰਗਾ ਕਿ ਥੋੜ੍ਹੇ ਜਿਹੇ ਸਿੱਕੇ ਰਹਿ ਗਏ, ਦੇਖਣ ਤੋਂ ਬਾਅਦ ਜਾਇਓ ਨਾ ਤੁਸੀਂ। ਮੈਂ ਤੁਹਾਨੂੰ ਵੀਰ ਹੋਰਾਂ ਦੇ ਕੋਲੋਂ ਜਾਣਕਾਰੀ ਲੈ ਕੇ ਦਊਂਗਾ। ਜਿਹੜੇ ਪੁਰਾਤਨ ਜੰਗੀ ਹਥਿਆਰ ਸੀਗੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਔਰ ਇੱਕ ਖਾਸ ਇੱਟ ਹੈਗੀ ਆ ਜਿਹੜੀ ਪਾਣੀ ਵਿੱਚ ਤੈਰਦੀ ਹੈਗੀ ਆ, ਉਹ ਵੀ ਦੇਖ ਕੇ ਜਾਇਓ, ਦੇਖਦੇ ਰਹੋ, ਬਣੇ ਰਹੋ। ਅਖੀਰਲਾ ਸਿੱਕਾ ਜਿਹੜਾ ਸਭ ਤੋਂ ਲਾਸਟ ਵਿੱਚ, ਜਿਹੜੇ ਅੱਜ ਤੁਸੀਂ ਦੇਖਦੇ ਆ ਕਰੰਸੀ ਜਿਹੜੀ ਇੰਡੀਆ ਦੇ ਵਿੱਚ, ਉਹ ਤੋਂ ਇਲਾਵਾ ਜਿਹੜੀ ਸਭ ਤੋਂ ਲਾਸਟ ਵਿੱਚ ਜਿਹੜੀ ਹੁਣ ਨਹੀਂ ਚੱਲਦੀ ਹੈਗੀ, ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਜੀ। ਤੇ ਇੱਥੇ ਇਹ ਜਿਵੇਂ ਦਿੱਲੀ ਸੁਲਤਾਨ ਮੁਹੰਮਦ ਬਿਨ ਸ਼ਾਮ, ਜਿਹਨੂੰ ਮੁਹੰਮਦ ਗੌਰੀ ਵੀ ਕਹਿੰਦੇ ਆ, ਇਹ ਉਹ ਵੀ ਸਿੱਕੇ ਨੇ ਇੱਥੇ ਲਾਏ ਹੋਏ। ਇਹ ਗੁਲਬਰਗਾ ਦੇ ਜਿਹੜੇ ਸੁਲਤਾਨ ਨੇ, ਗੁਲਬਰਗਾ ਦੇ ਸੁਲਤਾਨਾਂ ਦੇ ਸਿੱਕੇ ਲਾਏ ਨੇ, ਜਿਹਦੇ ਵਿੱਚ ਅਹਿਮਦ ਸ਼ਾਹ ਟੂ, ਮੁਹੰਮਦ ਸ਼ਾਹ, ਤੇ ਇਸ ਤਰ੍ਹਾਂ ਕਰਕੇ ਸ਼ਮਸ਼ੂਦੀਨ ਅਲਤਮਸ਼, ਸ਼ਮਸ਼ੂਦੀਨ ਮਹਿਮੂਦ ਸ਼ਾਹ, ਅਲਾਉਦੀਨ ਬਹਿਮਣੀ, ਇਸ ਤਰ੍ਹਾਂ ਸਾਰੇ ਅਲੱਗ-ਅਲੱਗ ਨੇਮ ਨੇ ਇਹਨਾਂ ਦੇ। ਤੇ ਸਾਰਿਆਂ ਦੇ ਸਿੱਕੇ ਇੱਥੇ ਲਾਏ ਨੇ। ਜਿਸ ਤਰ੍ਹਾਂ ਇੱਥੇ ਮੈਂ ਦੇਖ ਰਿਹਾ ਕੁਛ ਆ ਕੈਨੇਡਾ ਦੇ ਹੈਗੇ ਨੇ ਜੀ, ਆ ਕੁਛ ਇਹ ਤਾਂ ਲਾਏ ਨੇ ਜੀ ਜਿਹੜੇ ਬੱਚਿਆਂ ਨੂੰ ਹੁਣ ਮਤਲਬ ਉਰਦੂ, ਅਰਬੀ, ਫਾਰਸੀ ਦੀ ਜਿਹੜਿਆਂ ਦੇ ਸਿੱਕਿਆਂ ਦੇ ਉੱਪਰ ਉਕਰੀ ਹੋਈ ਆ, ਜਿਹੜੇ ਪੁਰਾਣੇ ਰਾਜੇ ਮਹਾਰਾਜਿਆਂ ਦੇ ਸਿੱਕੇ ਨੇ, ਵੀ ਉਹਨਾਂ ਦੀ ਸਮਝ ਨਹੀਂ ਹੈਗੀ, ਤਾਂ ਉਹਨਾਂ ਨੂੰ ਇੱਕ ਛੋਟੇ ਬੱਚਿਆਂ ਨੂੰ ਸਿਰਫ ਇੱਕ ਇੰਟਰਸਟ ਪੈਦਾ ਕਰਨ ਲਈ ਕਹਿ ਲਓ, ਜਾਂ ਬੱਚੇ ਨੂੰ ਕਰੇਜ ਵਾਸਤੇ ਇਹ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਜਿਹੜੇ ਕੁਝ ਸਿੱਕੇ ਉਹ ਵੀ ਵਿੱਚ ਮੈਂ ਡਿਸਪਲੇ ਕੀਤੇ ਨੇ, ਤਾਂ ਕਿ ਉਹਨਾਂ ਬੱਚਿਆਂ ਨੂੰ ਇਹਨਾਂ ਦੀ ਥੋੜੀ ਬਹੁਤ ਸਮਝ ਪੈ ਸਕੇ ਵੀ ਇੱਥੇ ਆਹ ਚੀਜ਼ ਲਾਈ ਹੋਈ ਆ, ਆਹ ਚੀਜ਼ ਉੱਥੇ ਪ੍ਰਦਰਸ਼ਨੀ ਲੱਗੀ ਸੀ। ਮਤਲਬ ਇਦਾਂ ਦੀ ਹੀ ਚੀਜ਼ ਇਹ ਆ, ਇਦਾਂ ਪਤਾ ਲੱਗ ਸਕਦਾ। ਆਹ ਪੈਸਾ ਹੁਣ ਚੱਲਦਾ ਆ, ਵੀ ਇਸ ਤਰ੍ਹਾਂ ਆਹ ਪੈਸਾ ਰਾਜਿਆਂ ਵੇਲੇ ਚੱਲਦਾ ਸੀ। ਇਹ ਉਹ ਉਸ ਨੂੰ ਕੰਪੈਰੀਜ਼ਨ ਕਰਨ ਵਾਸਤੇ ਇਹ ਵੀ ਨਾਲ ਮੈਂ ਡਿਸਪਲੇ ਕੀਤੇ ਨੇ ਜੀ। ਤੇ ਇਸ ਤਰ੍ਹਾਂ ਕਰਕੇ ਇਹ ਸਾਰੇ ਜਿਹੜੇ ਹੈਗੇ ਹਮਾਜੂ ਦੇ ਸਿੱਕੇ ਨੇਗੇ, ਇਹ ਹਿੰਦੂ ਸ਼ਾਹੀ ਵੰਸ਼ ਆ ਗਿਆ ਜੀ, ਤੇ ਇਹ ਗਵਾਲੀਅਰ ਦੇ ਸਟੇਟ ਦੇ ਸਿੱਕੇ ਆ ਗਏ ਜੀ। ਤੇ ਇਧਰ ਜਿਹੜੇ ਹੈਗੇ ਆ ਇਹ ਸੂਰੀ ਡਾਇਨੈਸਟੀ ਆ ਗਈ ਜੀ, ਇਹ ਸ਼ੇਰ ਸ਼ਾਹ ਸੂਰੀ ਆ ਗਿਆ ਜੀ, ਇਹ ਸਲਾਮ ਸ਼ਾਹ ਸੂਰੀ ਆ ਗਿਆ ਜੀ, ਇਹ ਆਦਲ ਸ਼ਾਹ ਸੂਰੀ ਆ ਗਿਆ ਜੀ। ਤੇ ਇਸ ਤੋਂ ਬਿਨਾ ਹੁਣ ਜੇ ਆਪਾਂ ਗੱਲ ਕਰੀਏ ਸੂਰੀ ਡਾਇਨੈਸਟੀ ਦੀ, ਸੂਰੀ ਡਾਇਨੈਸਟੀ ਦੇ ਵਿੱਚ ਸਿਰਫ ਆਮ ਜ਼ਿਆਦਾਤਰ ਜਿਹੜਾ ਪ੍ਰਚਲਿਤ ਨਿਯਮ ਆ ਉਹ ਸ਼ੇਰ ਸ਼ਾਹ ਹੀ ਮੰਨਿਆ ਜਾਂਦਾ। ਜ਼ਿਆਦਾਤਰ ਕਿਸੇ ਨੂੰ ਪੁੱਛ ਲਓ ਵੀ ਕਿਹੜਾ ਕਿਹੜਾ ਸਿੱਕਾ ਹੋਇਆ ਸੂਰੀ ਦਾ, ਉਹ ਕੱਲਾ ਸ਼ੇਰ ਸ਼ਾਹ ਹੀ ਕਹੂਗਾ ਵੀ ਸ਼ੇਰ ਸ਼ਾਹ ਹੋਇਆ। ਸ਼ੇਰ ਸ਼ਾਹ ਦੇ ਵਿੱਚ ਸ਼ੇਰ ਸ਼ਾਹ ਸੂਰੀ ਹੋਇਆ ਜੀ, ਇਸਲਾਮ ਸ਼ਾਹ ਸੂਰੀ ਹੋਇਆ, ਆਦਲ ਸ਼ਾਹ ਸੂਰੀ ਹੋਇਆ। ਆਦਲ ਸ਼ਾਹ ਤੋਂ ਬਿਨਾ ਜਿਨ੍ਹਾਂ ਦੇ 2 ਰਾਜਿਆਂ ਦੇ ਸਿੱਕੇ ਬਹੁਤ ਘੱਟ ਨਿਕਲੇ ਨੇ, ਇੱਕ ਨੇ 3 ਮਹੀਨੇ ਰਾਜ ਕੀਤਾ, ਇੱਕ ਨੇ 1 ਮਹੀਨਾ ਰਾਜ ਕੀਤਾ, ਉਹਨਾਂ ਦੇ ਸਿੱਕੇ ਜਿਹੜੇ ਆ ਸਿਕੰਦਰ ਸੂਰੀ ਤੇ ਇਬਰਾਹਿਮ ਸੂਰੀ, ਉਹਨਾਂ ਦੇ ਸਿੱਕੇ ਵੀ ਮੇਰੇ ਕੋਲ ਹੈਗੇ ਆ। ਜਿਹਨੇ ਰੇਅਰ ਤੋਂ ਰੇਅਰ ਜੀ, ਉਹ ਵੀ ਦਿਖਾ ਦਿਓ ਜੀ, ਜਿਨ੍ਹਾਂ ਨੇ ਬਹੁਤ ਹੀ ਥੋੜਾ ਸਮਾਂ ਰਾਜ ਕੀਤਾ ਐਵੇਂ ਹੀ। ਬਿਲਕੁਲ ਜੀ ਬਿਲਕੁਲ। ਉਹ ਸਿੱਕੇ ਮਤਲਬ ਰੇਅਰ ਹੋਣ ਕਰਕੇ ਮੈਂ ਆਪਣੇ ਮਤਲਬ ਕੋਲੇ ਰੱਖਦਾ, ਜਾਂ ਵੀ ਉਹ ਮਹਿੰਗੇ ਹੋਣ ਕਰਕੇ। ਤੇ ਇਧਰ ਜੀ ਦਰਸ਼ਕੋ, ਆਸ ਕਰਦਾ ਕਿ ਤੁਸੀਂ ਖੂਬ ਲਾਹਾ ਲੈ ਰਹੇ ਹੋਵੋਗੇ। ਕਿੰਨੀ ਮਿਹਨਤ ਕੀਤੀ ਆ ਵੀਰ ਹੋਰਾਂ ਨੇ, ਉਹਨਾਂ ਦਾ ਕੀਤਾ ਹੋਇਆ ਕੰਮ ਸਾਰਾ ਕੁਝ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਆ। 2700 ਵਰੇ 2700 ਸਾਲ ਪਹਿਲਾਂ ਜੀ ਪੁਰਾਣੇ ਸਿੱਕੇ। ਪੋਕਟ ਉਧਰ ਪਈ, ਉਹ ਪੋਕਟ ਉਧਰ ਰਹਿ ਗਈ। ਅੱਛਾ, ਉਹ ਉਧਰ ਰਹਿ ਗਈ ਆ। ਅੱਛਾ, ਮੈਂ ਜਿਹੜੇ ਇੱਧਰ ਮੈਂ ਦੇਖ ਰਿਹਾ ਕੁਛ ਹੈ ਤਾਂ ਮੇਰੀ ਸਮਝ ਵਿੱਚ ਵੀ ਆ ਰਹੇ ਹੈਗੇ ਆ। ਆ ਵੀ ਥੋੜਾ ਜਿਹਾ ਆਪਣੇ ਇੰਡੀਆ ਦੇ ਰਿਪਬਲਿਕ ਇੰਡੀਆ ਦੇ ਪੈਸੇ ਨੇ ਜੀ, ਜਿਹਦੇ ਵਿੱਚ 1947 ਤੋਂ ਬਾਅਦ ਵਾਲੇ ਸਿੱਕੇ ਨੇ, ਜਿਹੜੇ ਆਪਣੇ ਰਿਪਬਲਿਕ ਇੰਡੀਆ ਨੇ ਜਾਰੀ ਕੀਤੇ, ਜਾਨੀ ਇੰਡੀਆ ਬਣਨ ਤੋਂ ਬਾਅਦ, ਅੱਡ ਹੋਣ ਤੋਂ ਬਾਅਦ ਜਿਹੜਾ ਸਿੱਕਾ ਬਣਿਆ ਜੀ ਇਹ। ਆ ਸਿੱਕੇ ਉਹ ਨੇ ਜੀ ਜਿਹੜੇ ਆਪਾਂ ਮੈਨੂੰ ਲੱਗਦਾ ਛੋਟੇ ਹੁੰਦੇ ਆ
ਦੁਕਾਨ ਤੇ ਜਾ ਕੇ ਤੇ ਚੀਜ਼ੀ ਲੈ ਕੇ ਖਾਂਦੇ ਰਹੇ ਆ। ਹਾਂਜੀ ਜੀ 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 ਬਿਲਕੁਲ ਉਹੀ ਸਿੱਕੇ ਨੇ ਜੀ। ਤੇ ਇਹ ਜਹਾਂਗੀਰ ਦੇ ਸਿੱਕੇ, ਅਕਬਰ ਦੇ ਸਿੱਕੇ, ਹਮਾਯੂ ਦੇ ਸਿੱਕੇ, ਇਸ ਤਰ੍ਹਾਂ ਕਰਕੇ ਸਾਰੇ ਸਿੱਕੇ ਇੱਥੇ ਲਾਏ ਹੋਏ ਨੇ ਜੀ। ਜੀ 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 ਹਾਂ, ਆਪਾਂ ਹੁਣ ਉਧਰ ਚਲ ਜਾਂਦੇ ਆ ਜੀ। ਮੈਨੂੰ ਲੱਗਦਾ ਕਿ ਜਿਹੜੇ ਜੰਗੀ ਪੁਰਾਤਨ ਹਥਿਆਰ ਹੈਗੇ ਨੇ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ। ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਇੱਕ ਖਾਸ ਇੱਟ ਹੈਗੀ ਆ ਇੱਥੇ ਜਿਹੜੀ ਕਿ ਪਾਣੀ ਵਿੱਚ ਤੈਰ ਰਹੀ ਹੈਗੀ ਆ, ਬੜੀ ਖਿੱਚ ਦਾ ਕੇਂਦਰ ਰਹੀ ਹੈਗੀ ਆ, ਉਹ ਵੀ ਮੈਂ ਤੁਹਾਨੂੰ ਦਿਖਾਊਂਗਾ। ਅੱਜ ਆਪਾਂ ਗੁਰਦੁਆਰਾ ਸ਼ਹੀਦਾਂ ਮਾਲਪੁਰ ਹੈਗੇ ਆ, ਜਿੱਥੇ ਆਪਾਂ ਇੱਕ ਵਾਰ ਨਿਸ਼ਾਨ ਸਾਹਿਬ ਦੇ ਦਰਸ਼ਨ ਜ਼ਰੂਰ ਕਰਾ ਦਿਓ ਜੀ। ਨਿਸ਼ਾਨ ਸਾਹਿਬ ਆਪਾਂ ਆਮ ਕਹਿੰਦੇ ਆ ਕਿ ਝੂਲ ਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ, ਗੁਰੂ ਮਹਾਰਾਜ ਜੀ ਦੇ ਨਿਸ਼ਾਨ ਝੂਲਦੇ ਰਹਿਣ। ਇਹ ਜਦੋਂ ਤੋਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈਗੀ ਆ, ਗੁਰੂ ਕੇ ਨਿਸ਼ਾਨ ਇਦਾਂ ਹੀ ਝੂਲਦੇ ਪਏ ਹੈਗੇ ਆ। ਪੁਰਾਤਨ ਗ੍ਰੰਥ ਹੋ ਗਏ, ਪੁਰਾਤਨ ਵਿਰਾਸਤਾਂ, ਪੁਰਾਤਨ ਜੰਗੀ ਹਥਿਆਰ, ਪੁਰਾਤਨ ਸਿੱਕੇ, ਸਾਰਾ ਕੁਝ ਜਿਹੜਾ ਹੈਗਾ ਸਾਡੀ ਨਵੀਂ ਪੀੜ੍ਹੀ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈਗੀ ਆ, ਤਾਂ ਕਿ ਨਵੀਂ ਪੀੜ੍ਹੀ ਪੂਰਾ ਲਾਹਾ ਲੈ ਸਕੇ ਭਈ ਸਾਡਾ ਸੱਭਿਆਚਾਰ ਕੀ ਹੈਗਾ, ਸਾਡੇ ਪੁਰਖੇ ਜਿਹੜੇ ਹੈਗੇ ਆ ਉਹ ਕਿਹਨਾਂ ਹਥਿਆਰਾਂ ਦੇ ਨਾਲ ਜੰਗਾਂ ਯੁੱਧਾਂ ਨੂੰ ਲੜਦੇ ਰਹੇ ਔਰ ਦੁਸ਼ਮਣਾਂ ਦੇ ਆਹੂ ਲਾਉਂਦੇ ਰਹੇ। ਪੁਰਾਤਨ ਇਤਿਹਾਸ ਹੈਗੇ ਆ, ਤੁਸੀਂ ਇੱਕ ਵਾਰ ਸਾਰੇ ਦਰਸ਼ਨ ਕਰ ਲਓ, ਫਿਰ ਭਾਈ ਸਾਹਿਬ ਦੇ ਕੋਲੋਂ ਸਾਰੀ ਜਾਣਕਾਰੀ ਆਪਾਂ ਲਵਾਂਗੇ ਇਹਨਾਂ ਦੇ ਬਾਰੇ। ਆਪਾਂ ਇਤਿਹਾਸ ਤੁਸੀਂ ਪੜ੍ਹਦੇ ਰਹੇ ਹੈਗੇ ਆ ਕਿ ਜਿਨ੍ਹਾਂ ਮਾਈਆਂ ਬੀਬੀ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਲਏ, ਆਪਣੇ ਗਲਾਂ 'ਚ ਹਾਰ ਪਵਾ ਲਿਆ, ਪਰ ਧਰਮ ਨਹੀਂ ਸੀ ਉਹਨਾਂ ਨੇ ਛੱਡਿਆ। ਔਰ ਜਿੱਥੇ ਗੁਰੂ ਕੇ ਪਿਆਰੇ ਸਿੱਖਾਂ ਨੇ ਸ਼ਾਂਤਮਈ ਰਹਿ ਕੇ ਕੁਰਬਾਨੀਆਂ ਕੀਤੀਆਂ ਨੇ, ਸਮੇਂ ਦੀਆਂ ਹਕੂਮਤਾਂ ਦੇ ਜ਼ੁਲਮ ਝੱਲੇ ਆ, ਉੱਥੇ ਦੁਸ਼ਮਣਾਂ ਦੇ ਆਹੂ ਵੀ ਲਾਏ ਨੇ। ਗੁਰੂ ਕੇ ਪਿਆਰੇ ਸਿੱਖਾਂ ਨੇ ਸਾਰਾ ਕੁਝ ਕੀਤਾ ਹੈਗਾ। ਆਹ ਪੁਰਾਤਨ ਹਥਿਆਰ ਹੈਗੇ ਨੇ ਭਾਈ ਸਾਹਿਬ ਜੀ, ਇਹਨਾਂ ਬਾਰੇ ਵੀ ਜਾਣਕਾਰੀ ਜੀ। ਇਹ ਜਿਸ ਤਰ੍ਹਾਂ ਇਹ ਤੀਰ ਮੈਂ ਲਾਏ ਹੋਏ ਨੇ ਇੱਥੇ, ਤੇ ਤੀਰਾਂ ਦੀ ਵੈਰਾਈਟੀ ਆ ਜਿਹੜੇ ਕਿ ਮਤਲਬ ਹੱਥ ਨਾਲ ਪਹਿਲਾਂ ਕੁੱਟ ਕੇ ਬਣਦੇ ਹੁੰਦੇ ਸੀ, ਹੈਂਡਮੇਡ ਸਾਰੇ ਤੀਰ ਨੇਗੇ। ਤੇ ਪੁਰਾਣੇ ਗੰਡਾਸੇ ਹੋ ਗਏ। ਇਹ ਜਿਹੜਾ ਨਾਭਾ ਰਿਆਸਤ ਆ, ਮੈਨੂੰ ਲੱਗਦਾ ਕਿ ਇਹ ਕਾਨਾ, ਹਾਂਜੀ ਇਹ ਕਾਨਾ ਹੈ ਜੀ। ਕਾਨੇ ਦੇ ਵਿੱਚ ਮਤਲਬ ਮੂਹਰੇ ਜਿਹੜੀ ਆ ਨੋਕ ਪਾਈ ਹੁੰਦੀ ਆ, ਤੇ ਇਹਦੇ ਨਾਲ ਇੱਥੇ ਧਾਗਾ ਲਾਇਆ ਜਾਂਦਾ, ਇਹਨੂੰ ਟਾਈਟ ਘੁਮਾ ਕੇ ਟਾਈਟ ਹੋ ਜਾਂਦੀ ਇਹਦੀ ਜਿਹੜੀ ਨੋਕ ਆ। ਤੇ ਇਹ ਮੁਖੀ ਜਿਹੜੀ ਆ ਕੱਢ ਵੀ ਸਕਦੇ ਆ, ਨਵੀਂ ਹੋਰ ਪਾ ਵੀ ਸਕਦੇ ਆ। ਤੇ ਉਸੇ ਤਰ੍ਹਾਂ ਇਹ ਗੰਡਾਸਾ ਜੀ, ਇਹ ਪੁਰਾਤਨ। ਤੇ ਇਹ ਜਿਹੜਾ ਨਾਭਾ ਰਿਆਸਤ ਦੇ ਫੌਜੀ ਨੰਬਰ 33 ਦੀ ਕਿਰਪਾਨ ਆ ਜੀ। ਇਹਦੇ ਉੱਪਰ ਇੱਥੇ ਸਾਈਡ ਤੇ ਮੈਂਸ਼ਨ ਕੀਤਾ ਹੋਇਆ। ਤੇ ਉਹ ਟਾਈਮ ਪੈ ਕੇ ਜਿਵੇਂ ਕਹ ਲਓ ਵੀ ਲੋਹੇ ਨੂੰ ਹਲਕਾ ਜਿਹਾ ਬਰਾਊਨ ਹੋ ਗਿਆ ਤੇ ਉਹ ਰਗੜ ਕੇ ਸਾਫ਼ ਹੋ ਕੇ ਦਿਖਦਾ ਜੀ। ਤੇ ਇਹ ਜਿਹੜੀਆਂ ਨੇ ਤੀਰਾਂ ਦੀਆਂ ਵੈਰਾਈਟੀਆਂ ਨੇ, ਅਲੱਗ-ਅਲੱਗ ਨੋਕਾਂ ਨੇ ਜੀ। ਤੇ ਜਿਹਦੇ ਵਿੱਚ ਵੀ ਕਿਹੜਾ ਤੀਰ ਕਿੱਥੇ ਵਰਤਿਆ ਜਾਣਾ ਇਹ ਬਹੁਤ ਮਹੱਤਵਪੂਰਨ ਆ। ਵੀ ਜਿਵੇਂ ਲੋਹੇ ਦੇ ਜਿਹੜੇ ਟੋਪ ਨੇ ਉਹਨਾਂ ਨੂੰ ਭੰਨਣ ਵਾਸਤੇ ਇਸ ਤਰ੍ਹਾਂ ਦੇ ਤੀਰ ਵਰਤੇ ਜਾਂਦੇ ਸੀ, ਇਹ ਨੋਕ ਲੱਗਦੀ ਸੀ। ਛੋਟੇ ਜਾਨਵਰਾਂ ਵਾਸਤੇ ਛੋਟਾ, ਵੱਡੇ ਜਾਨਵਰਾਂ ਵਾਸਤੇ ਵੱਡਾ, ਇਸ ਤਰ੍ਹਾਂ ਕਰਕੇ ਇਹ ਸਾਰੇ। ਤੇ ਜਿਸ ਤਰ੍ਹਾਂ ਮੈਂ ਸਾਰੇ ਤੀਰਾਂ ਦੀ ਇਹ ਵੈਰਾਈਟੀ ਲਾਈ ਆ, ਤੇ ਇਹ ਜਿਹੜਾ ਤੀਰ ਮੈਂ ਤੁਹਾਨੂੰ ਦਿਖਾਉਣ ਲੱਗਿਆ, ਇਹ ਦੇਖੋ, ਇਹ ਮੂਹਰੋਂ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਹਥੌੜਾ ਹੁੰਦਾ। ਆਮ ਜ਼ਿਆਦਾਤਰ ਜਦੋਂ ਆਪਾਂ ਤੀਰ ਦਾ ਨਾਮ ਲੈਂਦੇ ਆ ਤਾਂ ਤੀਰ ਜਿਹੜਾ ਆ ਉਹ ਦਿਮਾਗ ਜਦੀ ਆ ਜਾਂਦਾ ਵੀ ਤਿੱਖਾ ਹੋਊਗਾ। ਵੀ ਇਹ ਜਿਹੜਾ ਆ ਇਹ ਹੈਮਰ ਤੀਰ ਆ ਜੀ। ਜਿਸ ਤਰ੍ਹਾਂ ਇਹ ਜਿਹੜਾ ਤੀਰ ਜਦੋਂ ਇੱਕ ਦੁਸ਼ਮਣ ਦੀ ਫੌਜ ਦੂਜੇ ਦੁਸ਼ਮਣ ਮਤਲਬ ਰਾਜੇ ਦੇ ਨਾਲ ਲੜਨ ਵਾਸਤੇ ਜਾਂਦੀ ਸੀ, ਤੇ ਉੱਥੇ ਕਿਲੇ ਦੇ ਅੰਦਰ ਮਤਲਬ ਐਂਟਰ ਕਰਨਾ ਹੁੰਦਾ ਸੀ, ਤੇ ਦੋ ਲੋਹੇ ਦੀਆਂ ਪਲੇਟਾਂ ਦੇ ਵਿਚਾਲੇ ਇੱਕ ਕੱਪੜੇ ਨੂੰ ਬਰੂਦ ਲਾ ਕੇ ਉਹ ਲੋਹੇ ਦੀਆਂ ਪਲੇਟਾਂ ਆਲੇ ਦੁਆਲੇ ਰੱਖ ਕੇ ਉਹਨੂੰ ਕਿਲੇ ਦੀ ਦੀਵਾਰ ਦੇ ਨਾਲ ਜਾ ਕੇ ਕਿਲੇ ਦੇ ਗੇਟ ਮੂਹਰੇ ਰੱਖਿਆ ਹੁੰਦੇ ਸੀ। ਉਦੋਂ ਬਾਅਦ ਦੂਰ ਖੜ ਕੇ ਜਦੋਂ ਇਹਦੇ ਇਸ ਤੀਰ ਨਾਲ ਨਿਸ਼ਾਨਾ ਲਾਇਆ ਜਾਂਦਾ ਸੀ, ਜਦੋਂ ਉਹ ਲੋਹੇ ਦੀ ਪਲੇਟ ਦੇ ਉੱਪਰ ਚੋਟ ਕਰਦਾ ਸੀ, ਉਹ ਦੋਨੇ ਪਲੇਟਾਂ ਆਪਸ ਦੇ ਵਿੱਚ ਵਿਚਾਲੇ ਬਰੂਦ ਹੁੰਦਾ ਸੀ, ਉਹ ਧਮਾਕੇ ਨਾਲ ਗੇਟ ਉੱਡ ਜਾਂਦਾ ਸੀ, ਜਿਹੜੀ ਦੁਸ਼ਮਣ ਅੰਦਰ ਵੜ ਜਾਂਦਾ ਸੀ। ਇਹ ਜਿਹੜਾ ਆ ਇਹਨੂੰ ਹੈਮਰ ਤੀਰ ਕਹਿੰਦੇ ਨੇ। ਇਹ ਤੀਰ ਵੀ ਇੱਥੇ ਲਾਇਆ ਹੋਇਆ। ਬਾਕੀ ਜਿਹੜਾ ਜਾਰਜ 6 ਸੀ, ਜਾਰਜ 6 ਦੇ ਨਾਲ ਜਿਹੜੇ ਮਤਲਬ ਸਿੱਖ ਸੂਬੇਦਾਰ ਹੁੰਦੇ ਸੀਗੇ ਬ੍ਰਿਟਿਸ਼ ਟਾਈਮ ਦੇ ਵਿੱਚ, ਇਹ ਜਾਰਜ 6 ਦੀ ਜਿਹੜੇ ਸੂਬੇਦਾਰ ਆ, ਉਹ ਸੂਬੇਦਾਰ ਦੀ ਕਿਰਪਾਨ ਆ ਜੀ, ਜਿਹਦੇ ਉੱਪਰ ਉਹਦਾ ਜਾਰਜ 6 ਦਾ ਲੋਗੋ ਲੱਗਿਆ ਹੋਇਆ ਜੀ। ਇਹ ਸਿੰਬਲ ਬਣਿਆ ਹੋਇਆ ਬਕਾਇਦਾ ਇਹਦੇ ਉੱਪਰ। ਇਹ ਜਾਰਜ 6 ਦੇ ਸਿੱਖ ਸੂਬੇਦਾਰ ਦਾ ਮਤਲਬ ਜਿਹੜਾ ਉਹਦਾ ਸਿਪੇ ਸਾਲਾਰ ਸੀ, ਉਹਦਾ ਮਤਲਬ ਇਹ ਉਹਦੀ ਕਿਰਪਾਨ ਆ ਜੀ। ਤੇ ਇਹ ਜਿਹੜਾ ਹੈਗਾ ਜੀ, ਇਹਨੂੰ ਗੁਪਤੀ ਕਹਿੰਦੇ ਆ ਜੀ। ਇਹਦੇ ਉੱਪਰ ਇੱਕ ਕਵਰ ਚੜਿਆ ਹੁੰਦਾ ਗੋਲ ਦਾ, ਦੇਖਣ ਨੂੰ ਉਹ ਲੱਗਦੀ ਹੈ ਜਿਵੇਂ ਆਪਾਂ ਤੁਰ ਕੇ ਜਾਂਦੇ ਹਾਂ ਖੁੰਡੀ। ਜਦੋਂ ਉਹਦੇ ਕੋਈ ਲੋੜ ਪੈਣ ਤੇ ਉਹ ਵਿੱਚੋਂ ਕੱਢਦੇ ਆ ਤਾਂ ਵਿੱਚੋਂ ਇਸ ਤਰ੍ਹਾਂ ਦਾ ਹਥਿਆਰ ਨਿਕਲਦਾ। ਇਹਦਾ ਨਾਮ ਹੈਗਾ ਗੁਪਤੀ। ਹਾਂਜੀ। ਤੇ ਇਹ ਹੈਗਾ ਜੀ ਤੇਗਾ। ਤੇ ਇਸ ਤਰ੍ਹਾਂ ਦੇ ਮਤਲਬ ਜਿਹੜੇ ਹੈਗੇ ਤੇਗਾ, ਹਾਂਜੀ ਇਹ ਤੇਗਾ ਜੀ, ਫੌਲਾਦ ਦਾ ਤੇਗਾ। ਬਾਕੀ ਇਹ ਕਿਰਚ ਆ ਜੀ ਛੋਟੀ, ਇਹ ਛੋਟੀ ਕਿਰਪਾਨ ਆ ਜੀ। ਇਹ ਸਿੱਧੀ ਕਿਰਪਾਨ ਆ ਜੀ,
ਜਿਹਨੂੰ ਕਿਰਚ ਤਲਵਾਰ ਵੀ ਕਹਿ ਦਿੰਦੇ ਆਪਾਂ ਤੇ ਇਸ ਤਰ੍ਹਾਂ ਇਹ ਵੀ ਸਾਰੀਆਂ ਅਲੱਗ-ਅਲੱਗ ਵੈਰਾਈਟੀਆਂ ਨੇਗੀਆਂ। ਇਹ ਆ ਗਈ ਜੀ ਕਟਾਰਾਂ ਦੀ ਵੈਰਾਈਟੀ, ਵੀ ਕਟਾਰ ਕਿੰਨੇ ਟਾਈਪ ਦੀ ਹੁੰਦੀ ਹੈ ਤੇ ਕਿਹੜੇ-ਕਿਹੜੇ ਸਾਈਜ਼ 'ਚ ਹੁੰਦੀ ਹੈ। ਜਿੰਨੀ ਇੱਕ ਮਤਲਬ ਮੈਂ ਇਕੱਠੀਆਂ ਕੀਤੀਆਂ ਨੇ ਉਹ ਇੱਥੇ ਡਿਸਪਲੇ ਕੀਤੀਆਂ ਨੇ। ਇਹ ਕਟਾਰ ਆ ਜੀ, ਇਹ ਜਿਹੜੀਆਂ ਨੇ ਇਹ ਨੇਜੇ ਦੇ ਜਿਹੜੇ ਮੂਹਰੇ ਡੰਡੇ ਦੇ ਲੱਗਦਾ ਆਪਣਾ ਨੇਜਾ ਜਿਹਨੂੰ ਕਹਿ ਦਿੰਦੇ ਆ, ਇਹ ਉਹਦੀਆਂ ਮਤਲਬ ਨੋਕਾਂ ਨੇ ਜੀ। ਤੇ ਇਸ ਤਰ੍ਹਾਂ ਹੀ ਇਹ ਤੀਰ ਦੀ ਸਾਰੀ ਵੈਰਾਈਟੀ ਲੱਗੀ ਆ। ਤੇ ਜਿਹੜਾ ਛੁਰਾ ਆ, ਛੁਰਾ ਕਿੰਨੇ ਤਰ੍ਹਾਂ ਦਾ ਹੁੰਦਾ, ਜਿਵੇਂ 2 ਤਰ੍ਹਾਂ ਦੇ ਛੁਰੇ ਮੈਨੂੰ ਮਿਲੇ ਨੇ। ਇਹ ਉਹ 2 ਵੈਰਾਈਟੀਆਂ ਲਾਈਆਂ ਨੇ। ਇਹ ਛੁਰੇ ਦੀ ਇੱਕ ਵੈਰਾਈਟੀ ਹੈ, ਦੂਜੀ ਵੈਰਾਈਟੀ ਹੈ ਇਹ ਚਾਂਦੀ ਦਾ ਕਵਰ ਆ ਜੀ, ਇਹਦਾ ਚਾਂਦੀ ਦਾ ਹੀ ਮੁੱਠਾ ਆ। ਓਕੇ ਜੀ, ਹਾਂਜੀ। ਤੇ ਇਹ ਜਿਹੜਾ ਆ ਸੈਕੰਡ ਵਰਲਡ ਵਾਰ ਵੇਲੇ ਇਹ ਜਿਹੜਾ ਫੌਜੀਆਂ ਨੂੰ ਮਿਲਿਆ ਹੋਇਆ ਚਾਕੂ ਆ ਤੇ ਇਹਦੇ ਵਿੱਚ ਫੌਜੀ ਨੰਬਰ ਵੀ ਮੈਂਸ਼ਨ ਆ ਬਕਾਇਦਾ। ਤੇ ਹਾਂਜੀ ਇਹਦੇ ਉੱਪਰ ਕਿਹੜੇ ਫੌਜੀ ਦੇ ਕੋਲ ਸੀਗਾ, ਉਸ ਫੌਜੀ ਦਾ ਜਿਹੜਾ ਨੰਬਰ ਸੀਗਾ, ਜਿਵੇਂ ਅੱਜ ਬੈਲਟ ਨੰਬਰ ਹੁੰਦੀ ਆ ਮੈਂਸ਼ਨ ਆ ਜੀ, ਨੰਬਰ ਮੈਂਸ਼ਨ ਹੋਇਆ ਉਹਦੇ ਵਿੱਚ। ਤੇ ਵਿਸ਼ੂਆ ਤੇ ਖੰਜਰ ਕਿਹਨੂੰ ਕਹਿੰਦੇ ਆਪਾਂ, ਉਹਦੀ ਕਿਹੜੀ ਵੈਰਾਈਟੀ ਹੁੰਦੀ ਆ, ਉਹ ਕਿਹੋ ਜੀ ਸ਼ੇਪ ਹੁੰਦੀ ਆ। ਇਹ ਸਾਰੀ ਵਿਸ਼ੂਆ ਤੇ ਜਿਹੜੇ ਖੰਜਰ ਦੀ ਵੈਰਾਈਟੀ ਆ। ਇਹ ਛੋਟੀਆਂ ਕਿਰਪਾਨਾਂ ਨੇ ਜਿਹੜੇ ਛੋਟੇ ਭਚੰਗੀਆਂ ਦੀਆਂ। ਤੇ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਥੱਲੇ ਮੈਂ ਇੱਥੇ ਇਸ ਤਰ੍ਹਾਂ ਦੀਆਂ ਕਿਰਪਾਨਾਂ ਅਲੱਗ-ਅਲੱਗ ਖੰਜਰ ਰੱਖੇ ਨੇ, ਅਲੱਗ-ਅਲੱਗ ਹਥਿਆਰ ਰੱਖੇ ਨੇ ਜਿਹੜੇ ਕਿ ਪਹਿਲਾਂ ਜੰਗਾਂ ਦੇ ਵਿੱਚ ਵਰਤੇ ਜਾਂਦੇ ਸੀ। ਤੇ ਕੋਸ਼ਿਸ਼ ਕੀਤੀ ਆ ਵੀ ਆਪਣੇ ਇਤਿਹਾਸ ਨੂੰ ਸਾਂਭ ਕੇ ਆਪਾਂ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ ਆਪਾਂ ਦਿਖਾ ਸਕੀਏ, ਕੁਝ ਆਪਣਾ ਵਿਰਸਾ ਸਾਂਭ ਸਕੀਏ। ਅੱਛਾ, ਮੈਂ ਚਾਹੁੰਦਾ ਕਿ ਆ ਜਿਹੜੇ ਤੀਰ ਹੈਗੇ ਨੇ ਜਾਂ ਹੋਰ ਆ ਸਾਰਾ ਹਥਿਆਰ ਜਿਹੜੇ ਹੈਗੇ ਨੇ, ਕੋਈ ਹੈ ਜਾਣਕਾਰੀ ਵੀ ਕਿੰਨੇ ਕੁ ਵਰੇ ਪੁਰਾਣੇ ਨੇ? ਇਹ ਲਗਭਗ ਇਹਨਾਂ ਦਾ ਜਿਹੜਾ ਪੀਰੀਅਡ ਆ ਉਹ 250-300 ਸਾਲ ਦਾ ਪੀਰੀਅਡ ਆ ਸਾਰਿਆਂ ਦਾ। ਤੇ ਉਸ ਤੋਂ ਬਾਅਦ ਜਿਹੜਾ ਪੀਰੀਅਡ ਆ ਉਹ ਜਿਸ ਤਰ੍ਹਾਂ ਆ ਇਹ ਇੱਥੇ ਹੀ ਪ੍ਰਦਰਸ਼ਨੀ ਦੇ ਵਿੱਚ ਕੋਈ ਬੰਦਾ ਮਤਲਬ ਦੇ ਗਿਆ, ਇਸ ਤਰ੍ਹਾਂ ਕੋਈ ਵਾਰੀ ਕੋਈ ਚੀਜ਼ ਐਂ ਦੇ ਜਾਂਦਾ। ਤੇ ਬਾਕੀ ਜਿਹੜਾ ਸਾਰਾ ਸਮਾਨ ਆ ਲਗਭਗ ਆਪਣਾ ਪੁਰਾਤਨ ਆ ਜੀ, ਸਾਰਾ 250-300 ਸਾਲ ਦਾ ਪੀਰੀਅਡ ਆ। ਅੱਛਾ, ਇਹ ਤੁਸੀਂ ਕਿੱਥੋਂ ਪ੍ਰਾਪਤ ਕੀਤਾ ਤੇ ਕਿਵੇਂ ਤੁਹਾਨੂੰ ਸਾਰਾ ਕੁਝ ਇਹ ਮਿਲਿਆ? ਇਹਨੂੰ ਇਕੱਠੇ ਕਰਦਿਆਂ ਨੂੰ ਮੈਨੂੰ ਲਗਭਗ 28 ਸਾਲ ਹੋ ਗਏ ਜੀ। ਤੇ ਸਿੱਕੇ ਵੀ ਮੈਂ ਇਕੱਠੇ ਕਰਦਾ ਜੀ, ਹੱਥ ਲਿਖਤ ਗ੍ਰੰਥ ਵੀ ਇਕੱਠੇ ਕਰਦਾ ਤੇ ਪੁਰਾਤਨ ਸ਼ਾਸਤਰ ਵੀ ਇਕੱਠੇ ਕਰਦਾ ਤੇ ਪਿੰਡੂ ਸੱਭਿਆਚਾਰ ਦੀਆਂ ਚੀਜ਼ਾਂ ਵੀ ਇਕੱਠੀਆਂ ਕਰਦਾ। ਅੱਛਾ, ਇਹ ਫਿਰ ਕਿਵੇਂ ਪਤਾ ਲੱਗਦਾ ਵੀ ਇਹ ਵਾਕਈ ਪੁਰਾਤਨ ਆ ਜਾਂ ਕੌਣ ਕਿਹਦੇ ਕੋਲ ਪਿਆ ਹੁੰਦਾ ਸਮਾਨ ਇਹ? ਇਹ ਬਾਬਾ ਜੀ ਜਿਹੋ ਜਿਹੇ ਕੰਮ ਦੇ ਵਿੱਚ ਆਪਾਂ ਜਾਂਦੇ ਆ ਉਹ ਜਿਹਾ ਐਕਸਪੀਰੀਅੰਸ ਹੋ ਜਾਂਦਾ ਬੰਦੇ ਨੂੰ। ਤੇ ਬਾਕੀ ਜੰਗਾਲ ਨੂੰ ਦੇਖ ਕੇ ਜੱਜਮੈਂਟ ਹੋ ਜਾਂਦੀ ਹੈ, ਜਿੰਨੀ ਕਾਲਸ ਹੋਊਗੀ ਜ਼ਿਆਦਾ ਮਤਲਬ ਕਾਲਾ ਸ਼ਾਹ ਹੋਊਗੀ ਜੰਗਾਲ, ਉਨੀ ਪੁਰਾਤਨ ਹੁੰਦਾ ਹਥਿਆਰ। ਇੱਕ ਤਾਂ ਲੋਕਾਂ ਨੇ ਆਪਣੇ ਕਈਆਂ ਨੇ ਘਰਾਂ 'ਚ ਰੱਖੇ ਹੋ ਪਏ ਹੋਣਗੇ, ਕਈਆਂ ਦੇ ਇਦਾਂ। ਜਿਹੜਾ ਨਾਰਮਲ ਜੰਗ ਹੁੰਦੀ ਹੈ ਨਾ ਜੀ, ਉਹ ਲਾਲੀ ਤੇ ਹੋਊਗੀ। ਜਿੰਨੀ ਪੁਰਾਤਨ ਹੋਈ ਜਾਊਗਾ ਉਹਨਾਂ ਕਾਲਾਪਣ ਸ਼ਾਹ ਕਾਲਾ ਹੋਈ ਜਾਊਗਾ। ਤੇ ਇਹ ਸਾਰੇ ਜਿਹੜੇ ਨੇ ਪੁਰਾਤਨ ਨੇਗੇ। ਤੇ ਬਾਕੀ ਟੈਸਟ ਲੈਬ ਤੋਂ ਵੀ ਅਸੀਂ ਚੈੱਕ ਕਰਾਏ ਨੇ ਸਾਰੇ, ਮਤਲਬ 300 ਦੇ ਸਾਲ ਦੇ ਲਗਭਗ ਦਾ ਪੀਰੀਅਡ ਹੈਗਾ ਜੀ ਇਹਦਾ। ਜੀ, ਇੱਦਾਂ ਹੀ ਮੈਂ ਅਖੀਰ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਦਿਖਾਉਣੀ ਚਾਹੂੰਗਾ ਇੱਕ ਇੱਟ ਹੈਗੀ ਆ ਪਾਣੀ ਵਿੱਚ ਤੈਰਦੀ ਹੋਈ। ਜੀ ਜੀ, ਪਾਣੀ ਵਿੱਚ ਤੈਰ ਰਹੀ ਇੱਟ ਹੈਗੀ ਆ, ਇੱਕ ਵਾਰੀ ਹਿਲਾ ਕੇ ਦਿਖਾ ਦਿਓ ਜੀ। ਪਾਣੀ ਵਿੱਚ ਮੈਂ ਇਹਨੂੰ ਡੁਬੋਣ ਦੀ ਕੋਸ਼ਿਸ਼ ਕਰਦਾ ਪਰ ਇਹ ਉੱਪਰ ਨੂੰ ਧੱਕਾ ਜਿਹਾ ਮਾਰਦੀ ਹੈ ਜੀ, ਇਹਨਾਂ ਦੀ ਥੱਲੇ ਪਾਣੀ ਵਿੱਚ ਡੁੱਬ ਨਹੀਂ ਰਹੀ ਹੈਗੀ। ਇਹਦੇ ਬਾਰੇ ਵੀ ਜਾਣਕਾਰੀ ਜ਼ਰੂਰ। ਜੀ ਜੀ, ਇਹ ਈਸਟ ਇੰਡੀਆ ਕੰਪਨੀ ਜਦੋਂ ਇੱਥੇ ਆਈ ਆ ਇੰਡੀਆ ਦੇ ਵਿੱਚ, ਇਹਨਾਂ ਨੇ ਚੱਲਦੇ ਮਤਲਬ ਜਿਹੜੇ ਦਰਿਆ ਸੀ ਉਹਨਾਂ ਦੇ ਉੱਪਰ ਪੁਲ ਬਣਾਉਣੇ ਸ਼ੁਰੂ ਕੀਤੇ ਜਾਂ ਚੱਲਦੇ ਪਾਣੀ ਵਿੱਚ ਪੁਲ ਬਣਾਉਣੇ ਸ਼ੁਰੂ ਕੀਤੇ। ਤੇ ਉਦੋਂ ਇਹ ਇਸ ਤਰ੍ਹਾਂ ਦੀ ਇੱਟ ਬਣਾਈ ਗਈ। ਤੇ ਵਿਸ਼ੇਸ਼ ਇੱਟ, ਇਹ ਇੱਟਾਂ ਨੂੰ ਆਪਸ ਦੇ ਵਿੱਚ ਜੋੜ ਕੇ ਫਿਰ ਰੱਸਿਆਂ ਨਾਲ ਇਹਨੂੰ ਬੰਨ੍ਹ ਲਿੱਤਾ ਜਾਂਦਾ ਸੀ। ਇਹ ਤੈਰਦਾ ਰਹਿੰਦਾ ਸੀ ਬੇਸ ਇਹਦਾ ਪਾਣੀ ਦੇ ਉੱਪਰ। ਉਦੋਂ ਬਾਅਦ ਉਹਦੇ ਉੱਪਰ ਸ਼ਟਰਿੰਗ ਕਰਕੇ ਉਹਦੇ ਉੱਪਰ ਪੁਲ ਬਣਾ ਦਿੰਦੇ ਸੀ। ਉਦੋਂ ਬਾਅਦ ਥੱਲੋਂ ਸ਼ਟਰਿੰਗ ਚੱਕ ਕੇ ਇਹਦਾ ਬੇਸ ਤੋੜ ਦਿੰਦੇ ਸੀ, ਜਾਂ ਉਹ ਬੇਸ ਨੂੰ ਚੱਕ ਕੇ ਗੱਡੀਆਂ ਰਾਹੀਂ ਜਾਂ ਕਿਵੇਂ ਵੀ ਗੱਡਿਆਂ ਰਾਹੀਂ ਇਹ ਅਗਲੇ ਪੁਲ ਵਾਸਤੇ ਲੈ ਜਾਂਦੇ ਸੀ। ਇਹ ਉਹ ਮਤਲਬ ਇੱਟ ਆ ਜੀ ਪਾਣੀ 'ਚ ਤੈਰਦੀ। ਇਹਦਾ ਜਿਹੜਾ ਪੀਰੀਅਡ ਆ ਲਗਭਗ 250-300 ਸਾਲ ਪੁਰਾਣਾ ਹੈਗਾ ਜੀ। ਇਹ ਦੇਖੋ ਇਸ ਤਰ੍ਹਾਂ ਜਿੰਨਾ ਮਰਜ਼ੀ ਇਹਨੂੰ ਆਪਾਂ ਡਿਪ ਕਰਾਂਗੇ ਤਾਂ ਇਹ ਛਾਲ ਮਾਰ ਕੇ ਉੱਪਰ ਆਉਂਦੀ ਹੈ ਜੀ। ਇਹ ਪਾਣੀ 'ਚ ਤੈਰਦੀ ਹੈ ਜੀ। ਮੈਨੂੰ ਲੱਗਦਾ ਕਿ ਜਿੰਨੇ ਵੀ ਨਵੀਂ ਪੀੜ੍ਹੀ ਦੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਆ, ਜਿਹੜੇ ਇੰਜੀਨੀਅਰਿੰਗ ਕਰਦੇ ਹੈਗੇ ਆ, ਉਹਨਾਂ ਨੂੰ ਤਾਂ ਪਤਾ ਹੈਗਾ। ਆਮ ਕਈ ਵਾਰੀ ਬੱਚੇ ਸੋਚਦੇ ਹੈਗੇ ਆ ਕਿ ਹੁਣ ਸਮਾਂ ਬਦਲ ਚੁੱਕਾ ਹੈਗਾ, ਅੱਜ ਬੜੀ ਤਕਨੀਕ ਜਿਹੜੀ ਆ ਵਿਕਸਿਤ ਹੋ ਚੁੱਕੀ ਆ, ਵੀ ਕੰਪਿਊਟਰਾਈਜ਼ਡ ਯੁੱਗ ਹੈਗਾ, ਵੀ ਆਹ ਚੀਜ਼ਾਂ ਇਦਾਂ ਨਹੀਂ ਇਦਾਂ ਤਿਆਰ ਹੁੰਦੀਆਂ ਹੈਗੀਆਂ ਨੇ। ਪਰ ਆਹ ਸਾਰੀਆਂ ਚੀਜ਼ਾਂ ਵੇਖ ਕੇ, ਇੱਟ ਖਾਸ ਕਰਕੇ ਵੇਖ ਕੇ ਐਂ ਲੱਗਦਾ ਹੈਗਾ, ਪਤਾ ਲੱਗਦਾ ਹੈਗਾ ਕਿ ਉਸ ਵੇਲੇ ਵੀ ਤਕਨੀਕ ਕਿੰਨੀ ਜ਼ਿਆਦਾ ਵਿਕਸਿਤ ਸੀ, ਹੈ ਨਾ ਜੀ। ਭਾਈ ਸਾਹਿਬ ਜੀ, ਸਾਰਾ ਕੁਝ ਜਿੰਨਾ ਵੀ ਤੁਸੀਂ ਉਪਰਾਲਾ ਕੀਤਾ ਹੈਗਾ, ਮੈਂ ਤੇ ਸਮਝਦਾ ਕਿ ਤੁਸੀਂ ਵਧਾਈ ਦੇ ਪਾਤਰ ਹੈਗੇ ਹੋ। ਦੁਨੀਆ ਭਰ ਵਿੱਚ ਵਸਦੇ ਲੋਕ, ਚਾਹੇ ਸਿੱਖ ਨੇ ਚਾਹੇ ਗੈਰ ਸਿੱਖ ਨੇ, ਮੈਂ ਇੱਥੇ ਵੇਖਿਆ ਕਿ ਜਿਹੜੇ ਧਾਰਮਿਕ ਗ੍ਰੰਥ ਹੈਗੇ ਆ ਉਹ ਇਕੱਲੇ ਸਿੱਖਾਂ ਨਾਲ ਸੰਬੰਧਿਤ ਨਹੀਂ ਹੈਗੇ। ਔਰ ਜਿਹੜੇ ਸਿੱਕੇ ਹੈਗੇ ਆ, ਤੁਸੀਂ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਵਿਖਾਈਆਂ ਨੇ, ਖਾਲਸਾ ਰਾਜ ਦੇ ਸਿੱਕੇ। ਔਰ ਜਿਹੜੇ ਔਰੰਗਜ਼ੇਬ ਦੇ ਵੀ ਤੁਸੀਂ ਸਾਰਾ ਕੁਝ ਸੰਭਾਲ ਕੇ ਰੱਖਿਆ ਹੋਇਆ, ਸਾਰਾ ਕੁਝ ਤੁਸੀਂ ਬੜੀ ਮਿਹਨਤ ਕੀਤੀ ਹੈਗੀ ਆ। ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ, ਗੈਰ ਸਿੱਖਾਂ ਨੂੰ, ਜਿਹੜੇ ਵੀ ਲਾਹਾ ਲੈਂਦੇ ਨੇ ਜਾਂ ਜਿਹੜੇ ਚਾਹੁੰਦੇ ਹੈਗੇ ਕਿ ਸਾਨੂੰ ਪਤਾ ਲੱਗੇ ਕਿ ਪੁਰਾਤਨ ਸਾਡਾ ਕੀ ਸੀਗਾ, ਉਹਨਾਂ ਨੂੰ ਕੁਛ ਨਾ ਕੁਛ ਸੁਨੇਹਾ ਵੀ ਦੇ ਜਾਓ ਨਾਲ, ਔਰ ਨਾਲ ਇਹਨਾਂ ਚੀਜ਼ਾਂ ਦੀ ਅਹਿਮੀਅਤ ਕੀ ਹੁੰਦੀ ਆ ਉਹ ਵੀ ਜ਼ਰੂਰ ਦੱਸ ਦਿਓ ਜਾਂਦੇ। ਮੈਂ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਵੀ
ਪਹਿਲੀ ਗੱਲ ਤਾਂ ਜੇ ਕੋਈ ਪੁਰਾਤਨ ਚੀਜ਼ ਕਿਸੇ ਦੇ ਘਰੇ ਵੀ ਹੈਗੀ ਆ, ਪਹਿਲਾਂ ਤਾਂ ਉਹਨੂੰ ਆਪ ਖੁਦ ਸਾਂਭਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਨਹੀਂ ਸਾਂਭ ਸਕਦੇ ਤਾਂ ਮੇਰੇ ਵਰਗਾ ਜਿਹੜਾ ਸ਼ੌਕੀਨ ਆ, ਮੇਰੇ ਵਰਗਾ ਜਿਹੜਾ ਸਾਂਭ ਸੰਭਾਲ ਕਰਦਾ ਆ, ਕਿਉਂਕਿ ਦੇਖੋ ਸਾਡੇ ਕੋਲ ਜਿਹੜੀਆਂ ਚੀਜ਼ਾਂ ਇਹ ਇਕੱਠੀਆਂ ਹੋਈਆਂ ਨੇ, ਇਹ ਦੇਖੋ ਮੇਰੇ ਘਰੇ ਤਾਂ ਹੈ ਨਹੀਂ ਸੀ। ਇਹ ਸਟੈਪ ਬਾਈ ਸਟੈਪ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ। ਕਿਸੇ ਦੇ ਘਰੇ ਕੁਝ ਪਿਆ ਹੁੰਦਾ, ਕਿਸੇ ਦੇ ਘਰੇ ਕੁਝ ਪਿਆ ਹੁੰਦਾ, ਆਪਾਂ ਇਹਨਾਂ ਨੂੰ ਇਕੱਠਾ ਕੀਤਾ ਤੇ ਇਹ ਹੁਣ ਐਗਜੀਬਿਸ਼ਨ ਲਾ ਕੇ ਦਿਖਾ ਦਿੰਨੇ ਆ ਬੱਚਿਆਂ ਨੂੰ ਆਪਣਾ ਇਤਿਹਾਸ। ਵੀ ਪਹਿਲੀ ਗੱਲ ਤਾਂ ਆਪ ਸਾਂਭੋ, ਜੇ ਨਹੀਂ ਸਾਂਭ ਸਕਦੇ ਮੇਰੇ ਵਰਗੇ ਨੂੰ ਦਿਓ ਤਾਂ ਕਿ ਉਹਦੀ ਸਾਂਭ ਸੰਭਾਲ ਹੋ ਸਕੇ। ਬਾਕੀ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਆਪਣੇ ਵਿਰਸੇ ਨਾਲ ਜੁੜੋ, ਆਪਣੀਆਂ ਜੜ੍ਹਾਂ ਨਾਲ ਜੁੜੋ, ਬੱਚਿਆਂ ਨੂੰ ਵੀ ਆਪਣੇ ਇਸ ਵਿਰਸੇ ਦੀ ਨੌਲੇਜ ਦਿਓ, ਆਪਣੇ ਇਤਿਹਾਸ ਬਾਰੇ ਦੱਸੋ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਸੀ, ਆਹ ਚੀਜ਼ ਆਹ ਕੰਮ ਆਉਂਦੀ ਸੀ। ਮੈਂ ਦੇਖਿਆ ਵੀ ਜਿਹੜੀ ਮਾਂ ਬੋਲੀ ਪੰਜਾਬੀ ਆ, ਸਾਡੀ ਮਾਂ ਬੋਲੀ ਨੂੰ ਹੀ ਲੋਕ ਬੱਚੇ ਭੁੱਲਦੇ ਜਾ ਰਹੇ ਨੇ। ਮਾਂ ਬੋਲੀ ਜੇ ਆਪਾਂ ਬੱਚਿਆਂ ਨੂੰ, ਅੱਜ ਦੇ ਬੱਚਿਆਂ ਨੂੰ ਕਹਿ ਦਈਏ ਵੀ ਊੜਾ ਆੜਾ ਸੁਣਾ ਦਿਓ ਤਾਂ ਬੱਚਿਆਂ ਨੂੰ ਊੜਾ ਆੜਾ ਨਹੀਂ ਆਉਂਦਾ। ਬਾਕੀ ਤਾਂ ਗੱਲਾਂ ਬਹੁਤ ਦੂਰ ਦੀਆਂ ਨੇ। ਵੀ ਕੋਸ਼ਿਸ਼ ਕਰੋ ਵੀ ਆਪਾਂ ਘਰੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ, ਪੰਜਾਬ ਨਾਲ ਜੋੜੀਏ, ਆਪਣੇ ਕਲਚਰ ਨਾਲ ਜੋੜੀਏ, ਆਪਣੇ ਵਿਰਸੇ ਨਾਲ ਜੋੜੀਏ। ਬਾਕੀ ਜੇ ਕੋਈ ਤੁਹਾਨੂੰ ਲੱਗਦਾ ਵੀ ਤੁਸੀਂ ਨਹੀਂ ਸਾਂਭ ਸੰਭਾਲ ਕਰ ਸਕਦੇ ਤਾਂ ਮੇਰਾ ਨੰਬਰ 98 148 10794। ਮੇਰਾ ਨਾਮ ਪਰਮਿੰਦਰ ਸਿੰਘ ਆ, ਅਹਿਮਦਗੜ੍ਹ, ਤੇ ਮੈਨੂੰ ਸੰਪਰਕ ਕਰ ਸਕਦੇ ਹੋ। ਤੇ ਮੈਂ ਮਤਲਬ ਇਹਨਾਂ ਦੀ ਸਾਂਭ ਸੰਭਾਲ ਕਰਕੇ ਬੱਚਿਆਂ ਨੂੰ ਮਤਲਬ ਸਕੂਲਾਂ, ਕਾਲਜਾਂ, ਗੁਰਦੁਆਰੇ, ਮੰਦਰਾਂ, ਮੇਲਿਆਂ ਦੇ ਵਿੱਚ ਜਾ ਕੇ ਪ੍ਰਦਰਸ਼ਨੀ ਲਾਉਣਾ। ਤੇ ਅੱਜ ਇਹ ਜਿਹੜੀ ਮਾਲਪੁਰ ਗੁਰਦੁਆਰਾ ਸ਼ਹੀਦਾਂ ਇੱਥੇ ਪ੍ਰਦਰਸ਼ਨੀ ਲੱਗੀ ਆ, ਤੇ ਅੱਜ ਇਹ ਮੇਰੀ 182ਵੀਂ ਪ੍ਰਦਰਸ਼ਨੀ ਸੀ। ਮੈਨੂੰ ਉਮੀਦ ਆ ਵੀ ਵਾਹਿਗੁਰੂ ਦੀ ਕਿਰਪਾ ਨਾਲ ਛੇਤੀ ਹੀ 200 ਦਾ ਅੰਕੜਾ ਪਾਰ ਹੋਊ, ਕਿਉਂਕਿ ਇਸ ਮਹੀਨੇ ਮੇਰੇ ਕੋਲ 7 ਪ੍ਰਦਰਸ਼ਨੀਆਂ ਹੋਰ ਬੁੱਕ ਨੇਗੀਆਂ। ਤੇ ਮੈਂ ਆਸ ਕਰਦਾ ਵੀ ਬੱਚੇ ਜਿੰਨੇ ਵੀ ਉਰੋਂ ਆਏ ਨੇ ਵੀ ਆਪਣੇ ਜਿਹੜੀ ਕੋਈ ਵਿਰਸੇ ਦੀ ਉਹਨਾਂ ਦੇ ਘਰੇ ਕੋਈ ਚੀਜ਼ ਹੈਗੀ ਆ ਉਹਨੂੰ ਜ਼ਰੂਰ ਸਾਂਭਣਗੇ, ਜਾਂ ਫਿਰ ਮੈਨੂੰ ਫੋਨ ਕਰਕੇ ਦੱਸਣਗੇ, ਮੈਂ ਆਪ ਖੁਦ ਸਾਂਭਾਂਗਾ। ਆਪਾਂ ਨੂੰ ਲੋੜ ਆ ਵਿਰਸਾ ਬਚਾਉਣ ਦੀ, ਆਪਣਾ ਵਿਰਾਸਤ ਨੂੰ ਸਾਂਭਣ ਦੀ। ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਹ ਸਨ ਵੀਰ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈਗੀ। ਸਾਰਾ ਕੁਝ ਤੁਸੀਂ ਵੇਖਿਆ ਹੈਗਾ। ਆਸ ਕਰਦਾ ਕਿ ਤੁਸੀਂ ਜ਼ਰੂਰ ਇਸ ਸਾਰੇ ਕਾਸੇ ਦਾ ਲਾਹਾ ਲਿਆ ਹੋਊਗਾ। ਜਿਹੜੇ ਵੀ ਸੱਜਣ ਇੱਦਾਂ ਦੀ ਕੋਈ ਪ੍ਰਦਰਸ਼ਨੀ ਆਪਣੇ ਇਲਾਕੇ ਦੇ ਵਿੱਚ ਲਾਉਣੀ ਚਾਹੁੰਦੇ ਹੈਗੇ, ਜਿਵੇਂ ਵੀਰ ਹੋਰਾਂ ਨੇ ਆਖਿਆ ਕਿ ਜੇ ਤੁਹਾਡੇ ਕੋਲ ਕੋਈ ਪੁਰਾਤਨ ਚੀਜ਼ ਹੈਗੀ ਆ, ਤੁਹਾਡੇ ਕੋਲ ਕੋਈ ਪੁਰਾਤਨ ਖਜ਼ਾਨਾ ਹੈਗਾ ਤੁਹਾਡੇ ਘਰ ਦੇ ਵਿੱਚ, ਪਰ ਤੁਸੀਂ ਸਾਂਭ ਸੰਭਾਲ ਨਹੀਂ ਕਰ ਸਕਦੇ, ਤਾਂ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਮੇਰੇ ਨਾਲ ਤੁਸੀਂ ਮੇਰੇ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ। ਤੁਸੀਂ ਉਹ ਸਾਰਾ ਕੁਝ ਮੈਨੂੰ ਸੌਂਪ ਸਕਦੇ ਹੋ। ਔਰ ਇਹਨਾਂ ਦਾ ਕਹਿਣਾ ਹੈਗਾ ਕਿ ਮੈਂ ਇਸੇ ਤਰੀਕੇ ਦੇ ਨਾਲ ਪ੍ਰਦਰਸ਼ਨੀਆਂ ਲਗਾ ਕੇ ਉਹ ਸਾਰਾ ਕੁਝ ਸੰਭਾਲ ਕੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈਗੀ ਆ, ਨਵੀਆਂ ਨਸਲਾਂ, ਉਹਨਾਂ ਤੱਕ ਪੁੱਜਦੇ ਕਰਦੇ ਰਹਾਂਗੇ। ਉਹਨਾਂ ਨੂੰ ਦੱਸਾਂਗੇ ਕਿ ਸਾਡਾ ਜਿਹੜਾ ਪੁਰਾਤਨ ਵਿਰਸਾ ਸੀਗਾ ਉਹ ਕੀ ਸੀਗਾ, ਕਿਉਂਕਿ ਬੜੀ ਰੁਚੀ ਹੁੰਦੀ ਹੈਗੀ ਆ ਬੱਚਿਆਂ ਵਿੱਚ, ਜਿਨ੍ਹਾਂ ਵਿੱਚ ਅੱਜ ਨਹੀਂ ਹੈਗਾ ਉਹਨਾਂ ਵਿੱਚ ਕੱਲ੍ਹ ਨੂੰ ਜ਼ਰੂਰ ਇੱਕ ਜਾਣਨ ਦੀ ਇੱਛਾ ਹੁੰਦੀ ਹੈ ਕਿ ਸਾਡੀਆਂ ਜੜ੍ਹਾਂ ਕਿੱਥੇ ਸੀ, ਅਸੀਂ ਪਹਿਲਾਂ ਕਿੱਦਾਂ ਦੇ ਹੁੰਦੇ ਸੀਗੇ, ਔਰ ਸਾਡੇ ਇੱਥੇ ਪੁਰਾਤਨ ਜਿਹੜਾ ਸੀਗਾ ਕਿਹਨਾਂ ਲੋਕਾਂ ਨੇ ਰਾਜ ਕੀਤਾ, ਉਸ ਵੇਲੇ ਕਿੱਦਾਂ ਦੇ ਸਿੱਕੇ ਚੱਲਦੇ ਹੁੰਦੇ ਸੀਗੇ, ਸਾਰਾ ਕੁਝ। ਜਦੋਂ ਅਸੀਂ ਛੋਟੇ ਛੋਟੇ ਸੀਗੇ, ਤੁਹਾਨੂੰ ਵੀ ਚੇਤੇ ਹੋਊਗਾ ਕਿ ਅਸੀਂ ਪੰਜੀਆਂ ਦਸੀਆਂ ਲੈ ਕੇ, ਪੰਜੀ ਦਸੀ ਤਾਂ ਮੈਨੂੰ ਵੀ ਚੇਤੇ ਹੈਗਾ, ਅਸੀਂ ਘਰੋਂ ਸਾਨੂੰ ਪੰਜੀ ਦਸੀ ਮਿਲ ਜਾਣ ਤਾਂ ਅਸੀਂ ਬੜੇ ਖੁਸ਼ ਹੋ ਜਾਂਦੇ ਹੁੰਦੇ ਸੀ ਕਿ ਸਾਡੇ ਕੋਲ ਅੱਜ ਪੰਜੀ ਹੈਗੀ ਆ। ਤੇ 2-3 ਦੋਸਤਾਂ ਨੇ ਇਕੱਠੇ ਹੋ ਕੇ ਅਸੀਂ ਦੁਕਾਨਾਂ ਦੇ ਉੱਪਰ ਜਾਣਾ, ਉੱਥੇ ਗੋਲੀਆਂ ਟੌਫੀਆਂ ਲੈ ਕੇ ਖਾਣੀਆਂ। ਸੋ ਉਹਦਾ ਸਾਨੂੰ ਪਤਾ ਹੈਗਾ। ਸੋ ਜਦੋਂ ਬੜੀ ਇੱਕ ਇੱਛਾ ਹੁੰਦੀ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ ਪੁਰਾਤਨ ਉਦੋਂ ਪਹਿਲਾਂ ਕੀ ਚੱਲਦਾ ਹੁੰਦਾ ਸੀਗਾ। ਸੋ ਜਿਹੜਾ ਸਿੱਕਾ ਹੈਗਾ, ਮੈਂ ਸਿੱਕੇ ਦੀ ਵਾਰ-ਵਾਰ ਗੱਲ ਕਰਦਾ ਹੈਗਾ, ਸਿੱਕਾ ਕਿਹਦੇ ਨਾਂ ਦਾ ਸਿੱਕਾ ਚੱਲਦਾ ਹੈਗਾ। ਅੱਜ ਹਕੂਮਤਾਂ ਨੇ ਆਪਣੇ ਨਾਮ ਦਾ ਸਿੱਕਾ ਚਲਾਉਣ ਦੀ ਹਰੇਕ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਸਮੇਂ ਜਿਹੜਾ ਸਿੱਕਾ ਚੱਲਦਾ ਹੁੰਦਾ ਸੀਗਾ, ਵੀਰ ਹੋਰਾਂ ਨੇ ਤੁਹਾਨੂੰ ਵਿਖਾਇਆ, ਉਹਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਸੀਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਨਾਮ ਦਾ ਸਿੱਕਾ ਨਹੀਂ ਚਲਾਇਆ। ਉਹਨਾਂ ਨੇ ਉਸ ਰਾਜ ਦੇ ਵਿੱਚ ਜਿਹੜੇ ਸਿੱਕੇ ਸੀਗੇ ਉਹਦੇ ਵਿੱਚ ਇਕੱਲਾ ਸਿੱਖਾਂ ਨਾਲ ਸੰਬੰਧਿਤ ਨਹੀਂ, ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਸੰਬੰਧਿਤ ਚਿੰਨ੍ਹ ਵੀ ਸੀਗੇ। ਆਸ ਕਰਦੇ ਹਾਂ ਕਿ ਤੁਸੀਂ ਇਹ ਸਾਰੇ ਕਾਸੇ ਦਾ ਜ਼ਰੂਰ ਲਾਹਾ ਲਿਆ ਹੋਊਗਾ। ਔਰ ਉਹ ਉੱਦਾਂ ਦਾ ਹੀ ਰਾਜ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ, ਉਸ ਸਮੇਂ ਦੀਆਂ ਨਿਸ਼ਾਨੀਆਂ ਦੱਸਦੀਆਂ ਨੇ ਕਿ ਉਸ ਵੇਲੇ ਕਿਸੇ ਦੇ ਨਾਲ ਵੀ ਧੱਕਾ ਨਹੀਂ ਕੀਤਾ ਗਿਆ, ਕਿਸੇ ਦਾ ਵੀ ਜਬਰੀ ਧਰਮ ਤਬਦੀਲ ਉਸ ਰਾਜ ਦੇ ਵਿੱਚ ਨਹੀਂ ਕੀਤਾ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਕਿਸੇ ਦੇ ਵੀ ਧਾਰਮਿਕ ਅਸਥਾਨ ਨੂੰ ਢਹਿ ਢੇਰੀ ਨਹੀਂ ਕੀਤਾ ਗਿਆ, ਕਿਸੇ ਨੂੰ ਵੀ ਜ਼ਬਰਦਸਤੀ ਨਹੀਂ ਕਿਹਾ ਗਿਆ ਕਿ ਤੂੰ ਆਹ ਨਹੀਂ, ਤੂੰ ਆਹੀ ਧਰਮ ਆਪਣਾ। ਇੱਦਾਂ ਨਹੀਂ ਹੋਇਆ। ਆਸ ਕਰਦੇ ਹਾਂ ਕਿ ਅੱਜ ਜਿਹੜੇ ਲੋਕ ਔਖੇ ਹੈਗੇ ਆ ਉਹ ਜ਼ਰੂਰ ਉਸ ਰਾਜ ਨੂੰ ਚੇਤੇ ਕਰਦੇ ਹੋਣਗੇ ਔਰ ਆਸ ਕਰਨਗੇ ਕਿ ਇੱਦਾਂ ਦਾ ਹੀ ਰਾਜ ਦੁਬਾਰਾ ਸਥਾਪਿਤ ਹੋ ਜਾਵੇ, ਜਿਸ ਰਾਜ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਹ ਲੈ ਸਕਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟਮੈਂਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਰ ਹਾਂ।
ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸਵੀਟ ਨੰਬਰ 204, ਹਿਊਸਟਨ, ਟੈਕਸਾਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼।